ਉਹ ਪਰਿਵਾਰ ਦੀ ਕਹਾਣੀ ਦਿਖਾਵਾਂਗੇ ਜਿਹੜੇ ਪਰਿਵਾਰ ਦੇ ਵਿੱਚ ਦੋ ਧੀਆਂ ਹੁੰਦੀਆਂ ਨੇ, ਪਰ ਇਹ ਪਰਿਵਾਰ ਆਪਣੀਆਂ ਧੀਆਂ ਨੂੰ ਪੁੱਤਾਂ ਤੋਂ ਵੱਧ ਕੇ ਪਾਲਦਾ। ਆਪਣੀ ਜ਼ਮੀਨ ਵੇਚ ਕੇ ਆਪਣੀ ਛੋਟੀ ਧੀ ਨੂੰ ਇਹ ਪਰਿਵਾਰ ਕੈਨੇਡਾ ਭੇਜਦਾ, ਇਹ ਆਸ ਦੇ ਨਾਲ ਕਿ ਧੀਆਂ ਆਪਣੀ ਚੰਗੀ ਜ਼ਿੰਦਗੀ ਜਿਉਣਗੀਆਂ। ਪਰ ਅਫਸੋਸ 1 ਸਾਲ ਬਾਅਦ ਐਸੀ ਮੰਦਭਾਗੀ ਖਬਰ ਆਉਂਦੀ ਹੈ ਕਿ ਉਹ ਧੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਇਹ ਪਰਿਵਾਰ ਦੇ ਸਾਰੇ ਸੁਪਨੇ ਚਕਨਾਚੂਰ ਹੋ ਜਾਂਦੇ। ਪਰਿਵਾਰ ਦੱਸਦਾ ਹੈ ਕਿ ਕੈਨੇਡਾ ਦੇ ਵਿੱਚ ਇਕੱਲੀ ਧੀ ਭੇਜਣਾ ਸਾਡੀ ਵੱਡੀ ਗਲਤੀ ਸੀ, ਜਿਹੜੀ ਅਸੀਂ ਉਮਰ ਭਰ ਸੁਧਾਰ ਨਹੀਂ ਪਾਵਾਂਗੇ। ਕੀ ਪਿੱਛੇ ਦੀ ਸਾਰੀ ਕਹਾਣੀ ਰਹਿੰਦੀ ਹੈ ਇਹ ਪਰਿਵਾਰ ਦੀ, ਇਹ ਅੱਜ ਤੁਹਾਨੂੰ ਦਿਖਾਵਾਂਗੇ। बस गलती हो गई जी तोड़ती बड़ी भारी गलती हो गई। 2 पुश्तां नहीं गलती है, मुड़नी सत्तां मुड़नियां ना तो बुढ़ी तो मुड़नी ਭੇਜਣੀ ਨਹੀਂ ਚਾਹੀਦੀ। ना 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 उत्थे की करना जावे। ਤੁਸੀਂ ਅੱਜ ਵੀ ਤੜਫ ਰਹੇ ਹੋ ਧੀ ਲਈ? बाला जिन्ना चिर जावांगे उन्ना चिर तड़फांगे। मेरा दिंदा चानन दिंदा ਉਹ ਬੱਚੀ ਸੀ, ਉਹ ਕਦੇ ਇੱਥੇ ਬਿਮਾਰ ਨਹੀਂ ਸੀ ਹੋਈ, ਉਹਨੂੰ ਖੁਦ ਇਹ ਪਤਾ ਨਹੀਂ ਲੱਗਿਆ ਵੀ ਮੈਂ ਬਿਮਾਰ ਹਾਂ। ਮੇਰੇ ਨਾਲ ਲਗਾਤਾਰ ਜਦੋਂ ਵੀ ਗੱਲ ਕਰਨੀ ਉਹਨੇ ਕਹਿਣਾ ਮੈਂ ਠੀਕ ਹਾਂ ਡੈਡੀ। ਜਿਹੜੇ ਬੱਚੇ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਜਾਂਦੇ ਆ ਉਹਨਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੁੰਦਾ ਕਿ ਸਾਡੇ ਪਿੱਛੇ ਜਿਹੜਾ ਪਰਿਵਾਰ ਹੈ ਉਹ ਕਿਸ ਤਰੀਕੇ ਦੀ ਜ਼ਿੰਦਗੀ ਬਤੀਤ ਕਰ ਰਿਹਾ, ਕਿਸ ਤਰੀਕੇ ਦੀਆਂ ਉਹਨਾਂ ਦੀਆਂ ਲੋੜਾਂ, ਕਿਸ ਤਰੀਕੇ ਸਾਡੀਆਂ ਲੋੜਾਂ ਨੂੰ ਉਹਨਾਂ ਨੇ ਪੂਰਾ ਕੀਤਾ। ਇਸ ਲਈ ਮੇਰੀ ਜਿਹੜੀ ਬੇਟੀ ਸੀ ਮਨਪ੍ਰੀਤ ਕੌਰ, ਉਹਨੂੰ ਇਸ ਬਾਰੇ ਚੰਗੀ ਤਰ੍ਹਾਂ ਪਤਾ ਸੀ। ਸ਼ਾਇਦ ਮੈਨੂੰ ਲੱਗਦਾ ਵੀ ਇਸ ਗੱਲ ਕਰਕੇ ਉਹ ਮੇਰੇ ਕੋਲੇ ਗੱਲ ਨਹੀਂ ਕਰ ਸਕੀ ਤੇ ਜਿਹੜਾ ਵੱਡਾ ਘਾਟਾ ਸਾਨੂੰ ਇਸ ਕਰਕੇ ਪਿਆ। ਜ਼ਮੀਨ ਨਾਲ ਪਿਆਰ ਹੁੰਦਾ ਹੀ ਆਪਣਾ, ਉਹਦਾ ਵੀ ਬਹੁਤ ਪਿਆਰ ਸੀ। ਜਦੋਂ ਕਿਸਾਨੀ ਘੋਲ ਹੋਇਆ ਅਸੀਂ ਦੋਨੋਂ ਭੈਣਾਂ ਨੇ ਐਵੇਂ ਕਹਿਣਾ ਵੀ ਉਹ ਕਹਿੰਦੇ ਵੀ ਖੇਤਾਂ ਦੇ ਪੁੱਤ ਜਾ ਰਹੇ ਨੇ ਲੜਨ, ਖੇਤਾਂ ਨੂੰ ਬਚਾਉਣ ਦੇ ਲਈ। ਤਾਂ ਫਿਰ ਅਸੀਂ ਦੋਨਾਂ ਭੈਣਾਂ ਨੇ ਇਹ ਨਾਰਾ ਉਦੋਂ ਦਿੱਤਾ ਸੀ ਜਾਂ ਲਾਇਆ ਸੀ ਵੀ ਖੇਤਾਂ ਦੇ ਪੁੱਤ ਨਹੀਂ ਹੁੰਦੇ, ਖੇਤਾਂ ਦੀਆਂ ਧੀਆਂ ਵੀ ਹੁੰਦੀਆਂ ਨੇ। ਜਦੋਂ ਉਹਦੇ ਰੂਮਮੇਟਸ ਨੇ ਉਹਦੇ ਸਮਾਨ ਹੈ ਨਾ ਪੈਕ ਕੀਤਾ ਸਾਰਾ, ਸਾਨੂੰ ਫੋਟੋਆਂ ਭੇਜੀਆਂ, ਉਹਦੇ ਵਿੱਚ ਵੀ ਟਰੈਕਟਰ ਟਰਾਲੀਆਂ ਸੀਗੇ। ਮਤਲਬ ਉਹਨੂੰ ਜ਼ਮੀਨ ਦੇ ਨਾਲ ਤਾਂ ਬਹੁਤ ਪਿਆਰ ਸੀ, ਜਿਹੜੀ ਸਾਨੂੰ ਉਹਨੂੰ ਭੇਜਣ ਦੇ ਲਈ ਵੇਚਣੀ ਪਈ। ਸਾਨੂੰ ਇਹ ਸੀਗਾ ਜੇ ਪੁੱਤ ਹੁੰਦਾ ਤਾਂ ਚਲੋ ਉਹਨੂੰ ਵੀ ਅਸੀਂ ਜ਼ਮੀਨ ਦਾ ਹਿੱਸਾ ਦੇਣਾ ਹੀ ਸੀਗਾ। ਸਾਨੂੰ ਇਹ ਸੀ ਕਿ ਇਹਨਾਂ ਦੀ ਜ਼ਿੰਦਗੀ ਬਣਾਉਣ ਲਈ ਅਸੀਂ ਉਹ ਜ਼ਮੀਨ ਇਹਨਾਂ ਤੇ ਲਾ ਦਈਏ, ਹੈ ਨਾ, ਇਹਨਾਂ ਦੀ ਜ਼ਿੰਦਗੀ ਚੰਗੀ ਬਣ ਜੂਗੀ। ਨਾ ਧੀ ਰਹੀ, ਨਾ ਜ਼ਮੀਨ ਰਹੀ, ਤੇ ਨਾ ਉਹ ਚੰਗੀ ਜ਼ਿੰਦਗੀ ਬਣ ਪਈ। मैं जमीन का प्यार आए नहीं सी कीता भी मेरे पुत ने मेरे ते लाउनी है जो चीज़ आ मैं इन्हां नूं देनी है। हुण मैनूं मेरा ही दस रहा, मैनूं कुछ नहीं दस रहा। मैं कोई आए आपकी जिंदगी नाल प्यार नहीं रखा। मैं धंधा बहुत किया इन्हां दी मारी ने, पर पढ़ाइयां लिखाइयां बहुत औख नहीं पढ़ाइयां ने। मैं कोई आए सुख का टाइम देखा नहीं। हुण मेरे ते सुख का समा आउणा सी, हुण महाराज ने खोलिया। हुण महाराज नूं खबरा की भाणा चंगा लग्या भी मैं इहनूं लै जा। इन्नी सोहणी सुनक्खी सियाणी, काम धंधा जानदी, रहम करदी हर एक दा। ऐ कर देना हुण आपां, ऐ कर देना। बस 4 महीने की पढ़ाई रह गई, हुण ऐ कर देना, ऐ कर देना। ਮੇਰੀ ਮੰਮੀ ਸ਼ੁਰੂ ਤੋਂ ਹੀ ਕਹਿੰਦੀ ਸੀ ਵੀ ਹੈ ਨਾ ਵੀ ਜਦੋਂ ਮੇਰੇ ਤਾਏ ਦੇ ਮੁੰਡਿਆਂ ਦਾ ਵਿਆਹ ਹੋਇਆ ਤਾਂ ਮੈਂ ਰਾਣੀ ਹਾਰ ਪਾਉਂਗੀ। ਤਾਂ ਉਹ ਹਮੇਸ਼ਾ ਹੀ ਐਂ ਕਹਿੰਦੀ ਸੀ ਆਪਾਂ ਮੰਮੀ ਨੂੰ ਕਰ ਵੀ ਆਪਾਂ ਮੰਮੀ ਨੂੰ ਰਾਣੀ ਹਾਰ ਲੈ ਕੇ ਦੇਵਾਂਗੇ, ਵੀ ਘਰ ਪਾਵਾਂਗੇ ਸਭ ਤੋਂ ਪਹਿਲਾਂ। ਫਿਰ ਉਹ ਕਹਿੰਦੀ ਸੀ ਵੀ ਹੈ ਨਾ ਹੁਣ ਤਾਂ ਜਦੋਂ ਮੈਂ ਗਈ ਆਪਾਂ ਕਿਸੇ ਨੂੰ ਬੁਲਾਇਆ ਨਹੀਂ ਗੱਡੀ ਚੜ੍ਹਨ ਤੋਂ ਪਹਿਲਾਂ, ਦਿੱਲੀ ਜਾਣ ਤੋਂ ਪਹਿਲਾਂ, ਵੀ ਜਦੋਂ ਮੈਂ ਆਈ ਹੈ ਨਾ ਆਪਾਂ ਡੀਜੇ ਲਾਵਾਂਗੇ ਵੱਡੇ ਵੱਡੇ। ਵੀ ਲੋਕ ਕਹਿੰਦੇ ਨੇ ਵੀ ਪੁੱਤਾਂ ਵਾਲੇ ਘਰੇ ਹੀ ਗੱਡੀਆਂ ਆਉਂਦੀਆਂ ਨੇ, ਆਪਾਂ ਧੀਆਂ ਵਾਲੇ ਘਰੇ ਵੀ ਗੱਡੀਆਂ ਲਿਆਵਾਂਗੇ। ਘਰ ਦਾ ਤੁਹਾਨੂੰ ਹਮੇਸ਼ਾ ਹੀ ਐਂ ਰਹਿੰਦਾ ਸੀ ਵੀ ਛੇਤੀ ਛੇਤੀ ਸਾਡਾ ਘਰ ਪੈ ਜੇ, ਵੀ ਮੇਰੀ ਮੰਮੀ ਨੂੰ ਕੱਚਾ ਵਿਹੜਾ ਸੰਭਰਨਾ ਨਾ ਪਵੇ। ਜ਼ਿੰਮੇਵਾਰੀ ਲਈ ਸੀ ਉਹਨੇ ਵੀ ਪੈਸੇ ਦੀ ਜ਼ਿੰਮੇਵਾਰੀ ਮੈਂ ਲਊਂਗੀ, ਵੀ ਮਾਂ ਪਿਓ ਨੂੰ ਇੱਥੇ ਤੂੰ ਸਾਂਭ। ਉਹਨੂੰ ਤਾਂ ਹੈਗਾ ਸੀ ਮੰਮੀ ਛੇਤੀ ਆ ਜੇ ਮੇਰੇ ਕੋਲ, ਉਹ ਤਾਂ ਢਿੱਡ 'ਚ ਹੈਗਾ ਸੀ ਵੀ ਛੇਤੀ ਮੰਮੀ ਆ ਜੇ, ਮੇਰੀ ਪੜ੍ਹਾਈ ਪੂਰੀ ਹੋ ਜਾਏ, ਫਿਰ ਮੈਂ ਮੰਮੀ ਨੂੰ ਛੇਤੀ ਸੱਦਣਾ। मैं फुल टाइम काम करा करूँ, मम्मी मेरा खाना बना दिया करूँ। काम तो नहीं मम्मी तेन मैं जान देना, बस घर ही रहा करना। ਤੁਸੀਂ ਤਿਆਰ ਹੋ ਗਏ ਸੀ ਉੱਥੇ ਜਾਣ? हाँ मेरा मन कहता सी मैं ਉਹਦੇ ਕੋਲ ਜਾਵਾਂ। मेरा ਵੱਖਰਾ प्यार सी, मैं रखना ਵੱਖਰਾ सी, लहदा ही रखना सी। ये अपने पापा का वध पिया करती सी, मेरा करती सी। ਇਹ 9 ਅਗਸਤ ਨੂੰ ਸਵੇਰੇ ਕਰੀਬ 3:30 ਵਜੇ ਸਾਨੂੰ ਜਦੋਂ ਅਚਾਨਕ ਫੋਨ ਆਉਂਦਾ ਉਹਦੀ ਮੰਮੀ ਵਾਲੇ ਫੋਨ ਤੇ, ਮਨਪ੍ਰੀਤ ਕੌਰ ਆ ਜਿਹੜੀ ਉਹ ਨਹੀਂ ਰਹੀ। ਤੇ ਮੈਨੂੰ ਇਸ ਤਰੀਕੇ ਆਪਦੇ ਆਪ ਨੂੰ ਹੀ ਲੱਗਦਾ ਵੀ ਮੈਨੂੰ ਲੱਗਦਾ ਸੁਪਨਾ ਆ ਰਿਹਾ ਵੀ ਇਹ ਹੋ ਨਹੀਂ ਸਕਦਾ, ਇਹ ਕਿਵੇਂ ਹੋ ਸਕਦਾ। ਮੈਂ ਵਾਰ-ਵਾਰ ਆਪਦੇ ਸਰੀਰ ਵੱਲ ਮਤਲਬ ਮੈਂ ਚੂਹਣੀਆਂ ਵੱਢ ਕੇ ਮੈਂ ਸਰੀਰ ਤੇ ਦੇਖਦਾ ਸੀ। ਮੈਨੂੰ ਸੁਪਨਾ ਕਿ ਵੀ ਸੱਚਾਈ ਹੈ ਇਹ ਗੱਲ, ਵੀ ਇਹ ਗੱਲ ਮੈਨੂੰ ਸੱਚ ਨਹੀਂ ਸੀ ਆ ਰਿਹਾ ਉਸ ਗੱਲ ਦਾ। ਤੇ ਫਿਰ ਬੇਟੀ ਨੇ ਜਦੋਂ ਰੋਕ ਕੇ ਦੱਸਿਆ ਵੀ ਨਹੀਂ ਡੈਡੀ ਇਹ ਗੱਲ ਹੋ ਚੁੱਕੀ ਹੈਗੀ, ਤਾਂ ਉਹ ਸਮਾਂ ਜਿਹੜਾ ਸੀ ਉਹ ਮੈਨੂੰ ਪਤਾ, ਮੇਰੇ ਪਰਿਵਾਰ ਨੂੰ ਪਤਾ ਉਹ ਕਿਹਾ ਜਿਹਾ ਸਮਾਂ ਸੀ। ਉਹ ਗੁੱਸੇ ਹੀ ਨਹੀਂ ਜਾਂਦਾ ਵੀ ਉਸ ਸਮਾਂ ਕਿਹਾ ਜਿਹਾ ਸੀ, ਕਿਵੇਂ ਅਸੀਂ ਟਾਈਮ ਕੱਢਿਆ, ਕਿਵੇਂ ਦਿਨ ਚੜਾਇਆ। ਵੀ ਜਿਵੇਂ ਮੈਨੂੰ ਐਂ ਲੱਗਿਆ ਜਿਵੇਂ ਕਿਸੇ ਫਿਲਮ ਦਾ ਸੀਨ ਹੁੰਦਾ, ਜਿਵੇਂ ਫਿਲਮਾਂ 'ਚ ਆਉਂਦੀਆਂ ਹੁੰਦੀਆਂ ਨੇ ਫੋਨ ਕਾਲ, ਤਾਂ ਇੱਕਦਮ ਸੁੱਤੇ ਪਿਆਂ ਤੋਂ ਆ ਗਈ ਵੀ ਉਹ ਬੰਦਾ ਨਹੀਂ ਰਿਹਾ। ਮਤਲਬ ਮੇਰੀਆਂ ਤੋਂ ਇੱਕਦਮ ਚੀਕਾਂ ਨਿਕਲ ਗਈਆਂ ਉਸ ਟਾਈਮ।
ਵੀ ਕੀ ਹੋ ਗਿਆ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਮੇਰੀ ਸਾਂਝ ਸਿਰਫ ਉਹਦੇ ਨਾਲ ਹੀ ਰਹਿਣੀ ਸੀ। ਅਸੀਂ ਇੱਕ ਦੂਜੇ ਨਾਲ ਦੁੱਖ ਸੁੱਖ ਕਰਦੀਆਂ ਆਉਣ ਵਾਲੇ ਟਾਈਮ 'ਚ। ਪਹਿਲਾਂ ਤਾਂ ਸਾਨੂੰ ਵੀ ਕੈਨੇਡਾ ਬਹੁਤ ਹੀ ਵਧੀਆ ਲੱਗਦਾ ਸੀ ਵੀ ਹੁਣ ਤਾਂ ਸੈੱਟ ਕਰ ਦੂਗਾ ਕੈਨੇਡਾ ਸਾਨੂੰ, ਕੈਨੇਡਾ ਬਹੁਤ ਵਧੀਆ ਗਾ। ਮੇਰੀ ਭੈਣ ਨੇ ਉੱਥੇ ਫੀਸਾਂ ਵੀ ਕੱਢ ਲਈਆਂ, ਸਾਡੇ ਤੇ ਬੋਝ ਨਹੀਂ ਪਾਏ, ਇੱਕ ਵਾਰ ਪੈਸੇ ਲਾਤੇ। ਲੋਕ ਕਹਿੰਦੇ ਆ, ਕਮੈਂਟ ਕਰਦੇ ਆ ਵੀ ਅਸੀਂ ਤਾਂ ਇੰਨੇ ਟਾਈਮ ਦੇ ਉੱਥੇ ਗਏ ਹੋਏ ਆ, ਸਾਡੇ ਲਈ ਇਹ ਹੈਵਨ ਆ, ਵੀ ਤੁਸੀਂ ਗਲਤ ਪ੍ਰਚਾਰ ਕਰਦੇ ਹੋ, ਕੈਨੇਡਾ ਨੂੰ ਗਲਤ ਕਹਿੰਦੇ ਹੋ ਤੇ ਵੀ ਤੁਸੀਂ ਨਾ ਆਓ ਫਿਰ ਇੱਥੇ ਜੇ ਤੁਹਾਨੂੰ ਐਂ ਲੱਗਦਾ ਵੀ ਕੈਨੇਡਾ ਐਵੇਂ ਦਾ। ਪਤਾ ਨਹੀਂ ਉਹ ਲੋਕ ਉਸ ਨੂੰ ਹੈਵਨ ਕਿਵੇਂ ਕਹਿ ਸਕਦੇ ਨੇ। ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਸਵਰਗ ਵਰਗੀ ਜਗ੍ਹਾ ਜਿੱਥੇ ਲੋਕਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲਦੀਆਂ, ਉਹ ਸਵਰਗ ਕਿਵੇਂ ਹੋ ਸਕਦਾ। ਜਿੱਥੇ ਧੜਾ ਵਿਦੇਸ਼ੀ ਸਟੂਡੈਂਟਾਂ ਦੀਆਂ, ਵਿਦੇਸ਼ੀ ਲੋਕਾਂ ਦੀਆਂ ਮੌਤਾਂ ਹੋ ਰਹੀਆਂ, ਉਹ ਕਿਸੇ ਲਈ ਸਵਰਗ ਕਿਵੇਂ ਹੋ ਸਕਦਾ। ਸਾਡੇ ਲਈ ਤਾਂ ਬਿਲਕੁਲ ਨਰਕ ਬਣ ਗਈ। ਤੇ ਜਿਨ੍ਹਾਂ ਦੇ ਹੋਰ ਵੀ ਬੱਚੇ ਮਰੇ ਨੇ ਉਹਨਾਂ ਦੇ ਲਈ ਵੀ ਨਰਕ ਆ, ਤੇ ਜਿਨ੍ਹਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਉਹਨਾਂ ਦੇ ਬੱਚੇ ਉੱਥੇ ਤੜਫ ਰਹੇ ਨੇ, ਤੇ ਮਾਤਾ ਪਿਤਾ ਭੈਣ ਭਾਈ ਇੱਥੇ ਤੜਫ ਰਹੇ ਨੇ। ਉਹਨਾਂ ਲਈ ਉਹ ਕਿਵੇਂ ਉਹ ਆਪਦੀ ਕਿਵੇਂ ਜ਼ਬਾਨ ਤੋਂ ਕਹਿ ਦੇਣ ਵੀ ਸਵਰਗ ਆ, ਉਹ ਹੈਵਨ ਆ। ਨਹੀਂ, ਕਿਹਾ ਹੀ ਨਹੀਂ ਜਾ ਸਕਦਾ। ਇਹ ਤਾਂ ਆਇਆ ਵੀ ਤੁਸੀਂ ਖੁਦ ਨੂੰ ਝੂਠ ਬੋਲ ਰਹੇ ਹੋ ਤੇ ਬਾਕੀ ਸਮਾਜ ਨੂੰ ਵੀ ਝੂਠ ਬੋਲ ਰਹੇ ਹੋ। ਕਿ ਇੱਕ ਘਰ ਪਾਉਣ ਦੀ ਤੇ ਇੱਕ ਜ਼ਮੀਨ ਜਿਹੜੀ ਗਹਿਣੇ ਕਰੀ ਵੀ ਹੈ, ਮੇਰੇ ਡੈਡੀ ਨੇ 1-2 ਕਿੱਲੇ ਹੋਰ ਵੀ ਗਹਿਣੇ ਆ ਹਜੇ ਸਾਡੀ, ਤੇ ਵੀ ਉਹ ਜ਼ਮੀਨ ਨੂੰ ਗਹਿਣੇ ਛਡਾਉਣ ਦਾ ਵੀ ਕਾਫੀ ਉਹਦੇ ਤੇ ਸੀਗਾ ਵੀ ਛੇਤੀ ਛਡਵਾ ਲਈਏ ਬਸ ਅਸੀਂ ਗਹਿਣੇ। ਤੇ ਇਹ ਮੈਨੂੰ ਤਾਂ ਲੱਗਦਾ ਵੀ ਇਹਨੂੰ ਇਹਦੀ ਦਲੇਰੀ ਹੀ ਲੈ ਕੇ ਬਹਿ ਗਈ। ਜੇ ਪਹਿਲਾਂ ਕਿਸੇ ਨੂੰ ਕਹਿ ਦਿੰਦੀ ਮੈਂ ਬਿਮਾਰ ਆ, ਮੈਨੂੰ ਤਾਂ ਸਾਹ ਨਹੀਂ ਆਉਂਦਾ। ਤੁਹਾਨੂੰ ਦੱਸਿਆ ਤੱਕ ਨਹੀਂ ਦੱਸਿਆ। 4 ਮਹੀਨੇ ਦੀ ਪੜ੍ਹਾਈ ਰਹਿ ਗਈ ਹੁਣ ਤਾਂ ਬਸ, ਵੀ ਹੁਣ ਸਭ ਕੁਝ ਠੀਕ ਹੋ ਜਾਊਗਾ, ਆਪਾਂ ਛੇਤੀ ਘਰ ਪਾ ਕੇ ਜ਼ਮੀਨ ਛਡਾ ਲੈਣੀ। ਉਹਦੇ ਸੁਪਨੇ ਉਹਦੇ ਨਾਲ ਹੀ ਚਲੇ ਗਏ, ਕਿਉਂਕਿ ਮੇਰੇ ਤਾਂ ਕੋਈ ਬਾਲੇ ਵੱਡੇ ਐਵੇਂ ਸੁਪਨੇ ਨਹੀਂ ਸੀ ਵੀ ਘਰ ਪਾਉਣਾ ਸੀ, ਐਂ ਕਰਨਾ। ਹੌਸਲਾ ਤਾਂ ਦੇਖੋ ਰੱਖਣਾ ਹੀ ਪੈਂਦਾ ਗਾ, ਆਪਦੇ ਆਪ ਨੂੰ ਸਮਝਾ ਕੇ ਰੱਖਣਾ ਪੈਂਦਾ ਗਾ ਵੀ ਸਾਰਾ ਕੁਝ ਹੁਣ ਤੂੰ ਦੇਖਣਾ ਗਾ, ਸੋਚਣਾ ਸਮਝਣਾ ਸਾਰਾ ਕੁਝ ਕਰਨਾ। ਮੈਂ ਜਿਹੜੇ ਅਸੀਂ ਦੋਨਾਂ ਭੈਣਾਂ ਨੇ ਪਲਾਨ ਬਣਾਇਆ ਸੀ ਵੀ ਤੂੰ ਆਹ ਜ਼ਿੰਮੇਵਾਰੀ ਸਾਂਭੀ, ਮੈਂ ਆਹ ਜ਼ਿੰਮੇਵਾਰੀ ਸਾਂਭੂੰਗੀ, ਉਹ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਤੇ ਆ ਗਈਆਂ। ਬਿਲਕੁਲ ਇਹ ਗਲਤੀ ਹੋਈ ਆ, ਕਿਉਂਕਿ ਜਿਹੜੀ ਬਾਹਰੀ ਚਕਾਚੌਂਧ ਦਿਖਾਈ ਗਈ ਆਪਾਂ ਨੂੰ, ਜਦੋਂ ਵੱਡੀਆਂ ਗੱਡੀਆਂ ਦੇ ਵਿੱਚੋਂ ਸੋਨੇ ਦੀਆਂ ਚੈਨੀਆਂ ਪਾ ਕੇ ਉਤਰਦੇ ਆ ਉਹ ਲੋਕ, ਉਦੋਂ ਉਸ ਤਰੀਕੇ ਉਹ ਇੱਕ ਨਕਲੀ ਸੁਪਨੇ ਦਿਖਾਏ ਜਾਂਦੇ ਆ। ਉਹੀ ਸੁਪਨਿਆਂ ਦੇ ਵਿੱਚ ਮੇਰੀ ਜਿਹੜੀ ਧੀ ਸੀ ਮਨਪ੍ਰੀਤ, ਉਹਦੇ ਵਿੱਚ ਗੁੰਮਰਾਹ ਹੋ ਗਈ ਉਹ। ਜਦੋਂ ਤੁਹਾਡੇ 24 ਘੰਟੇ ਇੱਕ ਚੀਜ਼ ਚੱਲੂਗੀ ਹੈ ਨਾ, ਇਹੀ ਗੱਲ ਚੱਲੂਗੀ ਉਹਨਾਂ ਦਾ ਮੁੰਡਾ ਬਾਹਰ ਗਿਆ, ਬਾਹਰ ਤਾਂ ਇੰਨੇ ਪੈਸੇ ਆ, ਉਹਨਾਂ ਦਾ ਕੁੜੀ ਬਾਹਰ ਗਈ, ਉਹਨੇ ਇੰਨਾ ਭੇਜਦਾ, ਇੰਨੀ ਤਨਖਾਹ ਮਹੀਨੇ ਦਾ 50,000 ਰੁਪਇਆ ਕਮਾਉਂਦਾ, ਉਹ ਤਾਂ ਇੱਥੇ ਕੌਣ ਕਮਾਉਂਦਾ 50,000 ਰੁਪਇਆ। ਮਤਲਬ ਇਹ ਜਿਹੜੀਆਂ ਬਾਰ-ਬਾਰ ਇਹ ਗੱਲਾਂ ਰਿਪੀਟ ਹੁੰਦੀਆਂ ਸਾਡੇ ਸਮਾਜ ਦੇ ਵਿੱਚ, ਆਲੇ ਦੁਆਲੇ ਸਾਡੇ, ਮੇਰੇ ਵੀ ਹੁੰਦੀਆਂ ਸੀ, ਉਹਦੇ ਵੀ ਹੁੰਦੀਆਂ ਸੀ, ਵੀ ਮੈਂ ਉਹਨੂੰ ਮਨਾ ਨਹੀਂ ਕੀਤਾ ਬਾਹਰ ਜਾਣ ਤੋਂ, ਮੈਂ ਵੀ ਕਰ ਸਕਦੀ ਸੀ, ਕਿਉਂਕਿ ਉਹ ਗੱਲਾਂ ਮੇਰੇ ਦਿਮਾਗ 'ਚ ਵੀ ਆਈਆਂ ਵੀ ਹਾਂ ਠੀਕ ਆ ਵੀ ਇੰਨੀ ਕਮਾਈ ਆ ਉੱਥੇ ਤਾਂ ਹੈ ਨਾ, ਐਵੇਂ ਹੋ ਜਾਂਦਾ ਗਾ ਵੀ ਚਲੋ ਮੈਂ ਨਹੀਂ ਜਾ ਸਕਦੀ, ਵੀ ਤੋਂ ਕੰਮ ਵੀ ਨਹੀਂ ਹੋਣਾ ਬਾਹਰ ਜਾ ਕੇ, ਉਹ ਤਾਂ ਕਰ ਸਕਦੀ ਆ। ਇੱਕ ਛੋਟੀ ਜਿਹੀ ਜਿੰਦ ਕੱਲੀ ਆ ਜਿਹੜੀ ਆਪਦੀ ਮਤਲਬ ਕਿ ਟੈਨਸ਼ਨਾਂ ਵੀ ਕਿਸੇ ਨਾਲ ਵੰਡ ਨਹੀਂ ਸਕਦੀ, ਉਹਦੇ ਭੈਣ ਭਾਈ ਨਾਲ ਲੜ ਵੀ ਨਹੀਂ ਸਕਦੀ। ਇੱਥੇ ਤਾਂ ਗੁੱਸਾ ਆਉਂਦਾ ਆਪਾਂ ਕੱਢ ਦਿੰਦੇ ਹਾਂ ਨਾ, ਇੱਕ ਦੂਜੇ ਨਾਲ ਲੜ ਪੈਂਦੇ ਆਂਗੇ, ਫਿਰ ਉਹੋ ਜਿਹੇ ਹੋ ਜਾਂਦੇ ਆ, ਸਾਰੀਆਂ ਗੱਲਾਂ ਤੁਹਾਡੇ ਅੰਦਰ ਰਹਿ ਜਾਂਦੀਆਂ ਨੇ। ਛੋਟੇ ਹੁੰਦੇ ਹੁੰਦੇ ਇੱਕ ਟਾਈਮ ਵੀ ਇਕੱਲਾ ਨਹੀਂ ਛੱਡਦੇ ਤੁਸੀਂ ਆਪਦੇ ਬੱਚੇ ਨੂੰ ਵੀ ਸੱਟ ਨਾ ਖਾ ਲੇ, ਉੱਥੇ ਜਾ ਕੇ ਉਹ ਇੰਨੀਆਂ ਸੱਟਾਂ ਖਾਂਦਾਗਾ, ਆਪਦੇ ਇਕੱਲੇ ਤੇ ਸਹਿੰਦਾ, ਤਾਂ ਮਾਂ ਪਿਓ ਦਾ ਜਿਗਰਾ ਕਿਵੇਂ ਹੋ ਜਾਂਦਾਗਾ ਬੱਚਿਆਂ ਨੂੰ ਭੇਜਣ ਦਾ। ਮੈਂ ਤਾਂ ਹੀ ਕਹਿੰਦੀ ਹਾਂ ਵੀਰੇ, ਬਸ ਬੱਚੇ ਉਧਰ ਨੂੰ ਜਾਣ ਨਾ, ਉਹ ਤਾਂ ਬੱਚਿਆਂ ਦੀ ਧਰਤੀ ਬੈਰੀ ਬਣ ਕੇ ਰਹਿੰਦੀ ਆ। ਮਤਰੇਈ ਮਾਂ ਹੋ ਕਿਉਂ ਬੱਚਿਆਂ ਦੀ ਸਪੋਰਟ ਨਹੀਂ ਕਰਦੀ, ਨਾ ਸਰਕਾਰ ਕਰਦੀ ਉੱਧਰਲੀ, ਨਾ ਧਰਤੀ ਕਰਦੀ ਆ। ਮੈਨੂੰ ਲੱਗਦਾ ਵੀ ਅਸੀਂ ਜਿਵੇਂ ਸਮਾਜ ਦੇ ਵਿੱਚ ਵਿਚਰੇ ਸੀ, ਇਨਕਲਾਬੀ ਪਰਿਵਾਰ ਦੇ ਵਿੱਚੋਂ ਸੀ, ਮਾਨਸਿਕ ਤੌਰ ਤੇ ਵੀ ਸਟਰੋਂਗ ਸੀ, ਸਮਾਜਿਕ ਤੌਰ ਤੇ ਵੀ ਅਸੀਂ ਹੈ ਨਾ ਮਤਲਬ ਕਿ ਜ਼ਿਆਦਾਤਰ ਜਾਣਦੇ ਸੀ ਸਮਾਜ ਨੂੰ, ਤੇ ਉਹ ਵੀ ਮੇਰੀ ਭੈਣ ਵੀ ਸਟਰੋਂਗ ਸੀ। ਜਦੋਂ ਉਹਦੇ ਨਾਲ ਇਹੋ ਜਿਹੀਆਂ ਚੀਜ਼ਾਂ ਵਾਪਰ ਸਕਦੀਆਂ, ਤੇ ਆਮ +2 ਕਰਕੇ ਜਾਣ ਵਾਲੀ ਜਿਹਨੇ ਬਾਹਰ ਅੰਦਰ ਸਮਾਜ ਦੇਖਿਆ ਹੀ ਨਹੀਂ ਹਲੇ, ਮੇਰੀ ਭੈਣ ਨੇ ਤਾਂ ਦੇਖਿਆ ਸੀ, ਸਮਝਿਆ ਸੀ, ਸੰਘਰਸ਼ਾਂ ਦੇ ਵਿੱਚ ਜਾਂਦੀ ਸੀ। ਜਿਹੜੇ ਬੱਚੇ ਨੇ ਬਿਲਕੁਲ ਹੀ ਸਮਾਜ ਨਹੀਂ ਦੇਖਿਆ, ਉਸ ਨੂੰ ਬਾਹਰ ਭੇਜਣਾ ਤੇ ਜਿੰਨੇ ਬਲਕਿ ਬਹੁਤ ਹੀ ਮੈਨੂੰ ਲੱਗਦਾ ਬੇਵਕੂਫੀ ਵਾਲਾ ਡਿਸੀਜਨ ਹੈ, ਬਿਲਕੁਲ ਬੇਵਕੂਫੀ ਕਰ ਰਿਹਾ। ਉਹ ਖੁਦ ਆਪਦੇ ਬੱਚੇ ਨੂੰ ਮੌਤ ਦੇ ਮੂੰਹ ਦੇ ਵਿੱਚ ਧੱਕ ਰਹੇ ਕਿ ਤੁਸੀਂ ਆਪਦੇ ਬੱਚੇ ਦੀ ਜ਼ਿੰਦਗੀ ਚਾਹੁੰਦੇ ਹੋ ਜਾਂ ਉਸ ਪੈਸੇ ਦੇ ਲਈ ਉਸ ਨੂੰ ਮੌਤ ਦੇ ਮੂੰਹ ਦੇ ਵਿੱਚ ਧੱਕਣਾ ਚਾਹੁੰਦੇ ਹੋ। ਮੇਰੇ ਡੈਡੀ ਤੇ ਮੰਮਾ ਨੂੰ ਬਹੁਤ ਸੁਣਨਾ ਪਿਆ ਇਸ ਦੇ ਲਈ ਵੀ ਇਹ 2 ਕੁੜੀਆਂ ਨੇ, ਇਹਨਾਂ ਦੇ 2 ਕੁੜੀਆਂ ਨੇ, ਬਹੁਤ ਮਤਲਬ ਇਹਨਾਂ ਨੇ ਜਿੰਨਾ ਸਾਡੇ ਲਈ ਸੰਘਰਸ਼ ਕਰਿਆ ਤੇ ਸਮਾਜ ਦੇ ਤਾਨੇ ਸਹੇ ਨੇ, ਉਹ ਹਮੇਸ਼ਾ ਸਾਡੇ ਦਿਮਾਗ 'ਚ ਰਹਿੰਦੇ ਸੀ ਵੀ ਅਸੀਂ ਇਹਨਾਂ ਦੀ ਜ਼ਿੰਦਗੀ ਕਿਵੇਂ ਆਧਾਰਨ ਕਿਵੇਂ ਸੈੱਟ ਕਰਨੀ ਆ, ਵੀ ਕੁੜੀਆਂ ਬੋਝ ਨਹੀਂ ਹੁੰਦੀਆਂ ਤੇ ਕੁੜੀਆਂ ਤਾਂ ਮਾਪਿਆਂ ਦਾ ਨਾਂ ਰੌਸ਼ਨ ਕਰ ਸਕਦੀਆਂ ਨੇ, ਵੀ ਬੋਝ ਨਹੀਂ ਹੁੰਦੀਆਂ, ਇਹਨਾਂ ਨੂੰ ਬੋਝ ਸਮਝ ਕੇ ਨਾ ਪਾਲੋ। ਜਿਵੇਂ ਮੇਰੇ ਪਿਓ ਨੇ ਮੇਰੀ ਮਾਂ ਨੇ ਸਾਨੂੰ ਪਾਲਿਆ, ਇਸ ਤਰੀਕੇ ਨਾਲ ਕੁੜੀਆਂ ਪਾਲਣ ਦਾ ਹੁੰਦੇ ਨੇ। ਤੇ ਮੇਰੇ ਡੈਡੀ ਜਦੋਂ ਵੀ ਸਪੀਚ ਦਿੰਦੇ ਸੀਗੇ ਜਾਂ ਬੋਲਦੇ ਧਰਨਿਆਂ ਦੇ ਵਿੱਚ, ਉਹਨਾਂ ਨੇ ਕਦੇ ਨਹੀਂ ਸੀ ਕਿਹਾ ਵੀ ਪੁੱਤਾਂ ਵਾਂਗੂ ਪਾਲੀ ਫਸਲ, ਇਹਨਾਂ ਨੇ ਕਦੇ ਵੀ ਇਹ ਸ਼ਬਦ ਦਾ ਇਸਤੇਮਾਲ ਹੀ ਨਹੀਂ ਕਰਿਆ ਵੀ ਪੁੱਤਾਂ ਵਾਂਗੂ ਪਾਲੀ ਫਸਲ, ਵੀ ਅੱਜ ਅਸੀਂ ਮੰਡੀਆਂ ਦੇ ਵਿੱਚ ਐਂ ਡੇਗ ਰਹੇ ਹਾਂ, ਸਿੱਟ ਰਹੇ ਹਾਂ, ਸਾਨੂੰ ਫਸਲ ਦਾ ਮੁੱਲ ਨਹੀਂ ਮਿਲਦਾ। ਹਮੇਸ਼ਾ ਹੀ ਇਹਨਾਂ ਨੇ ਐਂ ਕਹਿਣਾ ਸੀ ਬੱਚਿਆਂ ਵਾਂਗੂ ਪਾਲੀ ਫਸਲ। ਤਾਂ ਇਹਨਾਂ ਦੇ ਸ਼ਬਦਾਂ 'ਚੋਂ ਵੀ ਸਾਨੂੰ ਕਦੇ ਐਂ ਪਤਾ ਨਹੀਂ ਲੱਗਿਆ ਵੀ ਧੀਆਂ ਦੇ ਪੁੱਤਰਾਂ ਦੇ ਵਿੱਚ ਫਰਕ ਹੁੰਦਾ, ਕਿਉਂਕਿ ਉਹ ਸ਼ਬਦ ਹੀ ਉਹਨਾਂ ਨੇ ਕਦੇ ਇਹੋ ਜਿਹੇ ਵਰਤੇ ਹੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਘੈਂਟ ਪੰਜਾਬੀ। ਪਿਛਲੇ ਦਿਨੀ ਤੁਸੀਂ ਖਬਰ ਦੇਖੀ ਹੋਣੀ ਕਿ ਇੱਕ ਵਿਦਿਆਰਥਣ ਜਿਹੜੀ ਕੈਨੇਡਾ ਦੇ ਵਿੱਚ ਪੜ੍ਹਾਈ ਦੇ ਤੌਰ ਤੇ ਜਾਂਦੀ ਆ ਤੇ ਉਹਦੀ ਉੱਥੇ ਮੌਤ ਹੋ ਜਾਂਦੀ ਹੈ।
ਤੇ ਉਹ ਪਰਿਵਾਰ ਅੱਜ ਸਾਰਾ ਸਾਡੇ ਨਾਲ ਆ। ਇੱਧਰਲੇ ਪਾਸੇ ਬਾਈ ਕੇਵਲ ਸਿੰਘ ਹੋਰੀ ਤੇ ਇੱਧਰਲੇ ਪਾਸੇ ਭੈਣ ਸੁਮਨ ਹੋਰੀ ਤੇ ਉੱਧਰਲੇ ਪਾਸੇ ਉਹ ਭੈਣ ਹੋਰਾਂ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਨੇ। ਇਹ ਪਰਿਵਾਰ ਮੱਧ ਵਰਗੀ ਪਰਿਵਾਰ ਆ, ਜਿਹੜੇ ਪਰਿਵਾਰ ਨੇ ਆਪਣੀਆਂ ਧੀਆਂ ਨੂੰ ਪੁੱਤ ਸਮਝਿਆ। ਬਾਈ ਹੋਰਾਂ ਦੇ 2 ਧੀਆਂ ਸੀ ਤੇ 2 ਧੀਆਂ ਨੂੰ ਚੰਗੀ ਪੜ੍ਹਾਈ ਲਿਖਾਈ ਕਰਾਈ ਤੇ ਬਾਈ ਹੋਰੀ ਖੇਤੀ ਕਰਦੇ ਸੀ। ਸੋਚਿਆ ਸੀ ਕਿ ਸੁਨਹਿਰਾ ਭਵਿੱਖ ਬਣੂਗਾ, ਆਪਣੀ ਧੀ ਨੂੰ ਅਸੀਂ ਛੋਟੀ ਨੂੰ ਬਾਹਰ ਭੇਜਦੇ ਹਾਂ ਤੇ ਇੱਧਰਲੀ ਧੀ ਤਾਂ ਚਲੋ ਪੱਤਰਕਾਰੀ ਦੀ ਡਿਗਰੀ ਕਰਕੇ ਆਪਣੀ ਰੋਜ਼ੀ ਰੋਟੀ ਤੇ ਲੱਗੀ ਹੋਈ ਸੀ। ਉਮੀਦ ਇਹੀ ਸੀ ਕਿ ਛੋਟੀ ਕੁੜੀ ਨੂੰ ਅਸੀਂ ਕੈਨੇਡਾ ਭੇਜਾਂਗੇ, ਬਾਹਰ ਜਾਊਗੀ ਤਾਂ ਚਲੋ ਪਰਿਵਾਰ ਚੰਗਾ ਕਮਾ ਸਕੂਗਾ ਤੇ ਚੰਗੀ ਸਾਡੀ ਜ਼ਿੰਦਗੀ ਹੋ ਸਕੂਗੀ। ਆਸ ਵੀ ਇਹੀ ਸੀ। ਬਾਈ ਹੋਰੀ ਦੱਸਦੇ ਆ ਕਿ ਅਸੀਂ ਖੇਤੀਬਾੜੀ ਕਰਕੇ ਆਪਣੀ ਧੀ ਨੂੰ ਉੱਥੇ ਤੋਰਿਆ, ਪਰ ਉਤੋਂ 1 ਸਾਲ ਬਾਅਦ ਹੀ ਸਾਨੂੰ ਉਹ ਮੰਦਭਾਗੀ ਖਬਰ ਸੁਣਨ ਨੂੰ ਮਿਲਦੀ ਹੈ ਕਿ ਸਾਡੀ ਧੀ ਇਸ ਦੁਨੀਆ 'ਚ ਨਹੀਂ ਰਹੀ। ਕਿਉਂਕਿ ਜਿੱਥੇ ਸਾਡੇ ਅੱਜ ਵੀ ਮਾਪਿਆਂ ਦੇ ਵਿੱਚ ਇਹ ਦੌੜ ਆ ਕਿ ਕੈਨੇਡਾ ਦੇ ਵਿੱਚ ਇਹ ਆ ਜਾਂ ਬਾਹਰਲੀਆਂ ਮੁਲਕਾਂ ਦੇ ਵਿੱਚ ਇਹ ਆ, ਪਤਾ ਨਹੀਂ ਕੀ ਡਾਲਰ ਉੱਥੇ ਅਸੀਂ ਤੋੜ ਦਾਂਗੇ ਤਾਂ ਸਾਡੀ ਜ਼ਿੰਦਗੀ ਸੁਨਹਿਰੀ ਹੋ ਜੂ। ਇਹ ਪਰਿਵਾਰ ਅੱਜ ਵੀ ਇਹ ਕਹਿੰਦਾ ਕਿ ਅਸੀਂ ਆਪਣੀ ਧੀ ਨੂੰ ਇਹ ਸੁਨਹਿਰੇ ਭਵਿੱਖ ਕਰਕੇ ਤੋਰਿਆ ਸੀ, ਪਰ ਸਾਨੂੰ ਨਹੀਂ ਪਤਾ ਸੀ ਕਿ ਸਾਡੇ ਇਹੋ ਜਿਹੀ ਮੰਦਭਾਗੀ ਸਾਨੂੰ ਖਬਰ ਸੁਣਨ ਨੂੰ ਮਿਲੂਗੀ। ਬਾਈ ਹੋਰੀ ਭੈਣ ਹੋਰੀ ਇਹ ਗੱਲ ਵੀ ਦੱਸਦੇ ਆ ਕਿ ਲੋਕਾਂ ਲਈ ਉਹ ਚੀਜ਼ ਜੰਨਤ ਹੋਊਗੀ, ਪਰ ਸਾਡੇ ਲਈ ਤਾਂ ਉਹ ਮੁਲਕ ਨਰਕ ਬਣ ਗਿਆ। ਕੀ ਪਿੱਛੇ ਦੀ ਸਾਰੀ ਕਹਾਣੀਆਂ, ਕਿਵੇਂ ਪਰਿਵਾਰ ਨੇ ਮਿਹਨਤਾਂ ਮਜ਼ਦੂਰੀਆਂ ਕਰਕੇ ਆਪਣੀ ਧੀ ਨੂੰ ਕੈਨੇਡਾ ਤੋਰਿਆ ਸੀ, ਸੁਨਹਿਰੇ ਭਵਿੱਖ ਲਈ ਤੋਰਿਆ ਸੀ, ਤੇ ਅੱਜ ਇਹ ਪਰਿਵਾਰ ਕਹਿੰਦਾ ਕਿ ਉਹ ਸਾਡੀ ਗਲਤੀ ਸੀ ਆਪਣੀ ਧੀ ਨੂੰ ਉੱਥੇ ਭੇਜਣਾ। ਜੇ ਸ਼ਾਇਦ ਸਰਕਾਰਾਂ ਚੰਗੀਆਂ ਹੁੰਦੀਆਂ ਤਾਂ ਸਾਡੀ ਧੀ ਇੱਥੇ ਹੁੰਦੀ ਤੇ ਅੱਜ ਧੀ ਸਾਡੇ ਵਿੱਚ ਹੁੰਦੀ। ਇਹ ਪਰਿਵਾਰ ਦੀ ਕਹਾਣੀ ਅੱਜ ਤੁਹਾਨੂੰ ਦਿਖਾਵਾਂਗੇ। ਮੇਰੇ ਨਾਲ ਸਾਰਾ ਪਰਿਵਾਰ ਮੌਜੂਦ ਹੈ। ਇੱਧਰਲੇ ਪਾਸੇ ਭੈਣ ਹੋਰਾਂ ਦੇ ਫਾਦਰ ਸਾਹਿਬ, ਇੱਧਰਲੇ ਪਾਸੇ ਉਹਨਾਂ ਦੇ ਮਾਤਾ ਜੀ ਤੇ ਇਹ ਭੈਣ ਹੋਰਾਂ ਦੇ ਵੱਡੇ ਭੈਣ ਹੋਈ ਤੇ ਪਰਿਵਾਰ ਮੇਰੇ ਨਾਲ ਮੌਜੂਦ ਹੈ। ਬਾਈ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬਹੁਤ ਹਮਦਰਦੀ ਆ, ਹੈ ਨਾ, ਭੈਣ ਹੋਰੀ ਇਸ ਦੁਨੀਆ 'ਚ ਨਹੀਂ ਰਹੇ ਤੇ ਚਲੋ ਉਮੀਦਾਂ ਹੁੰਦੀਆਂ ਨੇ, ਹੈ ਨਾ, ਮਾਪਿਆਂ ਨੂੰ ਕਿ ਕੈਨੇਡਾ ਭੇਜਾਂਗੇ, ਇੱਥੇ ਸਰਕਾਰਾਂ ਨਹੀਂ ਚੰਗੀਆਂ ਤਾਂ ਸ਼ਾਇਦ ਉੱਥੇ ਜਾ ਕੇ ਭਵਿੱਖ ਬਣ ਜੂਗਾ। ਇਹ ਦਿਮਾਗ ਦੇ ਵਿੱਚ ਕਿਵੇਂ ਆਉਂਦਾ? ਇੱਕ ਗੱਲ ਖਾਸ ਇਹ ਵੀ ਹੈ ਕਿ ਤੁਸੀਂ ਆਪਣੀਆਂ ਧੀਆਂ ਨੂੰ ਪੁੱਤਾਂ ਵਾਂਗੂ ਪਾਲਿਆ ਸੀ, ਕਦੇ ਇਹ ਕਮੀ ਨਹੀਂ ਹੋਣ ਦਿੱਤੀ ਸੀ ਕਿ ਮੇਰੀਆਂ ਧੀਆਂ ਨੇ, 2 ਧੀਆਂ ਨੂੰ ਤੁਸੀਂ ਪੁੱਤਾਂ ਵਾਂਗੂ ਪਾਲਿਆ, ਪੜ੍ਹਾਇਆ, ਹੈ ਨਾ, ਚੰਗੀ ਪੜ੍ਹਾਈ ਲਿਖਾਈ ਕਰਾਈ। ਇਹ ਭੈਣ ਹੋਰਾਂ ਨੂੰ ਪੱਤਰਕਾਰੀ ਦੀ ਪੜ੍ਹਾਈ ਕਰਾਈ ਤੁਸੀਂ, ਤੇ ਇਹ ਕਿਵੇਂ ਜ਼ਹਿਨ 'ਚ ਆਉਂਦਾ ਕਿ ਧੀਆਂ ਨੂੰ ਪੁੱਤਾਂ ਵਾਂਗੂ ਬਣਾਉਣਾ ਗਾ ਮੈਂ ਤੇ ਪੁੱਤਾਂ ਵਾਂਗੂ ਹੀ ਮੇਰਾ ਨਾਂ ਰੌਸ਼ਨ ਕਰਨਗੇ? ਦੇਖੋ ਜੀ, ਪਹਿਲਾਂ ਤਾਂ ਜੇ ਆਪਾਂ ਦੇਖੀਏ ਤਾਂ ਸਾਡੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਦੱਸਿਆ ਕਿ ਧੀ ਤੇ ਪੁੱਤ ਦੇ ਵਿੱਚ ਫਰਕ ਨਹੀਂ ਰੱਖਣਾ। ਇਸ ਲਈ ਉਹਨਾਂ ਤੋਂ ਸੇਧ ਲੈਂਦੇ ਹੋਏ ਲਗਾਤਾਰ ਜਿੱਥੇ ਉਹਨਾਂ ਨੇ ਕਿਹਾ ਵੀ ਕਿਰਤ ਕਰਨੀ, ਵੰਡ ਸਕਣਾ ਤੇ ਨਾਮ ਜਪਣਾ, ਉਸੇ ਰਾਹ 'ਤੇ ਚੱਲਦੇ ਹੋਏ ਮੈਂ ਆਪਣੀਆਂ ਜਿਹੜੇ ਧੀਆਂ ਸੀ ਉਹਨਾਂ ਨੂੰ ਪੁੱਤਾਂ ਤੋਂ ਵੱਧ ਕੇ ਪਾਲਿਆ। ਕਹਿਣ ਤੋਂ ਭਾਵ ਵੀ ਪੁੱਤਾਂ ਵਿੱਚ ਮੈਂ ਹਜੇ ਵੀ ਫਰਕ ਨਹੀਂ ਮੰਨਦਾ। ਠੀਕ ਆ, ਪਰਮਾਤਮਾ ਨੂੰ ਜੋ ਭਾਉਂਦਾ ਹੁੰਦਾ। ਅੱਜ ਵੀ ਮੈਂ ਕਹਿਣਾ ਇਹ ਗੱਲ ਵੀ ਧੀਆਂ ਪੁੱਤਾਂ ਨਾਲੋਂ ਘੱਟ ਨਹੀਂ ਹੈਗੀਆਂ, ਕਿਉਂਕਿ ਮੇਰਾ ਪ੍ਰੈਕਟੀਕਲ ਤਜਰਬਾ ਇਸ ਗੱਲ ਦਾ ਕਿ ਮੇਰੀਆਂ ਧੀਆਂ ਪੁੱਤਾਂ ਤੋਂ ਵੱਧ ਕੇ ਹੀ ਰਹੀਆਂ ਤੇ ਹੁਣ ਵੀ ਵੱਧ ਕੇ ਆ। ਠੀਕ ਆ, ਉਹ ਬੱਚੀ ਸੀ, ਉਹ ਕਦੇ ਇੱਥੇ ਬਿਮਾਰ ਨਹੀਂ ਸੀ ਹੋਈ, ਉਹਨੂੰ ਖੁਦ ਇਹ ਪਤਾ ਨਹੀਂ ਲੱਗਿਆ ਵੀ ਮੈਂ ਬਿਮਾਰ ਹਾਂ। ਮੇਰੇ ਨਾਲ ਲਗਾਤਾਰ ਜਦੋਂ ਵੀ ਗੱਲ ਕਰਨੀ ਉਹਨੇ ਕਹਿਣਾ ਮੈਂ ਠੀਕ ਹਾਂ ਡੈਡੀ। ਇਸ ਕਰਕੇ ਇੱਕ ਇਹਦੇ ਪਿੱਛੇ ਕੌੜਾ ਸੱਚ ਵੀ ਹੈ। ਉਹ ਕੌੜਾ ਸੱਚ ਇਹ ਹੈ ਕਿ ਜਦੋਂ ਸਾਡੇ ਬੱਚੇ ਇੱਥੋਂ ਚਲੇ ਜਾਂਦੇ ਹੈਗੇ, ਉਹ ਵਿਦੇਸ਼ ਦੀ ਧਰਤੀ 'ਤੇ ਜਾ ਕੇ ਉਹ ਇੰਨਾ ਮਿਹਨਤ ਕਰਦੇ ਆ ਕਿ ਉਹ ਪਿੱਛੇ ਜਿਹੜਾ ਲੰਘਿਆ ਹੋਇਆ ਸਮਾਂ ਉਹਨੂੰ ਯਾਦ ਰੱਖਦੇ ਆ। ਕੁਛ ਬੱਚੇ ਹੁੰਦੇ ਆ ਵੀ ਜਿਹੜੇ ਘਰ ਦੇ ਵਿੱਚੋਂ ਐਸ਼ਪ੍ਰਸਤੀ ਦੇ ਵਿੱਚੋਂ ਗਏ ਹੁੰਦੇ ਆ, ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਮਾਂ ਪਿਓ ਨੇ ਸਾਨੂੰ ਕਿਸ ਤਰੀਕੇ ਤੋਰਿਆ ਹੈ। ਜਿਹੜੇ ਬੱਚੇ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਜਾਂਦੇ ਆ, ਉਹਨਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੁੰਦਾ ਕਿ ਸਾਡੇ ਪਿੱਛੇ ਜਿਹੜਾ ਪਰਿਵਾਰ ਹੈ ਉਹ ਕਿਸ ਤਰੀਕੇ ਦੀ ਜ਼ਿੰਦਗੀ ਬਤੀਤ ਕਰ ਰਿਹਾ, ਕਿਸ ਤਰੀਕੇ ਦੀਆਂ ਉਹਨਾਂ ਦੀਆਂ ਲੋੜਾਂ, ਕਿਸ ਤਰੀਕੇ ਸਾਡੀਆਂ ਲੋੜਾਂ ਨੂੰ ਉਹਨਾਂ ਨੇ ਪੂਰਾ ਕੀਤਾ। ਇਸ ਲਈ ਮੇਰੀ ਜਿਹੜੀ ਬੇਟੀ ਸੀ ਮਨਪ੍ਰੀਤ ਕੌਰ, ਉਹਨੂੰ ਇਸ ਬਾਰੇ ਚੰਗੀ ਤਰ੍ਹਾਂ ਪਤਾ ਸੀ। ਸ਼ਾਇਦ ਮੈਨੂੰ ਲੱਗਦਾ ਵੀ ਇਸ ਗੱਲ ਕਰਕੇ ਉਹ ਮੇਰੇ ਕੋਲੇ ਗੱਲ ਨਹੀਂ ਕਰ ਸਕੀ ਤੇ ਜਿਹੜਾ ਵੱਡਾ ਘਾਟਾ ਸਾਨੂੰ ਇਸ ਕਰਕੇ ਪਿਆ। ਅੱਛਾ ਭੈਣੇ, ਉਹ ਕੀ ਪਰਿਵਾਰ ਦੇ ਹਾਲਾਤ ਰਹਿੰਦੇ ਹੈਗੇ? ਜਿਵੇਂ ਤੁਸੀਂ ਦੱਸਦੇ ਹੋ ਕਿ ਜ਼ਮੀਨ ਵੀ ਥੋੜ੍ਹੀ ਜਿਹੀ ਵੇਚਣੀ ਪਈ, ਹੈ ਨਾ, ਤੇ ਉਹ ਕੀ ਕਹਾਣੀ ਰਹਿੰਦੀ ਹੈ? ਤੁਸੀਂ ਕਿਵੇਂ ਸੋਚਦੇ ਹੋ ਕਿ ਅਸੀਂ ਆਪਣੀ ਛੋਟੀ ਭੈਣ ਨੂੰ ਕੈਨੇਡਾ ਭੇਜਣਾ? ਤੁਸੀਂ ਇਹ ਗੱਲ ਵੀ ਦੱਸਦੇ ਹੋ ਕਿ ਮੈਂ ਨਹੀਂ ਗਈ ਕੈਨੇਡਾ, ਮੈਂ ਇੱਥੇ ਪੜ੍ਹਾਈ ਲਿਖਾਈ ਕਰ ਰਹੀ ਸੀ, ਯੂਨੀਵਰਸਿਟੀ, ਸਰਕਾਰੀ ਯੂਨੀਵਰਸਿਟੀ ਸੀ, ਉੱਥੇ ਕੁਛ ਜ਼ਿਆਦਾ ਖਰਚਾ ਨਹੀਂ ਸੀ। ਜੇ ਮੈਂ ਆਈਲੈਟਸ ਕਰ ਲੈਂਦੀ ਤਾਂ ਸ਼ਾਇਦ ਉਹਦਾ ਭਵਿੱਖ ਖਤਰੇ 'ਚ ਹੋਣਾ ਸੀ, ਉਹਨੂੰ ਨਹੀਂ ਪੜ੍ਹਾ ਲਿਖਾ ਪਾਉਣਾ ਸੀ, ਇਹ ਕਿਉਂਕਿ ਸਾਧਨ ਬਹੁਤ, ਹੈ ਨਾ, ਸੀਮਤ ਸੀਗੇ ਤੁਹਾਡੇ ਕੋਲ। ਇਹ ਮੈਂ ਇਹ ਸੋਚਿਆ ਉਸ ਟਾਈਮ ਮੈਂ ਆਈਲੈਟਸ ਕਰ ਸਕਦੀ ਸੀ, ਤੇ ਜੇਕਰ ਮੈਂ ਆਈਲੈਟਸ ਕਰ ਲੈਂਦੀ 20-25 ਲੱਖ ਰੁਪਈਆ ਲੱਗ ਜਾਂਦਾ ਮੇਰੇ ਤੇ ਇੱਕ ਟਾਈਮ ਤੇ ਇਸ ਤੋਂ ਬਾਅਦ ਕੀ ਪਤਾ ਮੈਨੂੰ ਉੱਥੇ ਵੀ ਲੋੜ ਪੈ ਸਕਦੀ ਸੀ, ਕਿਉਂਕਿ ਮੇਰੀ ਭੈਣ ਸਟਰੋਂਗ ਸੀ ਸਰੀਰਕ ਤੌਰ ਤੇ ਮੇਰੇ ਤੋਂ, ਉਹ ਵੱਧ ਕੰਮ ਕਰ ਸਕੀ। ਸ਼ਾਇਦ ਮੈਂ ਉਹਨਾਂ ਕੰਮ ਨਾ ਕਰ ਸਕਦੀ
ਤੇ ਜੇਕਰ ਮੈਂ ਇੰਨਾ ਪੈਸਾ ਲਵਾ ਕੇ ਵਗ ਜਾਂਦੀ ਤਾਂ ਉਹਦੀ ਰੋਟੀ ਦਾ ਔਖਾ ਹੋ ਜਾਂਦਾ, ਇੱਥੇ ਉਹਦੀ ਪੜ੍ਹਾਈ ਦਾ ਔਖਾ ਹੋ ਜਾਂਦਾ। ਮੈਨੂੰ ਤਾਂ ਸਰਕਾਰੀ ਯੂਨੀਵਰਸਿਟੀ ਐਡਮਿਸ਼ਨ ਮਿਲ ਗਈ, ਉੱਥੇ ਪੜ੍ਹ ਲਈ, ਇੰਨਾ ਖਰਚਾ ਨਹੀਂ ਹੁੰਦਾ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ, ਠੀਕ ਠਾਕ ਫੀਸ ਹੁੰਦੀ ਆਪਣੀ। ਤੇ ਜੇਕਰ ਮੈਂ ਇੰਨਾ ਪੈਸਾ ਪਹਿਲਾਂ ਹੀ ਲਵਾ ਦਿੰਦੀ ਤਾਂ ਉਹਦਾ ਭਵਿੱਖ ਬਿਲਕੁਲ ਖਤਰੇ ਦੇ ਵਿੱਚ ਆ ਜਾਂਦਾ। ਤਾਂ ਉਹ ਕਿਵੇਂ ਰੋਜੀ ਰੋਟੀ ਚਲਾਉਂਦੀ ਇੱਥੇ ਆਪਦੀ, ਤੇ ਉਹਦੇ ਵੱਡੇ ਸੁਪਨੇ ਸੀ, ਉਹਨੂੰ ਪੜ੍ਹਨਾ ਬਹੁਤ ਜ਼ਿਆਦਾ ਪਸੰਦ ਸੀ, ਕਿਉਂਕਿ ਇੱਥੇ ਵੀ ਪੜ੍ਹਾਈ ਦੇ ਵਿੱਚੋਂ ਹਮੇਸ਼ਾ ਹੀ ਉਹ ਫਸਟ ਆਉਂਦੀ ਸੀ। ਦੌੜ ਮਤਲਬ ਕਿ ਉਹਦੇ ਦਿਮਾਗ 'ਚ ਇੱਕ ਦੌੜ ਹੁੰਦੀ ਸੀ ਪੜ੍ਹਾਈ ਨੂੰ ਲੈ ਕੇ, ਵੀ ਮੈਂ ਹੀ ਫਸਟ ਆਵਾਂ। ਹੁੰਦਾ ਨਾ ਛੋਟੇ ਬੱਚੇ ਦੇ ਵਿੱਚ ਵੀ ਮੈਂ ਹੀ ਫਸਟ ਆਵਾਂ। ਜੇਕਰ ਗੁਰਦੁਆਰੇ ਜਾਂ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕੰਪੀਟੀਸ਼ਨ ਹੁੰਦਾ, ਜਾਂ ਗੁਰਬਾਣੀ ਨੂੰ ਲੈ ਕੇ ਹੁੰਦਾ, ਗੱਤਕੇ ਨੂੰ ਲੈ ਕੇ ਹੁੰਦਾ, ਡਰਾਇੰਗ ਨੂੰ ਲੈ ਕੇ ਹੁੰਦਾ, ਤਾਂ ਉਹਦੇ ਵਿੱਚ ਹਰੇਕ ਕੰਪੀਟੀਸ਼ਨ 'ਚ ਉਹਨੂੰ ਐਂ ਹੁੰਦਾ ਸੀ ਮੈਂ ਫਸਟ ਆਵਾਂ, ਮੈਂ ਫਸਟ ਆਵਾਂ। ਉੱਥੇ ਵੀ ਪੜ੍ਹਾਈ ਦੇ ਵਿੱਚ ਜਦੋਂ ਡਿਬੇਟ ਵਗੈਰਾ ਜਾਣ ਸਾਰੀ ਹੁੰਦੀਆਂ ਨੇ, ਉੱਧਰ ਤਾਂ ਮਤਲਬ ਉੱਧਰ ਦਾ ਕਲਚਰ ਹੋਰ ਆ ਪੜ੍ਹਾਈ ਦਾ, ਤਾਂ ਉੱਥੇ ਵੀ ਉਹਨੇ ਅੱਵਲ ਆਈ, ਮੈਨੂੰ ਦਿਖਾਈ ਵੀ ਅੱਜ ਮੈਨੂੰ ਮੇਰੇ ਨਾਮ ਦਾ ਪੈਨ ਮਿਲਿਆ, ਅੱਜ ਮੈਨੂੰ ਕੱਪ ਮਿਲਿਆ, ਦੇਖ ਵੀ ਹੈ ਨਾ ਪਾਣੀ ਪੀਣ ਵਾਲਾ ਕੱਪ ਹੈ ਉਹ ਗਰਮ ਜਾ, ਤੇ ਮਤਲਬ ਦਿਖਾਉਂਦੀ ਰਹਿੰਦੀ ਸੀ ਵੀ ਅੱਜ ਮੈਨੂੰ ਆਹ ਮਿਲਿਆਗਾ। ਅੱਛਾ, ਇਹ ਭੈਣੇ ਤੁਸੀਂ ਸੋਚਦੇ ਕਿਵੇਂ ਹੋ ਕਿ ਛੋਟੀ ਭੈਣ ਨੂੰ ਬਾਹਰ ਭੇਜੀਏ? ਇਹ ਕਾਰਨ ਕੀ ਬਣਦਾ, ਇਹ ਸਾਰੀ ਸਥਿਤੀ ਕੀ ਬਣਦੀ ਹੈ ਜਦੋਂ ਤੁਸੀਂ ਆਪਸ ਵਿੱਚ ਪਰਿਵਾਰ 'ਚ ਸਲਾਹ ਕਰਦੇ ਹੋ? ਇਹ ਮਾਹੌਲ ਕੀ ਬਣਦਾ? ਪਹਿਲਾਂ ਤਾਂ ਉਹਨੇ ਵੀ ਇੱਥੇ ਐਡਮਿਸ਼ਨ ਕਰਵਾਈ ਸੀ ਸੀਯੂ ਦੇ ਵਿੱਚ, ਤੇ ਉੱਥੋਂ ਦੀ ਫੀਸ ਦੇਖ ਕੇ ਉਹ ਕਹਿੰਦੀ ਵੀ ਖਰਚਾ ਤਾਂ ਸੇਮ ਹੀ ਆਉਂਦਾ, ਪਰ ਇੱਥੇ ਮੈਨੂੰ ਲੱਗਦਾ ਨਹੀਂ ਮੈਂ ਉਹਨੇ ਕਮਾ ਸਕੂੰਗੀ, ਨਾਲ ਨਾਲ ਤਾਂ ਕਮਾਈ ਹੁਣ ਨਹੀਂ, ਬਾਅਦ ਵਿੱਚ ਵੀ ਨਹੀਂ ਲੱਗਦਾ ਵੀ ਇੰਨੇ ਕਮਾ ਸਕੂੰਗੀ। ਜੇ ਮੈਂ ਉਹਨੇ ਪੈਸੇ ਖਰਚ ਕਰਕੇ ਕੈਨੇਡਾ ਗਈ ਤਾਂ ਮੈਂ ਕਮ ਸੇ ਕਮ ਆਪਦੀ ਫੀਸ ਜੋਗਰੇ ਵੀ ਕੱਢ ਸਕੂੰਗੀ, ਤੇ ਪਿੱਛੇ ਵੀ ਦੇ ਸਕੂੰਗੀ ਪੈਸੇ ਬਾਅਦ ਦੇ ਵਿੱਚੋਂ ਪੜ੍ਹਾਈ ਪੂਰੀ ਕਰਕੇ। ਉਸਨੂੰ ਐਵੇਂ ਸੀਗਾ, ਤੇ ਉੱਧਰ ਉਹਨੂੰ ਐਂ ਸੀ ਪੁਲਿਸ ਅਕੈਡਮੀ ਦੇ ਵਿੱਚ ਵਗ ਜੂੰਗੀ, ਇੱਧਰ ਤਾਂ ਵੀ ਨੌਕਰੀਆਂ ਹੈ ਨਹੀਂ ਗੀਆਂ ਤੇ ਮਿਲਦੀਆਂ ਹੀ ਨਹੀਂ ਹੈਗੀਆਂ, ਕਿੰਨੀ ਮਰਜ਼ੀ ਪੜ੍ਹਾਈ ਕਰੋ। ਉੱਧਰ ਉਹਨੂੰ ਸੀ ਵੀ ਜਿਹੜੀ ਹੁਣ ਪੜ੍ਹਾਈ ਰੱਖੀ ਹੈ ਕਰਨ ਤੋਂ ਬਾਅਦ ਪੈਸੇ ਜੋੜ ਕੇ ਪੁਲਿਸ ਅਕੈਡਮੀ ਦੇ ਵਿੱਚ ਵਗ ਜੂੰਗੀ, ਉੱਧਰ ਮੈਂ ਵਧੀਆ ਨੌਕਰੀ ਕਰ ਲੂੰਗੀ। ਉਹਦੇ ਸੁਪਨੇ ਵੱਡੇ ਸੀਗੇ। ਅੱਛਾ, ਜਿਵੇਂ ਆਪਾਂ ਦੱਸਦੇ ਹਾਂ ਨਾ, ਆਪਾਂ ਮੱਧਵਰਗੀ ਪਰਿਵਾਰਾਂ 'ਚੋਂ ਹਾਂ ਕਿ ਇੱਕ ਅਸੀਂ ਆਪਣੀ ਜ਼ਮੀਨ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੁੰਦੇ ਹਾਂ। ਤੁਹਾਡੇ ਪਰਿਵਾਰ ਨੇ ਜਿਵੇਂ ਬਾਈ ਹੋਰਾਂ ਨੂੰ ਮੈਂ ਪਹਿਲਾਂ ਆਖਿਆ ਕਿ ਤੁਸੀਂ ਆਪਣੀਆਂ ਬੇਟੀਆਂ ਨੂੰ ਬੇਟੀਆਂ ਨਹੀਂ ਆਪਣੇ ਪੁੱਤਾਂ ਵਾਂਗੂ ਸਮਝਿਆ ਹੈ ਨਾ, ਉਹਨੂੰ ਖੁੱਲ੍ਹਾ ਅਸਮਾਨ ਦਿੱਤਾ ਕਿ ਤੁਸੀਂ ਕਿਤੇ ਵੀ ਜਾ ਸਕਦੇ, ਤੁਸੀਂ ਯੂਨੀਵਰਸਿਟੀ ਪੜ੍ਹੇ ਹੈ ਨਾ, ਤੁਹਾਨੂੰ ਯੂਨੀਵਰਸਿਟੀ ਪੜ੍ਹਨ ਲਈ ਭੇਜਿਆ ਅਤੇ ਉਹਨੂੰ ਕੈਨੇਡਾ ਭੇਜਿਆ, ਅਤੇ ਇੱਕ ਜ਼ਮੀਨ ਸੀ ਜਿਹਦੇ ਕਰਕੇ ਤੁਸੀਂ ਉਹ ਵੇਚੀ ਅਤੇ ਆਪਣੀ ਧੀ ਨੂੰ ਉੱਥੇ ਭੇਜਿਆ, ਪਰ ਉਹ ਸੁਪਨੇ ਸਾਰੇ ਚਕਨਾਚੂਰ ਹੋ ਗਏ। ਬਿਲਕੁਲ ਚਕਨਾਚੂਰ ਹੋ ਗਏ। ਜ਼ਮੀਨ ਨਾਲ ਪਿਆਰ ਹੁੰਦਾ ਹੀ ਆਪਣਾ, ਉਹਦਾ ਵੀ ਬਹੁਤ ਪਿਆਰ ਸੀ। ਜਦੋਂ ਕਿਸਾਨੀ ਘੋਲ ਹੋਇਆ, ਅਸੀਂ ਦੋਨੋਂ ਭੈਣਾਂ ਨੇ ਐਵੇਂ ਕਹਿਣਾ ਵੀ ਉਹ ਕਹਿੰਦੇ ਵੀ ਖੇਤਾਂ ਦੇ ਪੁੱਤ ਜਾ ਰਹੇ ਨੇ ਲੜਨ, ਖੇਤਾਂ ਨੂੰ ਬਚਾਉਣ ਦੇ ਲਈ। ਤਾਂ ਫਿਰ ਅਸੀਂ ਦੋਨਾਂ ਭੈਣਾਂ ਨੇ ਇਹ ਨਾਅਰਾ ਉਦੋਂ ਦਿੱਤਾ ਸੀ ਜਾਂ ਲਾਇਆ ਸੀ ਵੀ ਖੇਤਾਂ ਦੇ ਪੁੱਤ ਨਹੀਂ ਹੁੰਦੇ, ਖੇਤਾਂ ਦੀਆਂ ਧੀਆਂ ਵੀ ਹੁੰਦੀਆਂ ਨੇ ਜਿਹੜੀਆਂ ਖੇਤਾਂ ਨੂੰ ਬਚਾਉਣ ਦੇ ਲਈ ਸੰਘਰਸ਼ ਕਰ ਸਕਦੀਆਂ ਨੇ ਅੱਗੇ ਆ ਕੇ। ਉਦੋਂ ਅਸੀਂ ਇਹ ਨਾਅਰਾ ਦਿੱਤਾ, ਉਦੋਂ ਅਖਬਾਰਾਂ ਦੇ ਵਿੱਚ ਵੀ ਸਾਡੀ ਇਹ ਗੱਲ ਗਈ ਵੀ ਖੇਤਾਂ ਦੇ ਪੁੱਤ ਨਹੀਂ ਹੁੰਦੇ, ਖੇਤਾਂ ਦੀਆਂ ਧੀਆਂ ਵੀ ਹੁੰਦੀਆਂ ਨੇ। ਖੇਤਾਂ ਦੇ ਨਾਲ ਤਾਂ ਉਹਨੂੰ ਬਹੁਤ ਪਿਆਰ ਸੀਗਾ, ਟਰੈਕਟਰਾਂ ਦੇ ਨਾਲ। ਉੱਥੇ ਵੀ ਮਤਲਬ ਉਹਦੇ ਕੰਮ ਰੂਮ ਦੇ ਵਿੱਚ ਜਿਹੜੇ ਖਿਡੌਣੇ ਸੀਗੇ, ਮਤਲਬ ਉਹਨੂੰ ਸ਼ੌਂਕ ਸੀ ਤਾਂ ਉਹ ਟਰੈਕਟਰ ਟਰਾਲੀਆਂ ਸੀਗੇ। ਜਦੋਂ ਉਹਦੇ ਰੂਮਮੇਟਸ ਨੇ ਉਹਦੇ ਸਮਾਨ ਹੈ ਨਾ ਪੈਕ ਕੀਤਾ ਸਾਰਾ, ਸਾਨੂੰ ਫੋਟੋਆਂ ਭੇਜੀਆਂ, ਉਹਦੇ ਵਿੱਚ ਵੀ ਟਰੈਕਟਰ ਟਰਾਲੀਆਂ ਸੀਗੇ। ਮਤਲਬ ਉਹਨੂੰ ਜ਼ਮੀਨ ਦੇ ਨਾਲ ਤਾਂ ਬਹੁਤ ਪਿਆਰ ਸੀ, ਜਿਹੜੀ ਸਾਨੂੰ ਉਹਨੂੰ ਭੇਜਣ ਦੇ ਲਈ ਵੇਚਣੀ ਪਈ। ਅੱਛਾ, ਉਹ ਤੁਸੀਂ ਵੇਚ ਕੇ ਹੀ ਭੇਜਿਆ ਭੈਣ ਹੋਰ? ਜੀ। ਤੇ ਫਿਰ ਮੈਂ ਮਾਤਾ ਜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਹੈ ਨਾ, ਤੁਸੀਂ ਮੈਨੂੰ ਦੱਸਦੇ ਸੀ ਕਿ ਉਹ ਧੀ ਨੂੰ ਤਾਂ ਮੈਂ ਕਦੇ ਧੀ ਨਹੀਂ ਸਮਝਿਆ, ਇਹਨੂੰ ਵੀ ਨਹੀਂ ਸਮਝਿਆ ਸੀ ਹੈ ਨਾ। ਸਾਨੂੰ ਇਹ ਸੀਗਾ ਜੇ ਪੁੱਤ ਹੁੰਦਾ ਤਾਂ ਚਲੋ ਉਹਨੂੰ ਵੀ ਅਸੀਂ ਜ਼ਮੀਨ ਦਾ ਹਿੱਸਾ ਦੇਣਾ ਹੀ ਸੀਗਾ। ਸਾਨੂੰ ਇਹ ਸੀ ਕਿ ਇਹਨਾਂ ਦੀ ਜ਼ਿੰਦਗੀ ਬਣਾਉਣ ਲਈ ਅਸੀਂ ਉਹ ਜ਼ਮੀਨ ਇਹਨਾਂ 'ਤੇ ਲਾ ਦਈਏ ਹੈ ਨਾ, ਇਹਨਾਂ ਦੀ ਜ਼ਿੰਦਗੀ ਚੰਗੀ ਬਣ ਜਾਊਗੀ। ਅਤੇ ਫਿਰ ਤੁਸੀਂ ਆਸਾਂ ਉਮੀਦਾਂ ਤਾਂ ਬਹੁਤ ਲਾ ਕੇ ਭੇਜਿਆ ਹੋਊਗਾ, ਜਦੋਂ ਫਿਰ ਇਹ ਇਹੋ ਜਿਹਾ ਸੁਨੇਹਾ ਆਉਂਦਾ ਉਦੋਂ ਕਿਵੇਂ ਲੱਗਦਾ? ਤੁਸੀਂ ਕਹਿੰਦੇ ਹੋ ਕਿ ਘਾਟਾ ਬਹੁਤ ਆ, ਹਨੇਰਾ ਸਾਰੇ ਪਾਸੇ ਦੇਖਣ ਲੱਗ ਗਿਆ ਹੈ ਨਾ, ਨਾ ਧੀ ਰਹੀ ਨਾ ਜ਼ਮੀਨ ਰਹੀ ਅਤੇ ਨਾ ਉਹ ਚੰਗੀ ਜ਼ਿੰਦਗੀ ਬਣ ਪਈ। ਮੈਂ ਜ਼ਮੀਨ ਦਾ ਪਿਆਰ ਐਂ ਨਹੀਂ ਸੀ ਕੀਤਾ ਵੀ ਮੇਰੇ ਪੁੱਤ ਨੇ ਵੀ ਇਹਨਾਂ ਤੇ ਲਾਉਣੀ ਹੈ, ਜੋ ਚੀਜ਼ ਆ ਮੈਂ ਇਹਨਾਂ ਨੂੰ ਹੀ ਦੇਣੀ ਆ। ਹੁਣ ਮੈਨੂੰ ਹਨੇਰਾ ਹੀ ਦਿਸ ਰਿਹਾ, ਮੈਨੂੰ ਕੁਛ ਨਹੀਂ ਦਿਸ ਰਿਹਾ। ਮੈਂ ਕੋਈ ਐਂ ਆਪਦੀ ਜ਼ਿੰਦਗੀ ਨਾਲ ਪਿਆਰ ਨਹੀਂ ਰੱਖਿਆ। ਮੈਂ ਧੰਦਾ ਬਹੁਤ ਕੀਤਾ ਇਹਨਾਂ ਦੀ ਮਾਰੀ ਨੇ, ਪਰ ਪੜ੍ਹਾਈਆਂ ਲਿਖਾਈਆਂ ਬਹੁਤ ਔਖ ਨਹੀਂ ਪੜ੍ਹਾਈਆਂ ਨੇ। ਮੈਂ ਕੋਈ ਐਂ ਸੁੱਖ ਦਾ ਟਾਈਮ ਦੇਖਿਆ ਨਹੀਂ। ਹੁਣ ਮੇਰੇ ਤੇ ਸੁੱਖ ਦਾ ਸਮਾਂ ਆਉਣਾ ਸੀ, ਹੁਣ ਮਹਾਰਾਜ ਨੇ ਖੋਲਿਆ। ਹੁਣ ਮਹਾਰਾਜ ਨੂੰ ਖਬਰ ਕੀ ਭਾਣਾ ਚੰਗਾ ਲੱਗਿਆ ਵੀ ਮੈਂ ਇਹਨੂੰ ਲੈ ਜਾ। ਇੰਨੀ ਸੋਹਣੀ ਸੁਨੱਖੀ ਸਿਆਣੀ, ਕੰਮ ਧੰਦਾ ਜਾਣਦੀ, ਰਹਿਮ ਕਰਦੀ ਹਰ ਇੱਕ ਦਾ, ਗੁਰੂ ਨਾਲ ਵੀ ਪਿਆਰ ਰੱਖਦੀ, ਸਾਡੇ ਨਾਲ ਵੀ ਰੱਖਦੀ। ਅੱਛਾ, ਜਦੋਂ ਭੈਣ ਹੋਰਾਂ ਨੇ ਇੱਥੋਂ ਜਾਣਾ ਸੀ ਤਾਂ ਉਦੋਂ ਹਰ ਕੋਈ ਬੰਦਾ ਸੁਪਨੇ ਸਜਾਉਂਦਾ ਹੁੰਦਾ ਹੈ ਨਾ, ਅਸੀਂ ਇਹ ਕਰਾਂਗੇ, ਅਸੀਂ ਇਹ ਕਰਾਂਗੇ ਭੈਣੇ। ਅਤੇ ਫਿਰ ਉਹਦੇ ਵੀ ਭੈਣ ਹੋਰਾਂ ਦੇ ਸੁਪਨੇ ਹੋਣਗੇ ਜਿਹੜੇ ਤੁਹਾਨੂੰ ਦੱਸ ਕੇ ਜਾਂਦੀ ਹੈ ਕਿ ਮੈਂ ਬਾਹਰ ਜਾਊਂਗੀ, ਤੁਹਾਨੂੰ ਇਸ ਤਰੀਕੇ ਦੀ ਜ਼ਿੰਦਗੀ, ਇੱਕ ਚੰਗੀ ਜ਼ਿੰਦਗੀ ਦੇਵਾਂਗੀ ਹੈ ਨਾ, ਤੁਹਾਡਾ ਪੁੱਤ ਬਣ ਕੇ ਤੁਹਾਨੂੰ ਪੁੱਤਾਂ ਤੋਂ ਵੀ ਵਧੇਰੇ ਬਣ ਕੇ ਤੁਹਾਨੂੰ ਵੀ ਵੱਧ ਸੀ। ਉਹ ਪੁੱਤ ਤਾਂ ਹਲੇ ਕਿਤੇ ਕਮੀ ਵੀ ਕਰ ਜਾਂਦੇ ਨੇ ਮਾਂ ਪਿਓ ਨਾਲ, ਉਹਨੇ ਜਾਂਦੀ ਸਾਡੇ ਨਾਲ ਕਮੀ ਵਾਲੀ ਗੱਲ ਨਹੀਂ ਸੀ ਰੱਖਣੀ। ਆਪਣੇ ਸੁਪਨੇ ਦੱਸ ਕੇ ਜਾਂਦੀ ਸੀ ਤੁਹਾਨੂੰ ਭੈਣ ਹੋਰ? ਬਿਲਕੁਲ ਉਹਦੇ ਸੁਪਨੇ ਸੀ। ਰੋਜ਼ ਫੋਨ 'ਚ ਸੁਪਨਿਆਂ ਦੀਆਂ ਗੱਲਾਂ ਹੁੰਦੀਆਂ ਬਸ ਐਂ ਕਰ ਦੇਣਾ, ਹੁਣ ਆਪਾਂ ਐਂ ਕਰ ਦੇਣਾ, ਬਸ 4 ਮਹੀਨਿਆਂ ਦੀ ਪੜ੍ਹਾਈ ਰਹਿ ਗਈ, ਹੁਣ ਮੈਂ ਐਂ ਕਰ ਦੇਣਾ, ਐਂ ਕਰ ਦੇਣਾ।
ਤੁਹਾਡੇ ਨਾਲ ਸੁਮਨ ਭੈਣ ਨੇ ਉਹਨਾਂ ਨੇ ਕਦੇ ਦਿਲ ਦੀ ਗੱਲ ਕਰੀ ਸੀ ਕਿ ਆਪਾਂ ਇਹ ਕਰਾਂਗੇ ਆਪਣੇ ਮਾਪਿਆਂ ਨੂੰ, ਅਸੀਂ ਇਹ ਸੁਪਨੇ ਜਿਹੜਾ ਕੁਝ ਉਹਨਾਂ ਨੇ ਸੋਚਿਆ ਵੀ ਨਹੀਂ ਅਸੀਂ ਉਹ ਕੁਝ ਕਰਕੇ ਦਿਖਾਵਾਂਗੇ? ਬਿਲਕੁਲ ਕਰਿਆ ਸੀ। ਮੇਰੀ ਮੰਮੀ ਸ਼ੁਰੂ ਤੋਂ ਹੀ ਕਹਿੰਦੀ ਸੀ ਵੀ ਹਨਾ ਵੀ ਜਦੋਂ ਮੇਰੇ ਤਾਏ ਦੇ ਮੁੰਡਿਆਂ ਦਾ ਵਿਆਹ ਹੋਇਆ ਤਾਂ ਮੈਂ ਰਾਣੀ ਹਾਰ ਪਾਉਂਗੀ, ਤਾਂ ਉਹ ਹਮੇਸ਼ਾ ਹੀ ਇਹ ਕਹਿੰਦੀ ਸੀ ਆਪਾਂ ਮੰਮੀ ਨੂੰ। ਕੋਈ ਨਹੀਂ ਗੱਲ ਕਰ ਵੀ ਆਪਾਂ ਮੰਮੀ ਨੂੰ ਰਾਣੀ ਹਾਰ ਲੈ ਕੇ ਦੇਵਾਂਗੇ, ਵੀ ਘਰ ਪਾਵਾਂਗੇ ਸਭ ਤੋਂ ਪਹਿਲਾਂ। ਫਿਰ ਉਹ ਕਹਿੰਦੇ ਸੀ ਵੀ ਹਨਾ ਹੁਣ ਤਾਂ ਜਦੋਂ ਮੈਂ ਗਈ ਆਪਾਂ ਕਿਸੇ ਨੂੰ ਬੁਲਾਇਆ ਨਹੀਂ ਗੱਡੀ ਚੜਨ ਤੋਂ ਪਹਿਲਾਂ, ਦਿੱਲੀ ਜਾਣ ਤੋਂ ਪਹਿਲਾਂ, ਵੀ ਜਦੋਂ ਮੈਂ ਆਈ ਹੈ ਨਾ ਆਪਾਂ ਡੀਜੇ ਲਾਵਾਂਗੇ ਵੱਡੇ ਵੱਡੇ। ਵੀ ਲੋਕ ਕਹਿੰਦੇ ਨੇ ਵੀ ਪੁੱਤਾਂ ਵਾਲੇ ਘਰੇ ਹੀ ਗੱਡੀਆਂ ਆਉਂਦੀਆਂ ਨੇ, ਆਪਾਂ ਧੀਆਂ ਵਾਲੇ ਘਰੇ ਵੀ ਗੱਡੀਆਂ ਲਿਆਵਾਂਗੇ। ਡਰਾਈਵਿੰਗ ਦਾ ਉਹਨੂੰ ਪਹਿਲਾਂ ਤੋਂ ਹੀ ਬਹੁਤ ਸ਼ੌਂਕ ਸੀ, ਹਰ ਚੀਜ਼ ਚਲਾ ਲੈਂਦੀ ਸੀ। ਤੁਸੀਂ ਇਹ ਗੱਲ ਵੀ ਕਹਿੰਦੇ ਹੋ ਕਿ ਉਹ ਦਰਵਾਜ਼ਿਆਂ ਦੇ ਵਿੱਚ ਗੱਡੀਆਂ ਖੜੀਆਂ ਕਰਨ ਦੀਆਂ ਗੱਲਾਂ ਕਰਦੀ ਸੀ ਹਨਾ, ਕਿ ਅਸੀਂ ਗੱਡੀਆਂ ਖੜੀਆਂ ਕਰਾਂਗੇ ਆਪਣੇ ਦਰਵਾਜ਼ਿਆਂ 'ਚ, ਘਰ ਚੰਗਾ ਬਣਾ ਕੇ। ਘਰ ਦਾ ਤਾਂ ਉਹਨੂੰ ਹਮੇਸ਼ਾ ਹੀ ਐ ਰਹਿੰਦਾ ਸੀ ਵੀ ਛੇਤੀ ਛੇਤੀ ਸਾਡਾ ਘਰ ਪੈ ਜੇ, ਵੀ ਮੇਰੀ ਮੰਮੀ ਨੂੰ ਕੱਚਾ ਵਿਹੜਾ ਸੰਭਰਨਾ ਨਾ ਪਵੇ। ਭੈਣੇ ਇੱਕ ਤੁਹਾਡੇ ਮਾਂ ਪਿਓ ਦੀ ਵੀ ਕੁਰਬਾਨੀ ਆ ਹਨਾ, ਕਿ ਆਪਣੀ ਥੋੜੀ ਖਾ ਲਈ ਪਰ ਤੁਹਾਡੇ ਚੰਗਾ ਭਵਿੱਖ ਬਣਾਉਣ ਲਈ ਉਹਨਾਂ ਨੇ ਅਸੀਂ ਘਰ ਦੀ ਹਾਲਤ ਦੇਖੀ ਆ, ਘਰ ਦੇਖਿਆ ਹਨਾ, ਜਾਂ ਬਹੁਤ ਸੀਮਤ ਸਾਧਨ ਨੇ ਹਨਾ ਕਮਾਉਣ ਦੇ, ਤੇ ਉਹ ਚੀਜ਼ਾਂ ਨੇ ਉਹਨਾਂ ਨੇ ਤੁਹਾਨੂੰ ਫਿਰ ਵੀ ਚੰਗੀ ਜ਼ਿੰਦਗੀ ਦਿੱਤੀ ਤੇ ਤੁਸੀਂ ਉਹ ਚੀਜ਼ ਦੀ ਕਦਰ ਵੀ ਕਰੀ ਹੈ ਨਾ। ਚੰਗੀ ਜ਼ਿੰਦਗੀ ਵੀ ਦਿੱਤੀ ਸੀ, ਚੰਗੀ ਸੋਚ ਵੀ। ਮੇਰੇ ਮਾਪਿਓ ਨੇ ਮਤਲਬ ਕਿ ਸਮਾਜ ਦੇ ਲਈ ਲੜਨਾ ਇਹ ਵੀ ਸਿਖਾਇਆ ਸਾਨੂੰ। ਤੇ ਮੇਰੇ ਪਾਪਾ ਦੀ ਵੀ ਆਦਤ ਸੀਗੀ ਵੀ ਜੇ ਜਥੇਬੰਦੀ 'ਚ ਵੀ ਕੰਮ ਕਰਦੇ ਸੀ, ਉਹਨਾਂ ਨੇ ਕਦੇ ਪੈਟਰੋਲ ਦਾ ਖਰਚਾ ਜਾਂ ਫੋਨ ਦਾ ਖਰਚਾ ਤੱਕ ਨਹੀਂ ਸੀ ਲਿਆ, ਵੀ ਜਥੇਬੰਦੀ ਦਿੰਦੀ ਹੁੰਦੀ ਆ, ਪਰ ਮੇਰੇ ਡੈਡੀ ਨੇ ਕਦੇ ਨਹੀਂ ਸੀ ਲਿਆ ਅੱਜ ਤੱਕ। ਤੇ ਸਾਨੂੰ ਵੀ ਇਹੀ ਸਿਖਾਇਆ ਸੀ ਵੀ ਜਿਹੜਾ ਸਮਾਜ ਹੈ ਇਹ ਆਪਣਾਗਾ, ਤੇ ਜਦੋਂ ਤੁਸੀਂ ਕਿਸੇ ਦੇ ਲਈ ਲੜਾਈ ਲੜ ਰਹੇ ਹੋ ਤਾਂ ਇਹ ਸਮਝੋ ਵੀ ਅਸੀਂ ਖੁਦ ਦੇ ਲਈ ਲੜ ਰਹੇ ਹਾਂ। ਜੇ ਸਮਾਜ ਵਧੀਆ ਬਣੂਗਾ ਤਾਂ ਤੁਹਾਡੀ ਜ਼ਿੰਦਗੀ ਆਪਣੇ ਆਪ ਵਧੀਆ ਹੋਊਗੀ। ਹਮੇਸ਼ਾ ਇਹੀ ਸੇਧ ਦਿੱਤੀ ਸੀ। ਤੁਸੀਂ ਇੱਕ ਗੱਲ ਹੋਰ ਵੀ ਦੱਸ ਦਿਓ ਭੈਣੇ ਕਿ ਮੈਂ ਕੈਨੇਡਾ ਇਸ ਕਰਕੇ ਵੀ ਨਹੀਂ ਗਈ, ਮੈਨੂੰ ਅਮੀਰ ਨਹੀਂ ਬਣਨਾ ਸੀ, ਜਿੰਨਾ ਕੁ ਮੇਰੇ ਕੋਲ ਹੈ ਉਹਦੇ 'ਚ ਮੈਂ ਸੰਤੁਸ਼ਟ ਸੀ ਹਨਾ, ਤੇ ਮੈਂ ਅਮੀਰ ਨਹੀਂ ਬਣਨਾ ਚਾਹੁੰਦੀ ਸੀ, ਮੈਂ ਉਹ ਦਿਖਾਵਾ ਨਹੀਂ ਬਣਨਾ ਚਾਹੁੰਦੀ ਸੀ। ਬਿਲਕੁਲ ਮਿਲ ਕੇ ਮੇਰੀ ਜ਼ਿੰਦਗੀ ਜਿਉਣ ਦਾ ਤਰੀਕਾ ਉਹਦੇ ਨਾਲ ਥੋੜਾ ਵੱਖਰਾ ਸੀ, ਨਾਲ ਕਿ ਉਹਨੂੰ ਵੱਡੀਆਂ ਚੀਜ਼ਾਂ ਦਾ ਸ਼ੌਂਕ ਸੀ। ਉਹ ਕੁਦਰਤੀ ਤੌਰ ਤੇ ਮੈਨੂੰ ਕੁਦਰਤੀ ਤੌਰ ਤੇ ਨਹੀਂ ਸੀਗਾ ਹਨਾ, ਪਰ ਮੈਨੂੰ ਵੀ ਸੀ ਮੈਂ ਮਾਪਿਆਂ ਦੀ ਕੇਅਰ ਕਰਾਂ, ਵੀ ਇੱਥੇ ਰਹਿ ਕੇ ਵੀ ਉਹ ਪੈਸਾ ਕਮਾ ਲੂਗੀ ਉੱਧਰ ਰਹਿ ਕੇ, ਤੇ ਮੈਂ ਇੱਥੇ ਰਹਿ ਕੇ ਆਪਦੇ ਮਾਪਿਓ ਦੀ ਸੇਵਾ ਕਰ ਸਕਦੀ ਹਾਂ। ਬਲਕਿ ਸਾਡੇ ਦੋਨਾਂ ਦੇ ਹੀ ਲੰਮੇ ਪਲਾਨ ਕਰੇ ਹੋਏ ਸੀ, ਵੀ ਇਹ ਨਹੀਂ ਵੀ ਅਸੀਂ ਜਿਵੇਂ ਮੈਂ ਅੱਜ ਮਤਲਬ ਕਿ ਯੂਨੀਵਰਸਿਟੀ ਪੜ੍ਹਦੀ ਸੀ, ਉਦੋਂ ਪਹਿਲਾਂ ਦੇ ਸਾਡੇ ਦੋਨਾਂ ਭੈਣਾਂ ਦੇ ਪਲਾਨ ਸੀ ਵੀ ਉਹ ਬਾਹਰ ਰਹਿ ਕੇ ਵਧੀਆ ਪੈਸਾ ਕਮਾ ਸਕੂਗੀ ਤੇ ਮੈਂ ਇੱਥੇ ਮਾਪਿਓ ਦੀ ਸੇਵਾ ਕਰ ਲੂੰ। ਨਹੀਂ ਤਾਂ ਬੱਚੇ ਹੁੰਦੇ ਨੇ ਵੀ ਸਾਰਾ ਪਰਿਵਾਰ ਹੀ ਬਾਹਰ ਵਗ ਜਾਂਦਾ, ਵੀ ਕੋਈ ਮਤਲਬ ਕਿ ਉਹ ਕਹਿੰਦੇ ਸੀ ਵੀ ਦਿਖਾਵਾਂਗੇ ਕੈਨੇਡਾ ਵੀ, ਪਰ ਇੱਥੇ ਮਾਪਿਆਂ ਨੂੰ ਵੀ ਉਨੀ ਵਧੀਆ ਜ਼ਿੰਦਗੀ ਦੇ ਨਹੀਂ ਸਕਦੇ ਇੱਥੋਂ ਦੇ, ਨਾ ਹੀ ਡੈਡੀ ਦਾ ਜੀ ਲੱਗੇ ਉੱਥੇ, ਨਾ ਹੀ ਮੰਮਾ ਦਾ ਜੀ ਲੱਗੇ ਹਨਾ, ਵੀ ਉੱਥੋਂ ਦਾ ਸਮਾਜ ਮੰਮੀ ਹੋਣਾ ਤੇ ਡੈਡੀ ਹੋਣ ਦੇ ਰਹਿਣ ਯੋਗ ਹੈ ਨਹੀਂਗਾ। ਜਿਵੇਂ ਇਹ ਮਤਲਬ ਸਟੇਜਾਂ ਤੇ ਬੋਲਦੇ ਨੇ, ਜਾਂਦੇ ਨੇ ਹਨਾ, ਲੋਕਾਂ ਦੀ ਸੇਵਾ ਕਰਦੇ ਨੇ, ਵੀ ਇੱਥੇ ਇਹਨਾਂ ਤੋਂ ਹੋਣੀ ਨਹੀਂ ਚੀਜ਼, ਵੀ ਇਹਨਾਂ ਨੂੰ ਤਾਂ ਉਹੀ ਆਪਦੀ ਜ਼ਿੰਦਗੀ ਲੱਗਦੀ ਹੈ ਮੇਰੇ ਫਾਦਰ ਸਾਹਿਬ ਨੂੰ ਤਾਂ। ਤੇ ਉਹਨਾਂ ਨੂੰ ਐਸੀ ਵੀ ਤੂੰ ਇੱਥੇ ਰਹੀ, ਇੱਕ ਵਾਰੀ ਬੁਲਾਉਂਗੀ ਜ਼ਰੂਰ ਇਹਨਾਂ ਨੂੰ, ਪਰ ਤੂੰ ਸੇਵਾ ਕਰੀ, ਪੈਸੇ ਮੈਂ ਆਪ ਹੀ ਭੇਜੂੰਗੀ, ਪੈਸੇ ਮੈਂ ਕਮਾਉਂਗੀ, ਤੂੰ ਮੰਮੀ ਡੈਡੀ ਦੀ ਸੇਵਾ ਕਰੀ। ਕਿ ਪਹਿਲਾਂ ਦੀ ਪਲਾਨ ਸੀ, ਕੋਈ ਨਵੀਂ ਮਤਲਬ ਕਿ ਹੁਣ ਜਾਂ ਅੱਜ ਜਾਂ ਉਹਦੇ ਕੈਨੇਡਾ ਜਾਣ ਤੋਂ ਬਾਅਦ ਦੀਆਂ ਗੱਲਾਂ ਨਹੀਂ, ਉਹ ਪਹਿਲਾਂ ਦੀ ਉਹ ਜ਼ਿੰਮੇਵਾਰੀ ਲਈ ਸੀ ਉਹਨੇ, ਵੀ ਪੈਸੇ ਦੀ ਜ਼ਿੰਮੇਵਾਰੀ ਮੈਂ ਲਊਂਗੀ, ਵੀ ਮਾਂ ਪਿਓ ਨੂੰ ਇੱਥੇ ਤੂੰ ਸਮਝੀ। ਅੱਛਾ ਭੈਣੇ ਤੁਸੀਂ ਹੋਰ ਗੱਲ ਵੀ ਦੱਸਦੇ ਹੋ ਕਿ ਹੁਣ ਤਾਂ ਖੁਸ਼ੀਆਂ ਤੇ ਚਾਵਾਂ ਦੇ ਦਿਨ ਬਹੁਤ ਨੇੜੇ ਸੀਗੇ, ਤੁਸੀਂ ਕੈਨੇਡਾ ਭੈਣੇ ਤੁਸੀਂ ਜਾਣਾ ਸੀਗਾ ਹਨਾ ਗੁੜੀਆ ਕੋਲੇ, ਪਰ ਉਹ ਸਮਾਂ ਹੀ ਨਹੀਂ ਆਇਆ। ਸਿਰਫ 2-4 ਮਹੀਨਿਆਂ ਦੀ ਉਹ ਵਿੱਥ ਸੀਗੀ, ਤੇ ਪਰ ਉਹ ਸਮਾਂ ਨਹੀਂ ਆਇਆ ਹੈਗਾ। ਉਹਨੂੰ ਤਾਂ ਹੈਗਾ ਸੀ ਮੰਮੀ ਛੇਤੀ ਆ ਜੇ ਮੇਰੇ ਕੋਲ, ਉਹ ਤਾਂ ਢਿੱਡ 'ਚ ਹੈਗਾ ਸੀ ਵੀ ਛੇਤੀ ਮੰਮੀ ਆ ਜੇ, ਮੇਰੀ ਪੜ੍ਹਾਈ ਪੂਰੀ ਹੋ ਜਾਏ, ਫਿਰ ਮੈਂ ਮੰਮੀ ਨੂੰ ਛੇਤੀ ਸੱਦਣਾ, ਮੈਂ ਫੁੱਲ ਟਾਈਮ ਕੰਮ ਕਰਿਆ ਕਰੂੰ, ਮੰਮੀ ਮੇਰਾ ਖਾਣਾ ਬਣਾ ਦਿਆ ਕਰੂ। ਕੰਮ ਤੇ ਨਹੀਂ ਮੰਮੀ ਤੈਨੂੰ ਮੈਂ ਜਾਣ ਦੇਣਾ, ਬਸ ਘਰ ਹੀ ਰਿਹਾ ਕਰਨਾ, ਵੀ ਕਮਾਈ ਮੈਂ ਆਪੇ ਕਰੂੰਗੀ, ਆਪੇ ਕਰੂੰਗੀ। ਸੋਚਿਆ ਸੀ ਕੰਮ ਤੇ ਨਹੀਂ ਤੈਨੂੰ ਜਾਣ ਦੇਣਾ। ਤੁਸੀਂ ਤਿਆਰ ਹੋ ਗਏ ਸੀ ਉੱਥੇ ਜਾਣ ਨੂੰ? ਹਾਂ ਮੇਰਾ ਮਨ ਕਹਿੰਦਾ ਸੀ ਮੈਂ ਉਹਦੇ ਕੋਲ ਜਾਵਾਂ, ਮੇਰਾ ਵੱਖਰਾ ਪਿਆਰ ਸੀ ਉਹਦੇ ਨਾਲ, ਰੱਖਣਾ ਵੱਖਰਾ ਸੀ, ਲੈਦਾ ਹੀ ਰੱਖਣਾ ਸੀ। ਇਹ ਆਪਦੇ ਪਾਪਾ ਦਾ ਵੱਧ ਪਿਆ ਕਰਦੀ ਸੀ, ਉਹ ਮੇਰਾ ਕਰਦੀ ਸੀ। ਅੱਛਾ ਅੰਕਲ ਜੀ, ਉਹ ਖਬਰ ਮੰਦਭਾਗੀ ਤੁਹਾਨੂੰ ਕਿਵੇਂ ਕਰਨੀ ਪੈਂਦੀ ਆ? ਭੈਣ ਹੋਰੀ ਦੱਸਦੇ ਆ ਸੁਮਨ ਹੋਰੀ ਕਿ ਉਹਨਾਂ ਨੇ ਆਪਣੀ ਪਰਵਾਹ ਵੀ ਨਹੀਂ ਕਰੀ ਇਹ ਸਿਹਤ ਦੀ, ਵੀ ਮੈਂ ਠੀਕ ਹਾਂ ਜਾਂ ਮੈਨੂੰ ਕੁਝ ਹੋ ਰਿਹਾ ਹੈਗਾ, ਤਾਂ ਉਹ ਮੌਕੇ 'ਤੇ ਆ ਕੇ ਜਦੋਂ ਟੈਸਟ ਹੁੰਦੇ ਆ ਤਾਂ ਉਦੋਂ ਪਤਾ ਲੱਗਦਾ ਕਿ ਇਹਨੂੰ ਨਮੂਨੀਆ ਹੈ ਨਾ, ਤੇ ਇਹਦੇ ਫੇਫੜੇ ਜਿਹੜੇ ਉਹ ਖਤਮ ਹੋ ਚੁੱਕੇ ਆ, ਇਨਫੈਕਸ਼ਨ ਇਸ ਤੱਕ ਵੱਧ ਚੁੱਕੀ ਹੈ। ਇਹ 9 ਅਗਸਤ ਨੂੰ ਸਵੇਰੇ ਕਰੀਬ 3:30 ਵਜੇ ਸਾਨੂੰ ਜਦੋਂ ਅਚਾਨਕ ਫੋਨ ਆਉਂਦਾ ਉਹਦੀ ਮੰਮੀ ਵਾਲੇ ਫੋਨ ਤੇ ਵੀ ਮਨਪ੍ਰੀਤ ਕੌਰ ਆ ਜਿਹੜੀ ਉਹ ਨਹੀਂ ਰਹੀ। ਕੌਣ ਕਰਦਾ ਫੋਨ? ਡਾਕਟਰ ਫੋਨ ਕਰਦੇ ਆ ਉੱਥੇ ਕੈਨੇਡਾ ਦੇ ਵਿੱਚੋਂ, ਤੇ ਮੈਨੂੰ ਇਸ ਤਰੀਕੇ ਆਪਦੇ ਆਪ ਨੂੰ ਹੀ ਲੱਗਦਾ ਵੀ ਮੈਨੂੰ ਲੱਗਦਾ ਸੁਪਨਾ ਆ ਰਿਹਾ,
ਵੀ ਇਹ ਹੋ ਨਹੀਂ ਸਕਦਾ, ਇਹ ਕਿਵੇਂ ਹੋ ਸਕਦਾ। ਮੈਂ ਵਾਰ-ਵਾਰ ਆਪਦੇ ਸਰੀਰ ਵੱਲ ਮਤਲਬ ਮੈਂ ਚੁੰਡੀਆਂ ਵੱਢ ਕੇ ਮੈਂ ਸੀਟ ਤੇ ਦੇਖਦਾ ਸੀ, ਮੈਨੂੰ ਸੁਪਨਾ ਕਿ ਵੀ ਇਹ ਸੱਚਾਈ ਹੈ, ਇਹ ਗੱਲ ਵੀ ਇਹ ਗੱਲ ਮੈਨੂੰ ਸੱਚ ਨਹੀਂ ਸੀ ਆ ਰਿਹਾ ਉਸ ਗੱਲ ਦਾ। ਤੇ ਫਿਰ ਬੇਟੀ ਨੇ ਜਦੋਂ ਰੋਕ ਕੇ ਦੱਸਿਆ ਵੀ ਨਹੀਂ ਡੈਡੀ ਇਹ ਗੱਲ ਹੋ ਚੁੱਕੀ ਹੈਗੀ। ਸੁਮਨ ਨੇ ਦੱਸਿਆ? ਸੁਮਨ ਨੇ ਦੱਸਿਆ ਜਦੋਂ, ਕਿਉਂਕਿ ਮੇਰੀ ਉਹਨੇ ਇੰਗਲਿਸ਼ ਹੈ ਨਹੀਂ ਸੀ, ਉਹ ਇੰਗਲਿਸ਼ ਦੇ ਵਿੱਚ ਗੱਲ ਕਰਦੇ ਸੀ। ਫਿਰ ਬੇਟੀ ਨੇ ਫੋਨ ਲੈਤਾ ਤਾਂ ਆਪਦੇ ਮੰਮਾ ਤੋਂ, ਤਾਂ ਬੇਟੀ ਨੇ ਦੱਸਿਆ ਵੀ ਨਹੀਂ ਰਹੀ ਮਨਪ੍ਰੀਤ। ਤਾਂ ਉਹ ਸਮਾਂ ਜਿਹੜਾ ਸੀ ਉਹ ਮੈਨੂੰ ਪਤਾ, ਮੇਰੇ ਪਰਿਵਾਰ ਨੂੰ ਪਤਾ ਉਹ ਕਿਹਾ ਜਿਹਾ ਸਮਾਂ ਸੀ, ਉਹ ਜੇ ਸਮਾਂ ਪਰਮਾਤਮਾ ਕਿਸੇ ਤੇ ਨਾ ਲੈ ਕੇ ਆਵੇ। ਇਸ ਲਈ ਕਹਿੰਦੇ ਵੀ ਬੱਚਿਆਂ ਨੂੰ ਤੋਰਨ ਤੋਂ ਪਹਿਲਾਂ 100 ਵਾਰ ਸੋਚੋ, 100 ਵਾਰ ਵਿਚਾਰੋ। ਬੱਚਿਆਂ ਨੂੰ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਧੜਾ ਧੜ ਨਾ ਭੇਜੋ ਭਰਾਵੋ। ਮੈਂ ਤਾਂ ਸਮੁੱਚੇ ਕਿਰਤੀ ਲੋਕਾਂ ਨੂੰ ਇਹੀ ਗੱਲ ਕਹਿਣਾ ਕਿ ਬੜੀ ਵਾਰੀ ਸੋਚ ਕੇ ਵਿਚਾਰ ਕੇ ਇਹ ਕਦਮ ਉਠਾਓ। ਜਿਹੜਾ ਮੈਂ ਧੋਖਾ ਖਾਧਾ ਉਹ ਕੋਈ ਹੋਰ ਸਾਥੀ ਦਾ ਧੋਖਾ ਨਾ ਖਾਵੇ, ਕਿਉਂਕਿ ਬੜਾ ਵੱਡਾ ਸੰਕਟ ਹੈ ਇੱਕ ਇੱਥੇ, ਮਤਲਬ ਭੁੱਖਮਰੀ ਵਰਗਾ ਸੰਕਟ ਪੰਜਾਬ ਦੇ ਵਿੱਚ, ਬੇਰੁਜ਼ਗਾਰੀ ਦਾ ਜਿਹੜਾ ਸੰਕਟ ਆ, ਇਹਨੂੰ ਇਸ ਤਰੀਕੇ ਨਹੀਂ ਨਜਿੱਠਿਆ ਜਾ ਸਕਦਾ। ਇੱਥੇ ਰਹਿ ਕੇ ਹੀ ਲੜਾਈ ਲੜ ਕੇ ਇਹਨੂੰ ਜਿਹੜਾ ਸਿਸਟਮ ਹੈ ਇਹਦੇ ਖਿਲਾਫ ਲੜਾਈ ਲੜ ਕੇ ਹੀ ਇਹਨੂੰ ਸਿਸਟਮ ਨੂੰ ਠੀਕ ਕੀਤਾ ਜਾ ਸਕਦਾ। ਵਿਦੇਸ਼ਾਂ ਵੱਲ ਭੱਜ ਕੇ, ਇਹ ਮੇਰਾ ਪ੍ਰੈਕਟੀਕਲ ਹੋ ਗਿਆ ਹੁਣ ਇਸ ਗੱਲ ਤੇ ਵੀ ਵਿਦੇਸ਼ਾਂ ਵੱਲ ਭੱਜ ਕੇ ਇੱਥੋਂ ਇੱਕ ਭੱਜਣਾ ਕਿਹਾ ਜਾ ਸਕਦਾ ਉਹਨੂੰ, ਵੀ ਮਾਹੌਲ ਦੇ ਵਿੱਚੋਂ ਲੜਨ ਦੀ ਬਜਾਏ ਅਸੀਂ ਭੱਜੀਏ। ਭੱਜ ਕੇ ਸਾਡਾ ਨਹੀਂ ਸਰਨਾ, ਕਿਉਂਕਿ ਪਹਿਲਾਂ ਵੀ ਜਦੋਂ ਆਜ਼ਾਦੀ ਦੀ ਗੱਲ ਕਰੀਏ ਤਾਂ ਉਦੋਂ ਵੀ ਵੱਡੇ ਵੱਡੇ ਬਾਪੂ ਭਗਨੇ ਵਰਗੇ ਜਿਹੜੇ ਆਲੂਆਂ ਦੇ ਬਾਦਸ਼ਾਹ ਕਹਾਉਂਦੇ ਸੀ ਆਪਦੇ ਆਪ ਨੂੰ, ਉੱਥੋਂ ਦੇ ਵੱਡੇ ਵੱਡੇ ਮਤਲਬ ਸਾਹੂਕਾਰ ਬਣੇ ਸੀ, ਉਹਨਾਂ ਨੇ ਵੀ ਉੱਥੋਂ ਵਿਦੇਸ਼ੀ ਧਰਤੀਆਂ ਤੋਂ ਛੱਡ ਕੇ ਪੰਜਾਬ ਵੱਲ, ਭਾਰਤ ਵੱਲ ਵਹੀਰਾਂ ਘੱਤੀਆਂ ਤੇ ਦੇਸ਼ ਨੂੰ ਆਜ਼ਾਦ ਕਰਾਇਆ। ਅੱਜ ਫਿਰ ਇੱਕ ਨਵੀਂ ਆਜ਼ਾਦੀ ਦੀ ਆਰਥਿਕਤਾ ਤੋਂ ਜਿਹੜੀ ਨਜਾਕਤ ਪਾਉਣ ਦੀ, ਜਿਹੜੀ ਮਤਲਬ ਬੇਰੁਜ਼ਗਾਰੀ ਤੋਂ ਤੇ ਲੁੱਟ ਖਸੁੱਟ ਦੇ ਨਾਲ ਲੜਨ ਦੀ ਜਿਹੜੀ ਜ਼ਿੰਮੇਵਾਰੀ ਅੱਜ ਫਿਰ ਸਾਡੇ ਸਮੁੱਚੇ ਕਿਰਤੀ ਲੋਕਾਂ ਦੀ ਬਣਦੀ ਆ। ਵਿਦੇਸ਼ਾਂ 'ਚ ਬੈਠੇ ਜਿਹੜੇ ਸੈਟਲ ਵੀ ਲੋਕ ਆ ਉਹ ਵੀ ਇਸ ਗੱਲ ਬਾਰੇ ਜ਼ਰੂਰ ਧਿਆਨ ਦੇਣ ਕਿ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਕੁਝ ਹੋ ਰਿਹਾ ਇਹਨੂੰ ਸਵਾਰਨ ਦੇ ਲਈ ਖੁਦ ਹੀ ਲੜਨ ਦੀ ਲੋੜ ਆ, ਖੁਦ ਹੀ ਆ ਕਿੱਥੇ ਲੜਨਾ ਪੈਣਾ। ਉਹ ਸੱਚ ਅੱਜ ਹੋ ਜੇ ਚਾਹੇ ਕੱਲ ਹੋ ਜੇ, ਲੜੇ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ। ਇੱਥੋਂ ਦਾ ਜਿਹੜਾ ਸਾਮਰਾਜ ਆ ਉਹਨੂੰ ਠੀਕ ਕਰਨ ਦੇ ਲਈ ਇੱਥੇ ਦਾ ਇਨਕਲਾਬ ਆ ਜਿਹੜਾ ਜ਼ਰੂਰੀ ਹੈ ਲਿਆਉਣਾ। ਅੱਛਾ ਸੁਮਨ ਭੈਣੇ, ਜਿਵੇਂ ਤੁਸੀਂ ਦੱਸਿਆ ਹੈ ਨਾ ਕਿ ਉਹ ਭੈਣ ਹੋਰੀ ਕੈਨੇਡਾ ਗਏ, ਕੈਨੇਡਾ 'ਚ ਬਹੁਤ ਸੁਪਨੇ ਸੀਗੇ, ਤੇ ਉਦੋਂ ਤਾਂ ਤੁਹਾਨੂੰ ਕੈਨੇਡਾ ਸੁਨਹਿਰਾ ਲੱਗਦਾ ਹੋਊਗਾ, ਉਦੋਂ ਤਾਂ ਚੰਗਾ ਲੱਗਦਾ ਹੋਊਗਾ ਕਿ ਕੈਨੇਡਾ, ਕਿ ਬਾਕੀਆਂ ਦੇ ਬੱਚੇ ਵੀ ਜਾ ਰਹੇ ਆ, ਸਾਡੀ ਧੀ ਵੀ ਉੱਥੇ ਆ, ਤੇ ਚਲੋ ਸਾਡੀ ਜ਼ਿੰਦਗੀ ਸਿਕਿਉਰ ਹੋ ਗਈ, ਅਸੀਂ ਸੈੱਟ ਹੋ ਗਏ। ਪਰ ਜਦੋਂ ਅੱਜ ਸਾਰਾ ਕੁਛ ਹੀ, ਨਾ ਜ਼ਮੀਨ ਰਹੀ, ਨਾ ਭੈਣ ਰਹੀ, ਹੈ ਨਾ ਉਹ ਖੁਸ਼ੀਆਂ ਰਹੀਆਂ, ਤੇ ਫਿਰ ਅੱਜ ਉਹ ਕੈਨੇਡਾ ਨੂੰ ਕਿਵੇਂ ਦੇਖਦੇ ਹੋ? ਅੱਜ ਉਹ ਬਾਹਰਲੇ ਮੁਲਕਾਂ ਨੂੰ ਕਿਵੇਂ ਦੇਖਦੇ ਹੋ? ਜਦੋਂ ਦੇਖਦੇ ਹੋ ਕਿ ਧੜਾ ਧੜ ਜਹਾਜ਼ ਅੱਜ ਵੀ ਭਰੇ ਜਾ ਰਹੇ, ਅੱਜ ਵੀ ਪਿੰਡ 'ਚ ਹਰ 3 ਬੱਚਿਆਂ 'ਚ 2 ਬੱਚੇ ਕੈਨੇਡਾ ਜਾਣ ਦੇ ਚਾਹਵਾਨ ਨੇ। ਜਦੋਂ ਪਹਿਲਾਂ ਅਸੀਂ ਦੇਖਦੇ ਸੀ, ਪਹਿਲਾਂ ਮੈਂ ਕਿਸੇ ਕੁੜੀ ਦੀ ਖਬਰ ਕਦੇ ਨਾ ਤਾਂ ਐਡਿਟ ਕਰੀ ਸੀ ਨਾ ਹੀ ਸੁਣੀ ਸੀ ਵੀ ਕੋਈ ਕੁੜੀ ਦੀ ਡੈਥ ਹੋ ਗਈ। ਮੁੰਡੇ ਤਾਂ ਚੱਲਾ ਬੰਦਾ ਐਂ ਕਹਿੰਦਾ ਵੀ ਨਸ਼ਾ ਕਰਦਾ ਸੀਗਾ ਇਹ ਤਾਂ, ਤੇ ਰਿਪੋਰਟਸ ਵੀ ਨਹੀਂ ਉਹਨਾਂ ਖੁੱਲ੍ਹ ਕੇ ਮੀਡੀਆ ਦੇ ਵਿੱਚ ਆਉਂਦੀਆਂ ਵੀ ਇਹ ਕਿਸ ਬਿਮਾਰੀ ਦੇ ਨਾਲ ਮਰਿਆ, ਜਾਂ ਕਹਿੰਦੇ ਕਤਲ ਹੋ ਗਿਆ ਜਾਂ ਹਾਰਟ ਅਟੈਕ ਆ ਗਿਆ। ਤਾਂ ਹਾਰਟ ਅਟੈਕ ਦਾ ਕਾਰਨ ਜ਼ਿਆਦਾਤਰ ਨਸ਼ਾ ਮੰਨ ਲਿਆ ਜਾਂਦਾ। ਪਹਿਲਾਂ ਤਾਂ ਇਹਦਾ ਵੀ ਹਾਰਟ ਅਟੈਕ ਆਇਆ, ਤਾਂ ਪਰ ਜਦੋਂ ਆਟੋਪਸੀ ਹੋਈ ਤਾਂ ਪਤਾ ਲੱਗਿਆ ਵੀ ਹਾਰਟ ਅਟੈਕ ਕਿਉਂ ਹੋਇਆ, ਕਿਉਂਕਿ ਫੇਫੜੇ ਆਕਸੀਜਨ ਨਹੀਂ ਸੀ ਹਾਰਟ ਨੂੰ ਤੇ ਦਿਮਾਗ ਨੂੰ ਦੇ ਰਹੇ। ਤੇ ਪਹਿਲਾਂ ਤਾਂ ਸਾਨੂੰ ਵੀ ਕੈਨੇਡਾ ਬਹੁਤ ਹੀ ਵਧੀਆ ਲੱਗਦਾ ਸੀ ਵੀ ਹੁਣ ਤਾਂ ਸੈੱਟ ਕਰ ਦੂਗਾ ਕੈਨੇਡਾ ਸਾਨੂੰ, ਕੈਨੇਡਾ ਬਹੁਤ ਵਧੀਆ ਗਾ। ਮੇਰੀ ਭੈਣ ਨੇ ਉੱਥੇ ਫੀਸਾਂ ਵੀ ਕੱਢ ਲਈਆਂ, ਸਾਡੇ 'ਤੇ ਬੋਝ ਨਹੀਂ ਪਾਏ, ਇੱਕ ਵਾਰ ਪੈਸੇ ਲਾਤੇ। ਪਰ ਮਨ ਦੀ ਮੌਤ ਤੋਂ ਬਾਅਦ ਜਿਹੜੇ ਹਾਲਾਤ ਸਾਹਮਣੇ ਆਉਂਦੇ ਆ ਵੀ ਉੱਥੇ ਤਾਂ ਡਾਕਟਰੀ ਸਹਾਇਤਾ ਹੀ ਨਹੀਂ। ਮੇਰਾ ਕਜ਼ਨ ਤੇ ਉਹਦੀ ਰੂਮਮੇਟ, ਸਿਸਟਰ ਹੀ ਕਹਿੰਦੇ ਆ, ਮੈਂ ਤਾਂ ਉਹਨੂੰ ਵੱਡੀ ਭੈਣ ਹੀ ਕਹਿੰਦੇ ਆ, ਅਸੀਂ ਤਾਂ ਸਾਡੇ ਗੁਆਂਢੀਆਂ ਦੀ ਕੁੜੀ ਨਾਲ ਗਈ ਸੀ, ਨਾਲ ਰਹਿੰਦੀ ਸੀ। ਅੱਜ ਮਤਲਬ ਕਿ 15-20 ਦਿਨ ਹੋ ਗਏ ਅੱਗੇ, ਉਹਦੀ ਰਿਪੋਰਟਸ ਹਜੇ ਤੱਕ ਵੀ ਆਈਆਂ ਨਹੀਂ। ਉਹ ਇੰਨੀ ਬਿਮਾਰ ਆ, ਮੇਰਾ ਕਜ਼ਨ ਇੰਨਾ ਬਿਮਾਰ ਆ ਵੀ ਉਹਨਾਂ ਨੂੰ ਮੈਡੀਕਲ ਸਹੂਲਤ ਹਲੇ ਤੱਕ ਕੋਈ ਨਹੀਂ ਮਿਲੀ ਹੈਗੀ। ਤੇ ਇੱਕ ਡ੍ਰੌਪ ਵਗੈਰਾ ਲੱਗੀ, ਉਹਦੇ 'ਤੇ ਵੀ 70-70 ਹਜ਼ਾਰ ਇੰਡੀਆ ਦਾ ਇੰਨਾ ਰੁਪਈਆ ਲੱਗ ਰਿਹਾ ਹੈਗਾ ਉਹਨਾਂ ਦੇ ਇਲਾਜ 'ਤੇ। ਤੇ ਬਹੁਤ ਮੁਸ਼ਕਿਲ ਆ। ਲੋਕ ਕਹਿੰਦੇ ਆ, ਕਮੈਂਟ ਕਰਦੇ ਆ ਵੀ ਅਸੀਂ ਤਾਂ ਇੰਨੇ ਟਾਈਮ ਦੇ ਉੱਥੇ ਗਏ ਹੋਏ ਆ, ਸਾਡੇ ਲਈ ਇਹ ਹੈਵਨ ਆ, ਵੀ ਤੁਸੀਂ ਗਲਤ ਪ੍ਰਚਾਰ ਕਰਦੇ ਹੋ, ਕੈਨੇਡਾ ਨੂੰ ਗਲਤ ਕਹਿੰਦੇ ਹੋ, ਤੇ ਵੀ ਤੁਸੀਂ ਨਾ ਆਓ ਫਿਰ ਇੱਥੇ ਜੇ ਤੁਹਾਨੂੰ ਐਂ ਲੱਗਦਾ ਵੀ ਕੈਨੇਡਾ ਐਵੇਂ ਦਾ। ਪਤਾ ਨਹੀਂ ਉਹ ਲੋਕ ਉਸ ਨੂੰ ਹੈਵਨ ਕਿਵੇਂ ਕਹਿ ਸਕਦੇ ਨੇ। ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਸਵਰਗ ਵਰਗੀ ਜਗ੍ਹਾ ਜਿੱਥੇ ਲੋਕਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲਦੀਆਂ, ਉਹ ਸਵਰਗ ਕਿਵੇਂ ਹੋ ਸਕਦਾ? ਜਿੱਥੇ ਧੜਾ ਧੜ ਵਿਦੇਸ਼ੀ ਸਟੂਡੈਂਟਾਂ ਦੀਆਂ, ਵਿਦੇਸ਼ੀ ਲੋਕਾਂ ਦੀਆਂ ਮੌਤਾਂ ਹੋ ਰਹੀਆਂ, ਉਹ ਕਿਸੇ ਲਈ ਸਵਰਗ ਕਿਵੇਂ ਹੋ ਸਕਦਾ? ਤੁਹਾਡੇ ਲਈ ਤਾਂ ਨਰਕ ਬਣ ਗਈ। ਸਾਡੇ ਲਈ ਤਾਂ ਬਿਲਕੁਲ ਨਰਕ ਬਣ ਗਈ। ਤੇ ਜਿਨ੍ਹਾਂ ਦੇ ਹੋਰ ਵੀ ਬੱਚੇ ਮਰੇ ਨੇ ਉਹਨਾਂ ਦੇ ਲਈ ਵੀ ਨਰਕ ਆ। ਤੇ ਜਿਨ੍ਹਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ, ਡਾਕਟਰੀ ਸਹੂਲਤ ਨਹੀਂ ਮਿਲ ਰਹੀ, ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ, ਉਹਨਾਂ ਦੇ ਬੱਚੇ ਉੱਥੇ ਤੜਫ ਰਹੇ ਨੇ, ਤੇ ਮਾਤਾ ਪਿਤਾ ਭੈਣ ਭਾਈ ਇੱਥੇ ਤੜਫ ਰਹੇ ਨੇ। ਉਹਨਾਂ ਲਈ ਉਹ ਕਿਵੇਂ, ਉਹ ਆਪਦੀ ਕਿਵੇਂ ਜ਼ਬਾਨ ਤੋਂ ਕਹਿ ਦੇਣ ਵੀ ਸਵਰਗ ਆ, ਉਹ ਹੈਵਨ ਆ? ਨਹੀਂ, ਕਿਹਾ ਹੀ ਨਹੀਂ ਜਾ ਸਕਦਾ। ਇਹ ਤਾਂ ਐਂ ਆ ਵੀ ਤੁਸੀਂ ਖੁਦ ਨੂੰ ਝੂਠ ਬੋਲ ਰਹੇ ਹੋ ਤੇ ਬਾਕੀ ਸਮਾਜ ਨੂੰ ਵੀ ਝੂਠ ਬੋਲ ਰਹੇ ਹੋ, ਐਂ ਕਹਿ ਕੇ ਵੀ ਉਹ ਸਵਰਗ। ਅੱਛਾ ਭੈਣੇ, ਜਦੋਂ ਤੁਸੀਂ ਅਖਬਾਰਾਂ ਦੇ ਵਿੱਚ, ਭੈਣੇ ਤੁਹਾਡੀ ਗੱਲ ਕਰ ਰਹੇ ਹਨ, ਜਦੋਂ ਤੁਸੀਂ ਉਹ ਅਖਬਾਰਾਂ ਦੇ ਵਿੱਚ ਉਹ ਗੱਲਾਂ ਪੜ੍ਹਦੇ ਸੀ ਕਿ ਅੱਜ ਪਤਾ ਨਹੀਂ ਕਿੰਨੇ ਕੁ ਸੈਂਕੜੇ ਖਬਰਾਂ ਰੋਜ਼ ਆਉਂਦੀਆਂ ਨੇ ਕਿ ਕੈਨੇਡਾ ਦੇ ਵਿੱਚ ਜਾਂ ਬਾਹਰਲੇ ਮੁਲਕ ਦੇ ਵਿੱਚ ਵਿਦਿਆਰਥੀ ਦੀ ਮੌਤ ਹੋ ਗਈ, ਹੈ ਨਾ। ਕਦੇ ਉਦੋਂ ਇਹ ਗੱਲਾਂ ਸੋਚੀਆਂ ਸੀ? ਕਦੇ
ਉਦੋਂ ਦਿਲ ਡਰਦਾ ਸੀ, ਕੰਬਦਾ ਸੀ ਦਿਲ, ਕਦੇ ਆਪਣੀ ਧੀ ਨੂੰ ਆਖਿਆ ਹੋਵੇ ਕਿ ਇਹ ਖਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ, ਹੈ ਨਾ? ਆਏ ਦਿਨ ਕੋਈ ਡਿਪਰੈਸ਼ਨ ਕਰਕੇ ਆਪਣੇ ਆਪ ਨੂੰ ਖਤਮ ਕਰਦਾ, ਕੋਈ ਬਿਮਾਰੀਆਂ ਕਰਕੇ ਖਤਮ ਹੋ ਜਾਂਦਾ, ਕੋਈ ਕਤਲ ਕਰਕੇ ਕੋਈ ਕਿਸੇ ਨੂੰ ਖਤਮ ਕਰ ਦਿੰਦਾ। ਉਦੋਂ ਕਦੇ ਭੈਣ ਹੋਰਾਂ ਨਾਲ ਗੱਲ ਹੁੰਦੀ ਸੀ ਕਿ ਇਹੋ ਜਿਹਾ ਮਾਹੌਲ ਆ, ਹੈ ਨਾ? ਨਾ ਬਸ ਇੰਨਾ ਪਤਾ ਹੀ ਨਹੀਂ ਸੀਗਾ। ਹੌਸਲਾ ਸੀ ਵੀ ਕੁੜੀ ਕੈਨੇਡਾ ਵਗ ਜੂਗੀ, ਰੰਗ ਜਿੱਤ ਲਾਂਗੇ। ਬਸ ਜਦੋਂ ਹੁਣ ਖਬਰ ਆਉਂਦੀ ਸੀ, ਜਦੋਂ ਕੋਈ ਫੋਨ ਫਾਨ ਦੇਖਦੇ ਸੀ, ਕੋਈ ਐ ਮਾੜੀ ਖਬਰ ਆਉਂਦੀ ਸੀ, ਜਾਂਦੀ ਉਹਨੂੰ ਦੂਰ ਕਰ ਦਿੰਦੇ ਸੀ, ਲਿਖਾ ਦਿੰਦੇ ਸੀ, ਸੁਣੀ ਨਹੀਂ ਜਾਂਦੀ ਵੀ ਸਾਡਾ ਬੱਚਾ ਵੀ ਗਿਆ ਆ। ਪਰ ਇਹ ਦੌੜ ਤਾਂ ਅੱਜ ਵੀ ਆ, ਪਤਾ ਨਹੀਂ ਕਿੰਨੇ ਕੁ ਪਰਿਵਾਰਾਂ ਨਾਲ ਇਹ ਚੀਜ਼ ਹਨਾ ਗੁਜ਼ਰੀ ਕਿ ਸਾਰਾ ਕੁਝ ਗਵਾ ਕੇ ਧੀ ਨੂੰ ਉੱਥੇ ਭੇਜਿਆ ਤੇ ਧੀ ਵੀ ਗਵਾ ਲਈ ਉੱਥੇ ਭੇਜ ਕੇ। ਬਸ ਗਲਤੀ ਹੋ ਗਈ ਜਿਹੜੀ ਤੋਰਤੀ, ਬੜੀ ਭਾਰੀ ਗਲਤੀ ਹੋ ਗਈ। 2 ਪੁਸਤਾਂ ਨਹੀਂ ਗਲਤੀ ਇਹ ਮੁੜਨੀ, ਸੱਤੋਂ ਮੁੜਨੀਆਂ ਨਾ, ਇਹ ਤੋਂ ਗੁੱਡੀ ਤੋਂ ਮੁੜਨੀ। ਭੇਜਣੀ ਨਹੀਂ ਚਾਹੀਦੀ। ਨਾ ਨਾ ਨਾ, ਉੱਥੇ ਕੀ ਕਰਨਾ ਜਾ ਕੇ, ਬੈਰੀਆਂ 'ਚ ਕੀ ਕਰਨਾ ਜਾ ਕੇ? ਬੈਰੀ ਨੇ ਉਹ ਜਿਹੜੇ ਢਿੱਲੇ ਮੱਠੇ ਤੋਂ ਬੱਚੇ ਨੂੰ ਦਵਾਈ ਨਹੀਂ ਦੇ ਰਹੇ, ਕਾਹਦੀਆਂ ਸਰਕਾਰਾਂ ਨੇ ਉਹ? ਫਿਰ ਤੁਹਾਨੂੰ ਲੱਗਦਾ ਕਿ ਜੇ ਇੱਥੇ ਵੀ ਸਰਕਾਰਾਂ ਚੰਗੀਆਂ ਹੁੰਦੀਆਂ, ਜੇ ਇੱਥੇ ਵੀ ਮਾਹੌਲ ਹੁੰਦਾ ਤਾਂ ਇਹ ਨੌਬਤ ਆਉਣੀ ਨਹੀਂ ਸੀ, ਤਾਂ ਤੁਹਾਡੀ ਅੱਜ ਗੁੜੀਆ ਹੈ ਨਾ ਇੱਥੇ ਤੁਹਾਡੇ ਵਿੱਚ ਹੋਣੀ ਸੀ ਤੇ ਪਰਿਵਾਰ ਇਹ ਹਾਸਾ ਖੇਡਦਾ ਹੋਣਾ ਸੀ। ਜੇ ਸਰਕਾਰਾਂ ਉਰੇ ਦੀਆਂ ਚੰਗੀਆਂ ਹੁੰਦੀਆਂ, ਉਰੇ ਨੌਕਰੀਆਂ ਮਿਲ ਜਾਂਦੀਆਂ, ਕਾਹਨੂੰ ਬੱਚਿਆਂ ਨੂੰ ਬਾਹਰ ਨੂੰ ਧੱਕਦੇ, ਅੱਖਾਂ ਤੋਂ ਪਰੇ ਕਿਉਂ ਕਰਦੇ? ਸਾਡੇ ਸਾਹਮਣੇ ਤਾਂ ਆਉਣ ਵਾਲੇ ਟਾਈਮ 'ਚ ਇਹੀ ਉਦਾਹਰਨ ਆ ਵੀ ਜੇ ਸੈੱਟ ਹੋਣਾ ਤਾਂ ਬਾਹਰ ਜਾਓ, ਜੇ ਸੈੱਟ ਹੋਣਾ ਜ਼ਿੰਦਗੀ 'ਚ ਕੁਝ ਕਰਨਾ ਤਾਂ ਬਾਹਰ ਜਾਓ। ਕਿਸੇ ਦੀ ਸਰਕਾਰੀ ਨੌਕਰੀ ਨਹੀਂ, ਪਹਿਲਾਂ ਸਰਕਾਰਾਂ ਉਦਾਹਰਨਾਂ ਤਾਂ ਸੈੱਟ ਕਰਨ। ਇਹ ਤਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਸਟੂਡੈਂਟਾਂ ਦੇ ਕਤਲ ਹੀ ਕਹੂੰਗੀ ਮੈਂ ਤਾਂ ਇਹਨੂੰ, ਵੀ ਇਹ ਤਾਂ ਕਤਲ ਹੀ ਹੋ ਰਹੇ ਨੇ। ਇੱਧਰਲੀਆਂ ਸਰਕਾਰਾਂ ਤੇ ਉੱਧਰਲੀਆਂ ਸਰਕਾਰਾਂ ਮਿਲ ਕੇ ਬਹੁਤ ਹੀ ਜ਼ਿਆਦਾ ਕੰਮ ਕਰਵਾ ਕੇ ਉਹਨਾਂ ਤੋਂ ਲੁੱਟ ਖਸੁੱਟ ਕਰਕੇ ਉਹਨਾਂ ਦੀ ਤੇ ਕਤਲ ਹੀ ਕਰ ਰਹੇ ਨੇ। ਤੁਹਾਨੂੰ ਲੱਗਦਾ ਕਿ ਭੈਣ ਹੋਰਾਂ ਨੂੰ ਭੇਜਣਾ ਉੱਥੇ ਗਲਤੀ ਸੀ? ਇੱਥੇ ਚਾਹੇ ਅੱਧੀ ਖਾ ਲੈਂਦੇ, ਘੱਟ ਖਾ ਲੈਂਦੇ, ਗੁਜ਼ਾਰਾ ਇੱਥੇ ਵੀ ਹੋ ਸਕਦਾ ਸੀ ਭੈਣੇ। ਤੁਹਾਨੂੰ ਲੱਗਦਾ ਕਿ ਇੱਥੇ ਵੀ ਰਹਿ ਕੇ ਗੁਜ਼ਾਰਾ ਹੋ ਸਕਦਾ, ਘੱਟ ਖਾ ਕੇ ਵੀ ਗੁਜ਼ਾਰਾ ਹੋ ਸਕਦਾ? ਥੋੜੀ ਖਾ ਲੈਂਦੇ। ਉਹਦੀ ਸੋਚ ਸੀ, ਉਹ ਕਹਿੰਦੀ ਸੀ ਵੀ ਜੇ ਉਹਨੇ ਆਈਲੈਟਸ ਕਰੀ ਪਹਿਲਾਂ ਤੇ ਬੈਂਡ ਨਹੀਂ ਆਏ, ਉਹਨੇ ਦੂਸਰੀ ਵਾਰ ਪੇਪਰ ਦਿੱਤਾ ਹੈ ਨਾ, ਮਤਲਬ ਕਲਾਸਾਂ ਹੀ ਲਾਈਆਂ ਪਰ ਪੇਪਰ ਦਿੱਤਾ ਉਹਨੇ ਦੁਬਾਰਾ। ਉਹ ਕਹਿੰਦੀ ਵੀ ਮੇਰੇ ਨੰਬਰ ਘੱਟ ਨਹੀਂ ਸਕਦੇ, ਵੀ ਕੋਈ ਗਲਤੀ ਹੋਈ, ਉਹਨੇ ਦੁਬਾਰਾ ਪੇਪਰ ਦਿੱਤਾ, 6.5 ਬੈਂਡ ਆ ਗਏ ਉਹਦੇ। ਤੇ ਉਦੋਂ ਪਹਿਲਾਂ ਹੋਈ ਮਤਲਬ ਕਿ ਗਵਾਂਢੀਆਂ ਦੀ ਆਂਟੀ ਨੂੰ ਕਹਿ ਰਹੀ ਹੈ ਵੀ ਮੰਮੀ, ਅਸੀਂ ਮੰਮੀ ਹੀ ਕਹਿੰਦੇ ਉਹਨੂੰ, ਵੀ ਮੰਮੀ ਜੇਕਰ ਮੇਰੇ ਇਸ ਵਾਰ ਨਾ ਬੈਂਡ ਆਏ ਫਿਰ ਮੈਂ ਤਾਂ ਇੱਥੇ ਪਸ਼ੂ ਪਾਲਣ ਦਾ ਧੰਦਾ ਸ਼ੁਰੂ ਕਰੂੰਗੀ। ਪਸ਼ੂਆਂ ਤੇ ਪੰਛੀਆਂ ਦੇ ਨਾਲ ਉਹਨੂੰ ਬਹੁਤ ਹੀ ਜ਼ਿਆਦਾ ਪਿਆਰ ਸੀਗਾ, ਪਸ਼ੂਆਂ ਨਾਲ ਤਾਂ ਬਹੁਤ ਜ਼ਿਆਦਾ ਪਿਆਰ ਕਰਦੀ ਸੀ, ਕੱਟੀਆਂ ਦੇ ਨਾਲ ਵੇਚਣ ਨਹੀਂ ਸੀ ਦਿੰਦੀ। ਸਾਡੇ ਪਸ਼ੂ ਉਹਦੀ ਗੱਲ ਮੰਨਦੇ ਵੀ ਸੀ, ਜੇ ਬਾਹਰੇ ਚਰਨ ਲੈ ਜਾਂਦੀ ਉਹਨਾਂ ਨੂੰ, ਜੋ ਕਹਿੰਦੀ ਸੀ ਵੀ ਹਾਕ ਮਾਰ ਕੇ ਵੀ ਜੋ ਵੀ ਨਾਮ ਹੁੰਦਾ ਵੀ ਨੋਨੇ ਇੱਧਰ ਆ ਜਾ, ਤਾਂ ਨੋਨੀ ਪੱਠੇ ਖਾ ਲਾ, ਤਾਂ ਮਤਲਬ ਉਹਦੀ ਮੰਨਦੇ ਸੀ। ਜਿਵੇਂ ਟ੍ਰੇਨਡ ਕੀਤੇ ਹੁੰਦੇ ਆ ਨਾ ਪਸ਼ੂ, ਇਸ ਤਰੀਕੇ ਨਾਲ ਉਹਦੇ ਨਾਲ ਬਿਹੇਵ ਕਰਦੇ ਸੀਗੇ। ਤਾਂ ਉਹਨੇ ਕਿਹਾ ਸੀ ਵੀ ਮੈਂ ਤਾਂ ਘੋੜੇ ਰੱਖੂੰਗੀ। ਉੱਧਰ ਜਾ ਕੇ ਵੀ ਆਪਦੀ ਰੂਮਮੇਟ ਨੂੰ ਇਹ ਕਹਿੰਦੀ ਸੀ ਵੀ ਜੇ ਮੈਂ ਪੁਲਿਸ ਅਕੈਡਮੀ 'ਚ ਨਾ ਗਈ, ਆਪਣੇ ਕੋਲ ਇੰਨਾ ਪੈਸਾ ਨਾ ਬਣਿਆ ਇੱਕਦਮ, ਤਾਂ ਰਾਜ ਫਿਰ ਮੈਂ ਆਪਾਂ ਇੱਧਰ ਕੰਟਰੀ ਸਾਈਡ ਮੂਵ ਹੋ ਜਾਂਗੇ, ਮਤਲਬ ਮੂਵ ਹੋ ਕੇ ਤਾਂ ਮੈਂ ਕਬੂਤਰ ਰੱਖੂੰਗੀ, ਘੋੜੇ ਰੱਖੂੰਗੀ, ਮੱਝਾਂ ਰੱਖੂੰਗੀ। ਮਤਲਬ ਹਾਂ, ਮਤਲਬ ਪਸ਼ੂਆਂ ਦੇ ਨਾਲ ਇੱਕ ਤਾਂ ਪਿਆਰ ਸੀ ਤੇ ਇੱਕ ਉਹਦਾ ਸ਼ੌਂਕ ਵੀ ਇਹੀ ਸੀ ਪਸ਼ੂਆਂ ਦੇ ਵਿੱਚ ਰਹਿਣਾ। ਤੇ ਇੱਥੇ ਵੀ ਇਹੀ ਕਹਿੰਦੀ ਸੀ ਵੀ ਜੇ ਮੇਰੇ ਬੈਂਡ ਨਾ ਆਏ ਮੈਂ ਤਾਂ ਹੈ ਨਾ ਇੱਕ ਬੁਟੀਕ ਖੋਲ੍ਹ ਕੇ ਨਾਲ ਪਸ਼ੂਆਂ ਦਾ ਧੰਦਾ ਸ਼ੁਰੂ ਕਰੂੰਗੀ, ਵੀ ਆਪਣਾ ਤਾਂ ਨਿਆਈ 'ਚ ਖੇਤ, ਆਪਾਂ ਨੂੰ ਦੂਰ ਜਾਣ ਦੀ ਕੀ ਲੋੜ ਆ, ਉੱਥੇ ਪੱਠੇ ਉੱਥੇ ਪਸ਼ੂ, ਸਾਰਾ ਕੁਛ ਕਰ ਲਾਂਗੇ। 2-3 ਲੱਖ ਰੁਪਈਆ ਲਾ ਕੇ ਜਿੰਨਾ ਵੀ ਲੱਗੂਗਾ, ਵੀ ਕੈਨੇਡਾ ਜਾਣ ਜਿੰਨਾ, ਜੇ 20 ਲੱਖ ਲੱਗਿਆ 20 ਲੱਖ ਲਾ ਦਾਂਗੇ ਕਰਜ਼ਾ ਲੈ ਕੇ। ਜਿਵੇਂ ਭੈਣ ਹੋਰਾਂ ਨੇ ਗੱਲ ਦੱਸੀ ਹੈ ਨਾ ਸਾਨੂੰ ਕਿ ਉਹਨੇ ਆਪਣੀ ਸਿਹਤ ਦੀ ਪਰਵਾਹ ਤੱਕ ਵੀ ਨਹੀਂ ਕੀਤੀ ਹੈਗੀ। ਬੁਖਾਰ ਹੋਇਆ ਜਾਂ ਜ਼ੁਕਾਮ ਹੋਇਆ ਜਾਂ ਜਿਹੜੀ ਵੀ ਕੋਈ ਉਹਨੂੰ ਪ੍ਰੋਬਲਮ ਆਈ ਹੈ ਨਾ, ਉਹਨੇ ਤੁਹਾਡੇ ਤੱਕ ਖਬਰ ਹੀ ਨਹੀਂ ਪਹੁੰਚਣ ਦਿੱਤੀ ਕਿ ਮਾਪੇ ਦੁਖੀ ਹੋਣਗੇ, ਤੇ ਆਖਰੀ ਦਮ ਤੱਕ ਵੀ ਨਾ ਤੁਹਾਡੇ ਕੋਲ ਇਹ ਖਬਰ ਆਈ, ਡਾਕਟਰ ਤੁਹਾਨੂੰ ਇਹ ਖਬਰ ਕਰਦੇ। ਹਾਂ, ਡਾਕਟਰ ਜਦੋਂ ਫੋਨ ਆਇਆ ਫਿਰ ਜਾਂਦੀ ਦਿਲ ਗੁੱਸੇ ਹੀ ਨਹੀਂ ਜਾਂਦਾ ਵੀ ਉਸ ਸਮਾਂ ਕਿਹਾ ਜਾ ਸੀ, ਕਿਵੇਂ ਅਸੀਂ ਟਾਈਮ ਕੱਢਿਆ, ਕਿਵੇਂ ਦਿਨ ਚੜਾਇਆ। ਫਿਰ ਉਹ ਭੈਣੇ ਜਦੋਂ ਤੁਸੀਂ ਇਹ ਖਬਰ ਸੁਣਦੇ ਹੋ, ਅੱਜ ਚਲੋ ਥੋੜੇ ਸੰਭਲੇ ਹੋ ਤੁਸੀਂ ਹੈ ਨਾ, ਉਹ ਦੌਰ ਸੀਗਾ 10-15 ਦਿਨ ਉਹ ਗੱਲ ਨੂੰ ਹੋਈ ਹੈ ਨਾ, ਤੇ ਅੱਜ ਥੋੜਾ ਪਰਿਵਾਰ ਸੰਭਲਿਆ, ਪਰ ਅੱਜ ਵੀ ਤਾਂ ਧੜਾ ਧੜ ਜਹਾਜ਼ ਭਰ ਕੇ ਜਾ ਰਿਹਾ ਭੈਣੇ। ਅੱਜ ਵੀ ਮਾਪਿਆਂ ਤੋਂ ਪਤਾ ਨਹੀਂ ਕਿੰਨੇ ਕੁ ਬੱਚੇ ਦੂਰ ਹੋ ਜਾਣਗੇ, ਪਤਾ ਨਹੀਂ ਕਿੰਨੇ ਕੁ ਬੱਚੇ ਉੱਥੇ ਸਹੀ ਸਲਾਮਤ ਰਹਿਣਗੇ, ਪਤਾ ਨਹੀਂ ਉੱਥੇ ਕਿੰਨੇ ਕੁ ਖਤਮ ਹੋ ਜਾਣਗੇ। ਸਹੀ ਸਲਾਮਤ ਰਹਿਣ ਦੀ ਤਾਂ ਮੈਨੂੰ ਲੱਗਦਾ ਹੈ ਨਹੀਂ ਕੋਈ ਸਿਚੁਏਸ਼ਨ ਉੱਥੇ। ਇੱਕ ਤਾਂ ਡਿਪਰੈਸ਼ਨ, ਕਿਉਂਕਿ ਉਹ ਇਕੱਲੇ ਨੇ, ਕਿਸੇ ਨਾਲ ਗੱਲ ਸ਼ੇਅਰ ਕਰ ਨਹੀਂ ਸਕਦੇ। ਤੁਹਾਨੂੰ ਕਦੇ ਭੈਣ ਨੇ ਦੱਸਿਆ ਸੀ ਕਿ ਇੱਥੇ ਇਹ ਹਾਲਾਤ ਨੇ, ਇੱਥੇ ਡਿਪਰੈਸ਼ਨ ਆ ਬੱਚਿਆਂ 'ਚ? ਆਪਦੇ ਦੋਸਤ ਉਹਦੇ ਦੱਸਦੇ ਨੇ ਵੀ ਉਹ ਗੱਲਾਂ ਕਰਦੀ ਰਹਿੰਦੀ ਸੀ ਵੀ ਕਿੰਨਾ ਹੈ ਨਾ ਵੀ ਲੋਕ ਤੰਗ ਨੇ ਹੈ ਨਾ, ਵੀ ਕਿੰਨੇ ਨੌਜਵਾਨ ਕਿਉਂ ਮਰ ਰਹੇ ਹੋ। ਆਪਦੇ ਦੋਸਤਾਂ ਨੂੰ ਕਹਿ ਰਹੀ ਸੀ, ਐ ਨਹੀਂ ਸੀ ਪਤਾ ਵੀ ਉਹਨੇ ਵੀ ਇਸ ਤਰੀਕੇ ਨਾਲ ਚਲੇ ਜਾਣਾ ਇੱਕ ਦਿਨ। ਉਹ ਆਪਦੇ ਦੋਸਤਾਂ ਨੂੰ ਕਹਿੰਦੀ ਸੀ ਵੀ ਰਾਜ ਦੇਖੀ ਵੀ ਕਿੰਨੇ ਲੋਕ ਮਰ ਰਹੇ ਨੇ, ਵੀ ਕਿੰਨੇ ਸਟੂਡੈਂਟ ਮਰ ਗਏ, ਵੀ ਉਹਨਾਂ ਦੇ ਮਾਪਿਓ ਦਾ ਕੀ ਹਾਲ ਹੁੰਦਾ ਹੋਊਗਾ, ਵੀ ਐਵੇਂ ਕਦੇ ਕਿਸੇ ਨਾਲ ਨਾ ਹੋਵੇ। ਉਹਨੂੰ ਨਹੀਂ ਪਤਾ ਸੀ ਵੀ ਇਹ ਸੱਚ ਮੇਰੇ ਤੇ ਹੋ ਜੂ, ਮੇਰੇ ਤੇ ਹੋ ਜੂ, ਉਹਨੂੰ ਇਹ ਗੱਲ ਦਾ ਪਤਾ ਨਹੀਂ ਸੀ। ਪਰ ਇਹ ਗੱਲ ਉਹ ਜ਼ਰੂਰ ਕਹਿੰਦੀ ਸੀ ਵੀ ਆਸਟ੍ਰੇਲੀਆ 'ਚ ਤਾਂ ਨਹੀਂ ਮੈਂ ਸੁਣਦੀ ਵੀ ਇੰਨੀਆਂ, ਵੀ ਕੈਨੇਡਾ 'ਚ ਮੌਤਾਂ ਕਿਉਂ ਹੋ ਰਹੀਆਂ, ਵੀ ਇੱਥੇ ਇਹੋ ਜਿਹੀ ਕੀ ਚੀਜ਼ ਆ, ਵੀ ਇੱਥੇ ਕਿਉਂ ਇੰਨੇ ਮਰ ਰਹੇ ਨੇ ਸਟੂਡੈਂਟ, ਇੱਥੇ ਕਿਉਂ ਇੰਨੇ ਜਾ ਰਹੇ ਨੇ, ਤੇ ਇੱਥੇ ਆ ਵੀ ਵੱਧ ਰਹੇ ਸੀ। ਉੱਥੇ ਕੈਨੇਡਾ ਦੇ ਵਿੱਚ ਵੀਜ਼ੇ ਵੀ ਜ਼ਿਆਦਾ ਮਿਲ ਰਹੇ ਨੇ।
ਮਤਲਬ ਉੱਥੇ ਹਾਲਾਤ ਨਹੀਂ ਹੈਗੇ ਵੀ ਬਾਲਾ ਹੁਣ ਭੇਜਣ ਦੇ ਜਾਂ ਹੁਣ ਉੱਥੇ ਖੁਸ਼ ਰਹਿਣਗੇ। ਇੱਕ ਤਾਂ ਪਹਿਲੀ ਗੱਲ ਤਾਂ ਉਹ ਇਕੱਲੇ ਨੇ, ਆਪਦੀ ਰੋਟੀ ਪਾਣੀ ਦਾ ਵੀ ਕਰਦੇ ਆ, ਬਾਹਰੋਂ ਸਮਾਨ ਲਿਆਉਂਦਾ, ਸੌਦਾ ਲਿਆਉਣ ਦੀ ਵੀ ਕਿੰਨੀ ਟੈਨਸ਼ਨ ਹੁੰਦੀ ਆ। ਐਸਾ ਆਪਣੇ ਮਾਂ ਪਿਓ ਲਿਆਉਂਦਾ, ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਚਾਹ ਦੇ ਵਿੱਚ ਕਿੰਨੀ ਚਾਹ ਪਊਗੀ, ਕਿੰਨੀ ਚੀਨੀ ਪਊਗੀ, ਸਾਨੂੰ ਮਹੀਨੇ ਦਾ ਕਿੰਨਾ ਰਾਸ਼ਨ ਲਿਆਉਣਾ ਪਊਗਾ, ਆਪਾਂ ਨੂੰ ਨਹੀਂ ਪਤਾ ਹੁੰਦਾ। ਆਪਣੇ ਮਾਂ ਪਿਓ ਲੈ ਆਉਂਦੇ, ਉੱਥੇ ਹਰੇਕ ਚੀਜ਼ ਖੁਦ ਦੇਖਣੀ, ਫਿਰ ਕੰਮ ਤੇ ਵੀ ਜਾਣਾ, ਪੜ੍ਹਾਈ ਵੀ ਕਰਨੀ, ਬੈਗ ਦੀ ਟੈਨਸ਼ਨ ਵੀ ਮੈਨੂੰ ਕਿਵੇਂ ਭੇਜਿਆ ਮੈਂ, ਉਹ ਪੈਸੇ ਵਾਪਸ ਵੀ ਕਰਨੇ ਨੇ ਅਸੀਂ ਜ਼ਮੀਨ ਵੀ ਛਡਾਉਣੀ ਹੈ, ਜੇ ਗਹਿਣੇ ਪਈ ਆ ਤਾਂ ਅਸੀਂ ਹੋਰ ਵੀ ਲੈਣੀ ਆ। ਮਤਲਬ ਇਹ ਕਿੰਨੀਆਂ ਚਿੰਤਾਵਾਂ ਨੇ। ਇਹ ਭੈਣ ਹੋਰਾਂ ਨੇ ਕਦੇ ਇਹ ਗੱਲ ਦਾ ਫਿਕਰ ਕਰਦੇ ਕਿ ਸਾਡੀ ਜ਼ਮੀਨ ਗਹਿਣੇ ਪਈ ਆ, ਅਸੀਂ ਜ਼ਮੀਨ ਵੇਚੀ ਆ, ਮੇਰੇ ਮਾਪਿਆਂ ਨੇ ਵੇਚ ਕੇ ਭੇਜਿਆ ਮੈਨੂੰ ਤੇ ਮੈਂ ਉਹ ਪੈਸੇ ਇਹ ਗੱਲ ਨਹੀਂ ਤਾਂ ਉਹਦੀ ਮਤਲਬ ਕਿ ਇੱਕ ਘਰ ਪਾਉਣ ਦੀ ਤੇ ਇੱਕ ਜ਼ਮੀਨ ਜਿਹੜੀ ਗਹਿਣੇ ਕਰੀ ਵੀ ਆ, ਮੇਰੇ ਡੈਡੀ ਨੇ 1-2 ਕਿੱਲੇ ਹੋਰ ਵੀ ਗਹਿਣੇ ਆ ਹਜੇ ਸਾਡੀ, ਤੇ ਵੀ ਉਹ ਜ਼ਮੀਨ ਨੂੰ ਗਹਿਣੇ ਛਡਾਉਣ ਦਾ ਵੀ ਕਾਫੀ ਉਹਦੇ ਤੇ ਸੀਗਾ ਵੀ ਛੇਤੀ ਛਡਵਾ ਲਈਏ ਬਸ ਅਸੀਂ ਗਹਿਣੇ। ਤੁਸੀਂ ਇਹ ਗੱਲ ਵੀ ਦੱਸਦੇ ਹੋ ਭੈਣੇ ਕਿ ਜਿਹੜੀ ਉਹ ਜ਼ਮੀਨ ਸੀ ਉਹਦੀ ਵੀ ਟੈਨਸ਼ਨ ਸੀ, ਤੇ ਉਹਨੇ ਜਿੱਥੇ ਬਾਕੀ ਸਟੂਡੈਂਟ ਉਹਦੇ ਨਾਲ ਦੀਆਂ ਕੁੜੀਆਂ ਸੌਂ ਜਾਂਦੀਆਂ ਸੀ ਤਾਂ ਉਹਨੇ ਸ਼ਿਫਟਾਂ ਓਵਰ ਟਾਈਮ ਵੀ ਕਰ ਲੈਂਦੀ ਸੀ। ਮਤਲਬ ਉਹ ਡਰਦੀ ਨਹੀਂ ਸੀ ਰਾਤ ਨੂੰ ਸ਼ਿਫਟ ਲਾਉਣ ਤੋਂ, ਮਤਲਬ ਉਹਦੇ ਨਾਲ ਦੀਆਂ ਕੁੜੀਆਂ ਰਾਤ ਨੂੰ ਸ਼ਿਫਟ ਤੇ ਨਹੀਂ ਸੀ ਜਾਂਦੀਆਂ, ਜੇ ਦਿਨ ਦਾ ਕੰਮ ਮਿਲਦਾ ਤਾਂ ਕਰਦੀਆਂ ਪਰ ਰਾਤ ਨੂੰ ਨਹੀਂ ਸੀ ਜਾਂਦੀਆਂ, ਰਾਤ ਨੂੰ ਵੀ ਆਉਂਦੀ ਸੀ ਕਿਉਂਕਿ ਦਲੇਰ ਸੀਗੀ ਸ਼ੁਰੂ ਤੋਂ ਹੀ, ਬਿਮਾਰੀ ਨੂੰ ਲੈ ਕੇ ਵੀ ਕਦੇ ਵੀ ਢਹਿਣ ਦੀ ਕਲਾ 'ਚ ਤਾਂ ਆਈ ਹੀ ਨਹੀਂ। ਤੇ ਮੈਨੂੰ ਤਾਂ ਲੱਗਦਾ ਵੀ ਇਹਨੂੰ ਇਹਦੀ ਦਲੇਰੀ ਹੀ ਲੈ ਕੇ ਪੈ ਗਈ। ਜੇ ਪਹਿਲਾਂ ਕਿਸੇ ਨੂੰ ਕਹਿ ਦਿੰਦੀ ਮੈਂ ਬਿਮਾਰ ਆ, ਮੈਨੂੰ ਤਾਂ ਸਾਹ ਨਹੀਂ ਆਉਂਦਾ, ਹਸਪੀਟਲ ਲਿਜਾਇਆ ਜਾਂਦਾ, ਇੱਧਰੋਂ ਦਵਾਈਆਂ ਭੇਜੀਆਂ ਜਾਂਦੀਆਂ, ਇਲਾਜ ਹੋ ਜਾਂਦਾ, ਇੱਧਰ ਮੰਗਵਾ ਲੈਂਦੇ, ਉਹਨੂੰ ਟਿਕਟ ਕਰਵਾ ਦਿੰਦੇ। ਤੁਹਾਨੂੰ ਦੱਸਿਆ ਤੱਕ ਨਹੀਂ ਦੱਸਿਆ ਬਿਲਕੁਲ। ਮੇਰੇ ਨਾਲ ਤਾਂ ਉਹਨੇ ਜਦੋਂ ਆਖਰੀ ਵਾਰ ਗੱਲ ਕਰੀ ਆ, ਉਹਨੇ ਇਹੀ ਗੱਲ ਕਰੀ ਆ ਵੀ ਰੀਲ ਭੇਜੀ 10:30 ਵਜੇ ਉਸ ਦਿਨ ਸੰਡੇ, ਉਹਨੇ ਮੇਰੇ ਨਾਲ ਗੱਲ ਕਰੀ ਹੈਗੀ 3 ਦਿਨ ਪਹਿਲਾਂ ਡੈਥ ਹੋਣ ਤੋਂ, ਵੀ ਸੁਮਨ ਤੋਂ ਮੈਨੂੰ ਕੱਪੜੇ ਕੁਰੀਅਰ ਕਰਤੇ, ਮੈਂ ਸ਼ਿਫਟ ਲਾਉਣ ਜਾਂਦੀ, ਹੁਣ ਕੱਪੜੇ ਵਾਲੇ ਘਸ ਜਾਂਦੇ, ਇੱਧਰ ਤਾਂ ਸੋਹਣੇ ਕੱਪੜੇ ਮਿਲਦੇ ਨਹੀਂ ਹੈਗੇ ਵਧੀਆ, ਵੀ ਉੱਧਰ ਕਾਟਨ ਦੀ ਗਰਮੀ ਵਾਲੀ ਹੁੰਦੀ ਹੈ, ਸਹੀ ਦੀ ਗਰਮੀ ਵਾਲੇ ਕੱਪੜੇ ਭੇਜਦੇ। ਮੈਂ ਤੇ ਡੈਡੀ ਜਾ ਕੇ 3 ਤਰੀਕ ਨੂੰ ਉਹਨੂੰ ਕੱਪੜੇ ਭੇਜ ਕੇ ਆਏ ਆ, ਕੁਰੀਅਰ ਪਾਰਸਲ ਕਰਕੇ ਆਏ ਆ, ਤੇ 15 ਤਰੀਕ ਨੂੰ ਪਾਰਸਲ ਪਹੁੰਚਿਆ, 9 ਤਰੀਕ ਨੂੰ ਤੋਂ ਇਹ ਡੈਥ ਹੋ ਗਈ ਸੀ, ਉੱਧਰਲੀ 8 ਨੂੰ, ਇੱਧਰਲੀ ਆਪਣੀ 9 ਨੂੰ। ਅੱਛਾ, ਉਹ ਪਾਰਸਲ ਵੀ ਤੁਹਾਡਾ ਬਾਅਦ ਚੋਂ ਪਹੁੰਚਿਆ? ਤੇ ਇਦੋਂ ਪਹਿਲਾਂ ਜਦੋਂ ਮੈਂ ਪਾਰਸਲ ਕਰਕੇ ਆਈ ਥੋੜੇ ਦਿਨਾਂ ਬਾਅਦ ਮੈਨੂੰ ਉਹਨੇ ਫਰਾਕਾਂ ਭੇਜਦੀਆਂ, ਕਹਿੰਦੀ ਐਵੇਂ ਦੀਆਂ ਫਰਾਕਾਂ ਸਿਉਂ ਕੇ ਭੇਜ ਦਿਓ ਮੈਨੂੰ ਗਰਮੀ ਵਾਲੀਆਂ। ਤੁਸੀਂ ਭੈਣੇ ਦੱਸਦੇ ਹੋ ਕਿ ਉਹ ਮੇਰੀ ਮਾਂ ਵੀ ਸੀ, ਮੇਰੀ ਭੈਣ ਵੀ ਸੀ, ਹਨਾ, ਉਹਨੇ ਬੱਚਿਆਂ ਵਾਂਗੂ ਰੱਖਿਆ ਤੁਹਾਨੂੰ, ਉਹ ਕੱਪੜੇ ਤੱਕ ਵੀ ਸਿਉਂ ਕੇ ਦਿੰਦੀ ਸੀ, ਤੁਸੀਂ ਉਹਦੇ ਕੱਪੜੇ ਬਣਾਏ ਤੱਕ ਪਾਉਂਦੇ ਸੀਗੇ, ਕਦੇ ਤੁਸੀਂ ਮੁੱਲ ਕੱਪੜੇ ਨਹੀਂ ਲਏ ਸੀ? ਮਤਲਬ ਮੈਨੂੰ ਜ਼ਰੂਰਤ ਹੀ ਨਹੀਂ ਸੀ ਹੁੰਦੀ, ਜਿਵੇਂ ਮੈਂ ਕਹਿੰਦੀ ਵੀ ਮਨ ਮੇਰਾ ਐਵੇਂ ਦੇ ਸੂਟ ਸਿਉਂਦੇ, ਫਰਾਕ ਐਵੇਂ ਦੀ ਬਣਾ ਦੇ, ਜਾਂ ਫਿਰ ਮੇਰਾ ਟੌਪ ਸਿਉਂਦੇ ਐਵੇਂ ਦਾ, ਮਤਲਬ ਉਹਨੇ ਕੋਈ ਵੀ ਉਹਨੂੰ ਕਿੰਨਾ ਵੀ ਟਾਈਮ ਮਰਜ਼ੀ ਲੱਗ ਜਾਣਾ ਵੀ ਉਹਨੇ ਮੇਰਾ ਟੌਪ ਫਰਾਕਾਂ ਵਗੈਰਾ ਸਿਉਂ ਕੇ ਦੇਣੀਆਂ। ਮੈਂ ਤਾਂ ਕਦੇ ਟੌਪ ਜਾਂ ਫਰਾਕਾਂ ਕੱਪੜਾ ਮੁੱਲ ਲੈ ਕੇ ਉਵੇਂ ਪਾਇਆ ਹੀ ਨਹੀਂ, ਨਾ ਹੀ ਮੈਨੂੰ ਬਾਹਰਲੇ ਕੱਪੜਿਆਂ ਦਾ ਸ਼ੌਂਕ ਸੀ, ਕਿਉਂਕਿ ਇੱਕ ਤਾਂ ਮੈਂ ਬਹੁਤ ਜ਼ਿਆਦਾ ਪਤਲੀ ਸੀ, ਮੇਰੇ ਸਾਈਜ਼ ਦਾ ਕੱਪੜਾ ਮਿਲਦਾ ਹੀ ਨਹੀਂ ਸੀ ਆਸਾਨੀ ਨਾਲ, ਬਹੁਤ ਹੀ ਮੱਥਾ ਮਾਰਨਾ ਪੈਂਦਾ, ਤੇ ਮੇਰੇ ਤੋਂ ਇੰਨਾ ਬਾਜ਼ਾਰਾਂ 'ਚ ਫਿਰਿਆ ਨਹੀਂ ਸੀ ਜਾਂਦਾ, ਤੇ ਇਸ ਲਈ ਉਹੀ ਮੇਰੇ ਸਾਈਜ਼ ਦਾ ਕੱਪੜੇ ਉਹੀ ਸਿਉਂਦੀ ਸੀ। ਮੈਂ ਛੋਟੀ ਭੈਣ ਸੀ ਬੇਸ਼ੱਕ ਉਹ, ਪਰ ਸਾਡੇ 'ਚ ਫਰਕ ਨਹੀਂ ਸੀਗਾ ਵੀ ਮੈਂ ਵੱਡੀ ਹਾਂ ਉਹ ਛੋਟੀ ਆ, ਮਤਲਬ ਬਰਾਬਰ ਸੀਗੀਆਂ ਦੋਨੇ, ਅਸੀਂ ਇੱਕ ਦੂਜੇ ਦੇ ਬਰਾਬਰ ਹੀ ਇੱਕ ਸੁੱਖ ਦੁੱਖ ਕਰਦੀਆਂ ਸੀਗੀਆਂ। ਕਿ ਇਹ ਸਾਡੇ ਘਰ ਦੀ ਕਹਾਣੀ ਨਹੀਂ ਹੈਗੀ, ਇਹ ਤਾਂ ਇਹਨਾਂ ਨਾਲ ਵਾਪਰ ਗਈ, ਸਾਡੇ ਨਾਲ ਥੋੜ੍ਹੀ ਇਹ ਹੋ ਸਕਦੀ ਆ, ਤਾਂ ਉਹ ਅੱਜ ਵੀ ਬੇਸਮਝੀ ਮੰਨਦੇ ਉਹਨਾਂ ਦੀ ਕਿ ਅੱਜ ਵੀ ਇਕੱਲੇ ਜਵਾਕਾਂ ਨੂੰ ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਵੀ ਚੰਗੀ ਆ ਅੱਜ ਵੀ ਉੱਥੇ ਭੇਜੀ ਜਾਂਦੇ ਆ? ਦੇਖੋ ਵੀਰੇ, ਜਿਨ੍ਹਾਂ ਕੋਲ ਜਾਇਦਾਦ ਚੰਗੀ ਆ, ਕੰਮ ਧੰਦੇ ਇੱਥੇ ਚੰਗੇ ਨੇ, ਉਹਨਾਂ ਨੂੰ ਤਾਂ ਲੋੜ ਹੀ ਨਹੀਂ ਜਾਣਦੀ, ਉਹਨਾਂ ਨੂੰ ਤਾਂ ਇੱਕ ਮਜਬੂਰੀ ਕਾਰਨ ਮਾਂ ਪਿਓ ਨੂੰ ਤੰਗ ਕਰਕੇ ਚਲੇ ਜਾਂਦੇ ਨੇ, ਫਿਰ ਬਾਅਦ 'ਚ ਤੜਫਣ ਨੂੰ ਥਾਂ ਹੋ ਜਾਂਦਾ। ਤੁਸੀਂ ਅੱਜ ਵੀ ਤੜਫ ਰਹੇ ਹੋ ਧੀ ਲਈ? ਬਾਹਲਾ, ਜਿੰਨਾ ਚਿਰ ਜਾਵਾਂਗੇ ਉਹਨਾਂ ਚਿਰ ਤੜਫਾਂਗੇ, ਹਨੇਰਾ ਦਿੰਦਾ ਚਾਨਣ ਦਿੰਦਾ। ਸੁਮਨ ਭੈਣੇ, ਕੀ ਕਹਿਣਾ ਚਾਹੋਗੇ ਉਹ ਲੋਕਾਂ ਨੂੰ ਜਿਹੜੇ ਅੱਜ ਵੀ ਅੱਖਾਂ 'ਤੇ ਪੱਟੀਆਂ ਬੰਨ੍ਹ ਕੇ ਸਰਦੇ ਹੋਏ ਵੀ ਇੱਥੇ, ਤੁਹਾਡੀ ਤਾਂ ਚਲੋ ਪਰਿਵਾਰ ਦੀ ਮਜਬੂਰੀ ਸੀ, 2 ਧੀਆਂ ਸੀ, ਪਿਓ ਨੇ ਖੇਤੀਬਾੜੀ ਕਰਕੇ ਧੀਆਂ ਪਾਲੀਆਂ, ਉਹਨੂੰ ਚੰਗੀ ਜ਼ਿੰਦਗੀ ਦੇ ਲਈ ਬਾਹਰ ਭੇਜਿਆ, ਚਲੋ ਇੱਕ ਨੂੰ ਸੀਮਤ ਸਾਧਨਾਂ ਦੇ ਨਾਲ ਭੇਜਿਆ, ਹੈ ਨਾ, ਤੇ ਤੁਸੀਂ ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਆਪਣੀ ਪਿੱਛੇ ਲੱਗ ਕੇ ਕਿਸੇ ਦੇ, ਜਾਂ ਅੱਜ ਇਹਦਾ ਬੱਚਾ ਗਿਆ ਮੈਂ ਵੀ ਭੇਜਦਾ, ਉਹ ਲੋਕ ਭੇਜਦੇ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਤਾਂ ਹੀ ਕਹਿੰਦੇ ਵੀ ਸੋਚੋ, ਸੰਭਲੋ, ਤੇ ਪੰਜਾਬ ਦੇ ਵਿੱਚ ਬਹੁਤ ਕੁਛ ਆ ਸਾਡੇ ਕੋਲ, ਇੱਥੇ ਥੋੜੀ ਖਾ ਲਓ, ਪਰ ਅਸਲ ਦੇ ਵਿੱਚ ਤਾਂ ਜ਼ਿਆਦਾਤਰ ਉਹੀ ਭੇਜ ਰਹੇ ਨੇ, ਜਿਵੇਂ ਹੁਣ ਦਿਖ ਰਿਹਾ ਵੀ ਜਿਨ੍ਹਾਂ ਕੋਲ ਸਾਧਨ ਹੈਗੇ ਆ ਭੇਜਣ ਦੇ, ਮਤਲਬ ਜੇ ਕਰਜ਼ਾ ਚੱਕ ਕੇ ਭੇਜਦੇ ਆ, ਜੇਕਰ ਬੱਚੇ ਨੂੰ ਉੱਥੇ ਉਹ ਐਂ ਨਹੀਂ ਸੋਚਦੇ ਜੇ ਕੁਛ ਹੋ ਗਿਆ ਤਾਂ ਅਸੀਂ ਹੋਰ ਪੈਸੇ ਕਿੱਥੋਂ ਦੇਵਾਂਗੇ, ਕਿੱਥੋਂ ਲਾਵਾਂਗੇ, ਤੇ ਜੇ ਉੱਥੇ ਕੰਮ ਨਾ ਮਿਲਿਆ, ਜੇ ਕੰਮ ਨਾ ਹੋਇਆ, ਬੱਚਾ ਡਿਪਰੈਸ਼ਨ ਦੇ ਵਿੱਚ ਜਾਊਗਾ, ਬਿਮਾਰ ਹੋਊਗਾ, ਕੁਛ ਵੀ ਵਾਪਰ ਸਕਦਾ ਕਿਸੇ ਨਾਲ ਵੀ, ਕਿਸੇ ਟਾਈਮ ਵੀ, ਤੇ ਤੁਸੀਂ ਕਿੰਨੇ ਵੀ ਸਟਰੋਂਗ ਹੋ, ਪਰ
ਮੈਨੂੰ ਲੱਗਦਾ ਵੀ ਅਸੀਂ ਜਿਵੇਂ ਸਮਾਜ ਦੇ ਵਿੱਚ ਵਿਚਰੇ ਸੀ, ਇਨਕਲਾਬੀ ਪਰਿਵਾਰ ਦੇ ਵਿੱਚੋਂ ਸੀ, ਮਾਨਸਿਕ ਤੌਰ ਤੇ ਵੀ ਸਟਰੋਂਗ ਸੀ, ਸਮਾਜਿਕ ਤੌਰ ਤੇ ਵੀ ਅਸੀਂ ਹੈ ਨਾ ਮਤਲਬ ਕਿ ਜ਼ਿਆਦਾਤਰ ਜਾਣਦੇ ਸੀ ਸਮਾਜ ਨੂੰ, ਤੇ ਉਹ ਵੀ ਮੇਰੀ ਭੈਣ ਵੀ ਸਟਰੋਂਗ ਸੀ। ਜਦੋਂ ਉਹਦੇ ਨਾਲ ਇਹੋ ਜਿਹੀਆਂ ਚੀਜ਼ਾਂ ਵਾਪਰ ਸਕਦੀਆਂ ਤੇ ਆਮ +2 ਕਰਕੇ ਜਾਣ ਵਾਲੀ ਜਿਹਨੇ ਬਾਹਰ ਅੰਦਰ ਸਮਾਜ ਦੇਖਿਆ ਹੀ ਨਹੀਂ ਹਲੇ, ਮੇਰੀ ਭੈਣ ਨੇ ਤਾਂ ਦੇਖਿਆ ਸੀ, ਸਮਝਿਆ ਸੀ, ਸੰਘਰਸ਼ਾਂ ਦੇ ਵਿੱਚ ਜਾਂਦੀ ਸੀ। ਜਿਹੜੇ ਬੱਚੇ ਨੇ ਬਿਲਕੁਲ ਹੀ ਸਮਾਜ ਨਹੀਂ ਦੇਖਿਆ ਉਸ ਨੂੰ ਬਾਹਰ ਭੇਜਣਾ ਤੇ ਜਿੰਨੇ ਬਲਕਿ ਬਹੁਤ ਹੀ ਮੈਨੂੰ ਲੱਗਦਾ ਬੇਵਕੂਫੀ ਵਾਲਾ ਡਿਸੀਜਨ ਹੈ, ਬਿਲਕੁਲ ਬੇਵਕੂਫੀ ਕਰ ਰਿਹਾ। ਉਹ ਖੁਦ ਆਪਦੇ ਬੱਚੇ ਨੂੰ ਮੌਤ ਦੇ ਮੂੰਹ ਦੇ ਵਿੱਚ ਧੱਕ ਰਹੇ ਨੇ ਕੈਨੇਡਾ ਭੇਜ ਕੇ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਭੇਜ ਕੇ। ਮੈਨੂੰ ਤਾਂ ਹੀ ਲੱਗਦਾ ਵੀ ਉਹ ਇੱਕ ਵਾਰ ਜ਼ਰੂਰ ਸੋਚਣ ਕਿ ਤੁਸੀਂ ਆਪਦੇ ਬੱਚੇ ਦੀ ਜ਼ਿੰਦਗੀ ਚਾਹੁੰਦੇ ਹੋ ਜਾਂ ਉਸ ਪੈਸੇ ਦੇ ਲਈ ਉਸ ਨੂੰ ਮੌਤ ਦੇ ਮੂੰਹ ਦੇ ਵਿੱਚ ਧੱਕਣਾ ਚਾਹੁੰਦੇ ਹੋ। ਅੱਛਾ ਬਈ, ਜਿਵੇਂ ਭੈਣ ਹੋਰਾਂ ਨੇ ਦੱਸਿਆ ਕਿ ਤੁਸੀਂ ਇਹਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਪਾਲਿਆ ਹੈ ਨਾ, ਤੁਸੀਂ ਇਹਨਾਂ ਨੂੰ ਬਾਹਰ ਭੇਜਣ ਦਾ ਸੁਪਨਾ ਦੇਖਿਆ, ਤੁਹਾਡੀ ਮਜਬੂਰੀ ਬਣਦੀ ਆ ਪਰਿਵਾਰ ਦੀ ਕਿ ਚਲੋ ਜ਼ਿੰਦਗੀ ਤੁਹਾਡੀ ਸੌਖੀ ਹੋ ਜੂ, ਧੀਆਂ ਦਾ ਵੀ ਸੁਨਹਿਰਾ ਭਵਿੱਖ ਹੋ ਜਾਊਗਾ। ਅੱਜ ਹੋ ਗਈ ਆ, ਕੱਲ੍ਹ ਨੂੰ ਇਹਨੂੰ ਵੀ ਬੁਲਾ ਸਕਦੀ, ਪਰਿਵਾਰ ਨੂੰ ਵੀ ਬੁਲਾ ਸਕਦੀ ਹੈ ਨਾ। ਅਤੇ ਲੱਗਦਾ ਕਿ ਤੁਹਾਡੇ ਹੱਥੋਂ ਵੀ ਇਹ ਚੀਜ਼ ਦੀ ਗਲਤੀ ਰਹੀ ਕਿ ਜੇ ਇੱਥੇ ਘੱਟ ਖਾ ਕੇ ਵੀ ਚੰਗਾ ਗੁਜ਼ਾਰਾ ਹੋ ਸਕਦਾ ਸੀ ਤਾਂ ਇੱਥੇ ਧੀ ਨੂੰ ਰੱਖਦੇ, ਇਹ ਕਰਜ਼ ਵੀ ਨਾ ਚੜ੍ਹਦਾ ਅਤੇ ਉਹ ਕਰਜ਼ ਮੁੜ ਗਿਆ। ਬਿਲਕੁਲ ਇਹ ਗਲਤੀ ਹੋਈ ਆ, ਕਿਉਂਕਿ ਜਿਹੜੀ ਬਾਹਰੀ ਚਕਾਚੌਂਧ ਦਿਖਾਈ ਗਈ ਆ ਆਪਾਂ ਨੂੰ, ਜਦੋਂ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚੋਂ ਸੋਨੇ ਦੀਆਂ ਚੈਨੀਆਂ ਪਾ ਕੇ ਉਤਰਦੇ ਆ ਉਹ ਲੋਕ, ਉਦੋਂ ਉਸ ਤਰੀਕੇ ਉਹ ਇੱਕ ਨਕਲੀ ਸੁਪਨੇ ਦਿਖਾਏ ਜਾਂਦੇ ਆ। ਉਹੀ ਸੁਪਨਿਆਂ ਦੇ ਵਿੱਚ ਮੇਰੀ ਜਿਹੜੀ ਧੀ ਸੀ ਮਨਪ੍ਰੀਤ, ਉਹਦੇ ਵਿੱਚ ਗੁੰਮਰਾਹ ਹੋ ਗਈ। ਉਹ ਮੈਨੂੰ ਵੀ ਨਹੀਂ ਸੀ ਪਤਾ ਇਸ ਗੱਲ ਦੇ ਬਾਰੇ। ਮੈਂ ਪੰਜਾਬ ਦੇ ਵਿੱਚ ਹੀ ਲਗਾਤਾਰ ਸੰਘਰਸ਼ਾਂ ਦੇ ਵਿੱਚ ਲੰਮੇ ਸਮੇਂ ਤੋਂ ਸੰਘਰਸ਼ ਲੜ ਰਹੇ ਹਾਂ। ਮਤਲਬ ਇਸ ਵੱਲ ਧਿਆਨ ਹੀ ਉਦੋਂ ਮੇਰਾ ਗਿਆ ਜਦੋਂ ਮੇਰੀ ਬੇਟੀ ਦੀ ਮੌਤ ਦਾ ਮੈਨੂੰ ਸੁਨੇਹਾ ਆਉਂਦਾ, ਤਾਂ ਉਸ 'ਤੇ ਮੈਂ ਪੜਤਾਲ ਕਰਦਾ, ਜਦੋਂ ਇਸ ਗੱਲ ਦੇ ਉੱਤੇ ਬਹਿ ਕੇ ਚਿੰਤਨ ਕਰਦਾ। ਮੈਂ ਚਿੰਤਨ ਦੇ ਵਿੱਚੋਂ ਜਿਹੜੀਆਂ ਗੱਲਾਂ ਅਸੀਂ ਕਹਿ ਰਿਹਾ, ਮੇਰਾ ਪਰਿਵਾਰ ਕਹਿ ਰਿਹਾ, ਇਹ ਚਿੰਤਨ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਨੇ। ਜਦੋਂ ਅਸੀਂ ਇਸ ਗੱਲ 'ਤੇ ਬਹਿ ਕੇ ਵਿਚਾਰ ਕੀਤੀ ਤੇ ਸਾਰਾ ਪਤਾ ਕਰਿਆ ਵੀ ਇਹ ਗੱਲ ਕਮੀ ਕਿੱਥੇ ਪਈ ਆ, ਤਾਂ ਫਿਰ ਪਤਾ ਲੱਗਿਆ ਵੀ ਬੱਚਿਆਂ ਨਾਲ ਜਿਹੜਾ ਇਹ ਹੁੰਦਾ ਧੋਖਾ ਹੋ ਰਿਹਾ। ਉਹ ਬੱਚੇ ਨਿਆਣੇ ਨੇ, ਇਹ ਕੋਰਾ ਕਾਗਜ਼ ਹੈ, ਉਹਦੇ ਉੱਤੇ ਜਿਹੜਾ ਇਹ ਨਕਲੀ ਲਿਖਿਆ ਜਾ ਰਿਹਾ ਚਕਾਚੌਂਧ, ਉਸ ਦੇ ਨਾਲ ਬੱਚੇ ਜਿਹੜੇ ਲਗਾਤਾਰ ਹੋੜ ਲੱਗੀ ਹੋਈ ਆ ਵਿਦੇਸ਼ਾਂ ਵੱਲ ਜਾਣ ਦੀ। ਤਾਂ ਇਹਦੇ 'ਤੇ ਇਹ ਚਿੰਤਨ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਅਸੀਂ ਇੱਕ ਧੋਖੇ ਦੇ ਵਿੱਚ ਰਹਿ ਕੇ ਆਪਦੇ ਬੱਚੇ ਨਾਲ, ਸਾਤੋਂ ਮਤਲਬ ਇਹ ਵੱਡੀ ਕਮੀ ਰਹੀ ਆ ਸਾਡੇ ਵਿੱਚ। ਇੱਕ ਗੱਲ ਤਾਂ ਇਹ ਵੀ ਆ ਬਾਈ ਹੈ ਨਾ, ਉਹ ਚਾਹੇ ਤੁਸੀਂ ਉਹਨਾਂ ਨੂੰ ਦੱਸਿਆ, ਚਾਹੇ ਉਹ ਭੈਣ ਹੋਰਾਂ ਨੂੰ ਪਤਾ ਸੀ, ਚਾਹੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਜ਼ਮੀਨ ਗਹਿਣੇ ਪਈ ਆ, ਉਹ ਛਡਾਉਣੀ ਆ ਜਾਂ ਜ਼ਮੀਨ ਵੇਚੀ ਹੈ, ਉਹ ਕਰਜ਼ਾ ਤਾਂ ਮੋੜ ਨਹੀਂ ਆ। ਉਹ ਇਹ ਭੈਣ ਸੁਮਨ ਹੋਰੀ ਦੱਸਦੀ ਹੈ ਕਿ ਉਹਨੇ ਕਦੇ ਰਾਤ ਦੀ ਪਰਵਾਹ ਵੀ ਨਹੀਂ ਕਰੀ, ਉਹਨੇ ਕਦੇ ਦਿਨ ਦੀ ਪਰਵਾਹ ਵੀ ਨਹੀਂ ਕਰੀ। ਉਹ ਕੰਮ ਕਰਦੀ ਸੀ ਕਿ ਬਾਪੂ ਦਾ ਘਰ ਬਣਾਉਣਾ, ਬਾਪੂ ਨੂੰ ਇੱਕ ਚੰਗੀ ਜ਼ਿੰਦਗੀ ਦੇਣੀ ਆ, ਜਿਹੜੀ ਜ਼ਮੀਨ ਗਹਿਣੇ ਪਈ ਆ ਉਹ ਛਡਾਉਣੀ ਆ। ਅਤੇ ਉਹ ਚੀਜ਼ਾਂ ਦਾ ਤਾਂ ਬੋਝ ਹੈਗਾ ਹੀ ਸੀ। ਆਮ ਮੱਧਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਇਹ ਟੈਨਸ਼ਨਾਂ ਵੀ ਹੁੰਦੀਆਂ ਨੇ, ਤਾਂ ਕਰਕੇ ਉੱਥੇ ਡਿਪਰੈਸ਼ਨ 'ਚ ਜਾਂਦੇ ਹੋ। ਦੇਖੋ, ਮੈਂ ਪਹਿਲਾਂ ਵੀ ਗੱਲ ਦੱਸ ਚੁੱਕਿਆ ਵੀ ਜਿਹੜਾ ਮੇਰੇ ਬੱਚੇ ਆ, ਮੈਂ ਕਦੇ ਵੀ ਨਾ ਤਾਂ ਇਹਨਾਂ ਦੇ ਉੱਤੇ ਕੋਈ ਗੱਲ ਥੋਪੀ ਸੀ ਵੀ ਤੁਸੀਂ ਆਹ ਪੜ੍ਹਨਾ ਹੈ ਜਾਂ ਬਾਹਰ ਜਾਣਾ। ਇਹ ਬੱਚਿਆਂ ਦੇ ਆਪਦੇ ਡਿਸੀਜਨ ਸੀ ਵੀ ਇੱਥੇ ਰਹਿ ਕੇ ਪੜ੍ਹਨਾ ਹੈ ਕਿ ਬਾਹਰ ਜਾ ਕੇ ਪੜ੍ਹਨਾ। ਇਹ ਬੇਟੀ ਸੀ, ਇਹ ਕਿਹਾ ਵੀ ਮੈਂ ਬਾਹਰ ਨਹੀਂ ਜਾਣਾ, ਮੈਂ ਇੱਥੇ ਰਹਿ ਕੇ ਪੜ੍ਹਨਾ। ਪੜ੍ਹੀ, ਉਹ ਵੀ ਕਹਿੰਦੀ ਸੀ ਮੈਂ ਇੱਥੇ ਰਹਿ ਕੇ ਪੜ੍ਹਨਾ। ਪਰ ਪਤਾ ਨਹੀਂ ਜਦੋਂ ਕੋਈ ਮੈਨੂੰ ਕਿਹੜੇ ਸ਼ਬਦਾਂ ਨਾਲ ਬਿਆਨ ਕਰਾਂ ਵੀ ਇੰਨਾ ਵਧੀਆ ਯੂਨੀਵਰਸਿਟੀ ਦੇ ਵਿੱਚ, ਚੰਡੀਗੜ੍ਹ ਵਰਗੀ ਯੂਨੀਵਰਸਿਟੀ ਦੇ ਵਿੱਚ ਬੱਚਾ ਪੜ੍ਹਦਾ ਹੋਵੇ ਤੇ ਉੱਥੋਂ ਛੱਡ ਕੇ ਉਹ ਕਿਵੇਂ ਉਹਦਾ ਮਨ ਕਰਿਆ ਕੈਨੇਡਾ ਵੱਲ ਜਾਣ ਦਾ। ਇਹਦੇ ਤਾਂ ਜਾਣੀ ਵਿਚਾਰਿਆ ਹੀ ਜਾ ਸਕਦਾ। ਹਜੇ ਇਹਦੇ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ ਵੀ ਕੀ ਉਹ ਚੰਡੀਗੜ੍ਹ ਜਾ ਕੇ ਜਾਂ ਉੱਥੇ ਰਹਿ ਕੇ, ਜਾਂ ਨਾਲ ਦੇ ਜਿਹੜੇ ਮਤਲਬ ਸਾਥੀ ਗਏ ਆ, ਉਹਦੇ ਕਲਾਸਮੇਟ ਗਏ ਜਾਂ ਹੋਰ ਉਹਨਾਂ ਨੇ ਕੀ ਕਿਹਾ ਉਹਨੂੰ, ਜਾਂ ਕੀ ਉਹ 'ਤੇ ਪ੍ਰਭਾਵ ਪਿਆ। ਪਹਿਲਾਂ ਉਹ ਜਾਣਾ ਨਹੀਂ ਸੀ ਚਾਹੁੰਦੀ। ਇੱਕੋ ਦਮ ਹੀ ਬਣਦਾ। ਹਾਂ, ਇੱਕੋ ਦਮ ਹੀ ਬਣਦਾ, ਇੱਕੋ ਦਮ ਹੀ ਆਈਲੈਟਸ ਕਰਦੀ ਆ ਤੇ ਉਹਨੂੰ ਨੰਬਰ ਆ ਜਾਂਦੇ ਆ। ਥੋੜ੍ਹੇ ਸਮੇਂ ਤੋਂ, ਕੁਝ ਮਹੀਨਿਆਂ ਦੇ ਵਿੱਚ ਹੀ ਉਹ ਕੈਨੇਡਾ ਚਲੀ ਜਾਂਦੀ ਹੈ। ਇਹ ਚੀਜ਼ਾਂ ਦਾ ਤਾਂ ਬੋਝ ਭੈਣੇ ਹੈਗਾ ਸੀ ਹੈ ਨਾ ਉਹ ਚੀਜ਼ ਦੇ ਉੱਤੇ, ਜਿਵੇਂ ਵੀ ਇਹ ਪਰਿਵਾਰਾਂ 'ਚ ਉੱਠਿਆ ਗਰੀਬੀ ਤਾਂ ਕੱਢਣੀ ਓ ਆ। ਬੇਸ਼ੱਕ ਅਸੀਂ ਨਹੀਂ ਕਹਿੰਦੇ ਸੀ ਵੀ ਤੂੰ ਬੋਝ ਲੈ, ਜਾਂ ਡੈਡੀ ਨੇ ਤਾਂ ਕਦੇ ਮਤਲਬ ਇਹ ਗੱਲ ਜਾਂ ਮੰਮਾ ਨੇ ਕਹੀ ਨਹੀਂ ਵੀ ਪੈਸੇ ਕਮਾਓ ਜਾਂ ਤੁਸੀਂ ਇਹ ਕਰੋ। ਇਹਨਾਂ ਨੇ ਤਾਂ ਕਿਹਾ ਵੀ ਜਿਵੇਂ ਕਰਨਾ ਕਰ ਲਓ, ਵੀ ਤੁਸੀਂ ਆਪ ਹੀ ਸਮਝਦਾਰ ਹੋ, ਪੜ੍ਹੇ ਲਿਖੇ ਹੋ, ਵੀ ਜਿਵੇਂ ਕਰਨਾ ਕਰ ਲਓ। ਇਹ ਤਾਂ ਐਵੇਂ ਕਹਿੰਦੇ ਸੀ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਓ, ਵੀ ਅਸੀਂ ਤਾਂ ਪੈਸੇ ਲਾਉਣ ਵਾਲੇ ਆਂਗੇ ਤੁਹਾਡੇ 'ਤੇ। ਤਾਂ ਪਰ ਅਸੀਂ ਦੋਨੇ ਭੈਣਾਂ ਕਹਿ ਲਈਏ ਵੀ ਸਾਨੂੰ ਜ਼ਰੂਰ ਸੀਗਾ ਐਵੇਂ ਵੀ ਮੇਰੇ ਡੈਡੀ ਤੇ ਮੰਮਾ ਨੂੰ ਬਹੁਤ ਸੁਣਨਾ ਪਿਆ ਇਸ ਦੇ ਲਈ ਵੀ ਇਹ 2 ਕੁੜੀਆਂ ਨੇ, ਇਹਨਾਂ ਦੇ 2 ਕੁੜੀਆਂ ਨੇ, ਬਹੁਤ ਮਤਲਬ ਇਹਨਾਂ ਨੇ ਜਿੰਨਾ ਸਾਡੇ ਲਈ ਸੰਘਰਸ਼ ਕਰਿਆ ਤੇ ਸਮਾਜ ਦੇ ਤਾਨੇ ਸਹੇ ਨੇ, ਉਹ ਹਮੇਸ਼ਾ ਸਾਡੇ ਦਿਮਾਗ 'ਚ ਰਹਿੰਦੇ ਸੀ ਵੀ ਅਸੀਂ ਇਹਨਾਂ ਦੀ ਜ਼ਿੰਦਗੀ ਕਿਵੇਂ, ਉਦਾਹਰਨ ਕਿਵੇਂ ਸੈੱਟ ਕਰਨੀ ਆ ਵੀ ਕੁੜੀਆਂ ਬੋਝ ਨਹੀਂ ਹੁੰਦੀਆਂ ਤੇ ਕੁੜੀਆਂ ਤਾਂ ਮਾਪਿਆਂ ਦਾ ਨਾਂ ਰੌਸ਼ਨ ਕਰ ਸਕਦੀਆਂ ਨੇ, ਵੀ ਬੋਝ ਨਹੀਂ ਹੁੰਦੀਆਂ। ਇਹਨਾਂ ਨੂੰ ਬੋਝ ਸਮਝ ਕੇ ਨਾ ਪਾਲੋ। ਜਿਵੇਂ ਮੇਰੇ ਪਿਓ ਨੇ, ਮੇਰੀ ਮਾਂ ਨੇ ਸਾਨੂੰ ਪਾਲਿਆ, ਇਸ ਤਰੀਕੇ ਨਾਲ ਕੁੜੀਆਂ ਪਾਲਣ ਦਾ ਹੁੰਦੇ ਨੇ। ਤੇ ਐਵੇਂ ਕਿਸੇ ਦੇ ਹੈ ਨਾ ਮਤਲਬ ਕੁੜੀਆਂ ਸੀਗੀਆਂ 2 ਤੇ ਉਹਨਾਂ ਨੂੰ ਕਿਸੇ ਨੇ ਰੋਕਤਾ ਵੀ ਕੁੜੀਆਂ ਨੂੰ ਦੁੱਧ ਲੈਣ ਬਾਹਰ ਨਾ ਭੇਜੋ। ਉਹਨਾਂ ਨੇ ਮੈਨੂੰ ਕਿਹਾ ਵੀ ਤੇਰੇ ਪਾਪਾ ਇਕੱਲੇ ਸੀ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਵੀ ਕੁੜੀਆਂ ਨੂੰ ਬਾਹਰ ਭੇਜੋ, ਫੇਰ ਹੀ ਇਹ ਸਮਝਣਗੀਆਂ ਵੀ ਕਿਵੇਂ ਸਮਾਜ ਦੇ ਵਿੱਚ ਰਹਿਣਾ ਗਾ। ਤੇ ਮੇਰੇ ਡੈਡੀ ਨੇ ਇਸ ਤਰੀਕੇ ਨਾਲ ਹੀ ਸਾਨੂੰ ਪਾਲਿਆ ਵੀ ਸਮਾਜ ਨੂੰ ਸਮਝਣਾ, ਬਾਹਰ ਜਾਣਾ। ਕਦੇ ਨਹੀਂ ਸੀ ਕਹਿੰਦੇ, ਕਦੇ ਇਹਨਾਂ ਨੇ ਸਕੂਲ 'ਚ ਜਾ ਕੇ ਨਹੀਂ ਪੁੱਛਿਆ ਸਾਡੀ ਵੀ ਕੁੜੀ ਕਿਹੜੀ ਕਲਾਸ 'ਚ ਹੋਊਗੀ, ਹੈ ਨਾ, ਵੀ ਕਿਵੇਂ ਪੜ੍ਹਦੀਆਂ ਨੇ। ਨਾ ਮੇਰੀ ਮੰਮਾ ਨੇ ਜਾ ਕੇ ਕਦੇ ਕੋਈ ਪੁੱਛਿਆ। ਜਿਸ ਦਿਨ ਮੇਰੀ ਭੈਣ ਨੰਬਰ 'ਤੇ ਆਉਂਦੀ, ਉਹਨੂੰ ਟਰੋਫੀ ਮਿਲਦੀ, ਉਸ ਦਿਨ ਮੰਮਾ ਜ਼ਰੂਰ ਜਾਂਦੇ ਉਹ ਖੁਸ਼ੀ ਦੇ ਵਿੱਚ
ਕਿਉਂਕਿ ਇਹਨਾਂ ਨੂੰ ਟੈਨਸ਼ਨ ਨਹੀਂ ਸੀ ਕਦੇ ਵੀ ਮੇਰੀਆਂ ਕੁੜੀਆਂ ਪੜ੍ਹਦੀਆਂ ਨੇ ਸਹੀ ਜਾਂ ਕਿੱਥੇ ਪੜ੍ਹਦੀਆਂ ਨੇ। ਮੇਰੇ ਪਾਪਾ ਨੂੰ ਟਾਈਮ ਨਹੀਂ ਸੀ ਪਤਾ, ਬਾਅਦ 'ਚੋਂ ਪਤਾ ਲੱਗਿਆ ਜਦੋਂ ਮੈਂ ਕੰਮ ਤੇ ਲੱਗ ਗਈ। ਮੇਰੀ ਬੇਟੀ ਨੇ ਜਰਨਲਿਜ਼ਮ ਕਰੀ ਆ। ਜਦੋਂ ਮੈਂ ਕੰਮ ਤੇ ਲੱਗ ਗਈ ਮੀਡੀਆ ਦੇ ਮਤਲਬ ਕਿ ਬਾਗੀ ਕਿਸੇ ਚੈਨਲ ਦੇ ਵਿੱਚ, ਨਿੱਜੀ ਚੈਨਲ 'ਚ, ਫਿਰ ਮੇਰੇ ਡੈਡੀ ਨੂੰ ਪਤਾ ਲੱਗਾ ਵੀ ਇਹਨੇ ਪੱਤਰਕਾਰੀ ਦਾ ਕੋਰਸ ਕਰਿਆ। ਜਾਂਦੇ ਸੀ ਯੂਨੀਵਰਸਿਟੀ, ਮੇਰੇ ਕੋਲ ਪੈਸੇ ਦੇਣ ਜਾਂਦੇ, ਮੈਨੂੰ ਖਾਣ ਨੂੰ ਹੈ ਨਾ, ਮਤਲਬ ਕਿ ਚੀਜ਼ਾਂ ਦੇਣ ਜਾਂਦੇ, ਕੱਪੜੇ ਦੇਣ ਜਾਂਦੇ, ਤਾਂ ਪਰ ਐਂ ਕਦੇ ਪੁੱਛਿਆ ਨਹੀਂ ਸੂ ਕਿਵੇਂ ਪੜ੍ਹਦੀਆਂ, ਪੜ੍ਹਾਈ ਕਿਵੇਂ ਚੱਲਦੀ, ਐਂ ਜ਼ਰੂਰ ਪੁੱਛਦੀ ਪੈਸੇ ਹੈਗੇ ਪੁੱਤ ਤੇਰੇ ਕੋਲ, ਬਸ। ਕਦੇ ਉਹਨਾਂ ਨੇ ਭੈਣ ਹੋਰਾਂ ਨੇ ਜ਼ਿਕਰ ਉੱਥੇ ਕੀਤਾ ਸੀਗਾ ਕਿ ਆਪਾਂ ਉਹ ਸਾਰਾ ਕਰਜ਼ਾ ਲਾਉਣਾ ਪੈਣਾ? ਬਿਲਕੁਲ, ਉਹ ਹਮੇਸ਼ਾ ਹੀ ਇਹੀ ਗੱਲਾਂ ਕਰਦੀ ਸੀਗੀ ਮੇਰੇ ਨਾਲ, ਕਰਦੀ ਵੀ ਸੁਮਨ ਤੂੰ ਦੇਖੀ ਜਾ, ਵੀ ਤੂੰ ਟੈਨਸ਼ਨ ਨਾ ਲੈ, ਹੈ ਨਾ, ਵੀ ਕਹਿੰਦੀ ਮੈਨੂੰ ਵੀ ਕੋਈ ਟੈਨਸ਼ਨ ਨਹੀਂ, ਆਪਣਾ ਕੰਮ ਵਧੀਆ ਚੱਲਦਾ, ਕਹਿੰਦੀ ਮੈਨੂੰ ਕੰਮ ਮਿਲੀ ਜਾਂਦਾ, ਟੈਨਸ਼ਨ ਵਾਲੀ ਕੋਈ ਗੱਲ ਨਹੀਂ। ਮੈਂ ਕਹਿੰਦੀ ਸੀ ਵੀ ਖਬਰਾਂ ਕਿੰਨੀਆਂ ਨੇ ਵੀ ਕਿਸੇ ਨੂੰ ਕੰਮ ਨਹੀਂ ਮਿਲਦਾ ਮਨ, ਵੀ ਤੂੰ ਟੈਨਸ਼ਨ ਨਾ ਲਈ ਬਾਹਲੀ ਕੰਮ ਦੀ। ਤਾਂ ਉਹ ਕਹਿੰਦੀ ਸੀ ਮੈਨੂੰ ਤਾਂ ਕੰਮ ਮਿਲ ਹੀ ਜਾਂਦਾ, ਮੇਰੇ ਤੇ ਤਾਂ ਕੋਈ ਚਿੰਤਾ ਨਹੀਂ ਹੈਗੀ। ਹਮੇਸ਼ਾ ਹੀ ਇਹ ਕਹਿੰਦੀ ਸੀ ਵੀ ਤੂੰ ਟੈਨਸ਼ਨ ਨਾ ਲਈ। ਮੈਨੂੰ ਵੀ ਉਹਨੇ ਕਿਹਾ ਵੀ ਕੰਮ ਛੱਡ ਕੇ ਮੈਂ ਹੈਦਰਾਬਾਦ ਰਹਿੰਦੀ ਸੀ, ਵੀ ਛੇਤੀ ਤੂੰ ਘਰੇ ਵਗ ਜਾ, ਵੀ ਤੇਰੀ ਸਿਹਤ ਠੀਕ ਨਹੀਂ ਰਹਿੰਦੀ, ਮੇਰੀ ਧੜਕਣ ਵਧਣ ਲੱਗ ਗਈ ਸੀ ਉੱਥੇ, ਮਤਲਬ ਖਾਣਾ ਪੀਣਾ ਇਹੋ ਜਿਹਾ ਤੇ ਵਾਤਾਵਰਨ। ਤੇ ਉਹਨੇ ਕਿਹਾ ਵੀ ਤੂੰ ਛੇਤੀ ਘਰੇ ਵਗ ਜਾ, ਵੀ ਤੂੰ ਕਿਸੇ ਚੀਜ਼ ਦੀ ਟੈਨਸ਼ਨ ਨਾ ਲੈ, ਵੀ ਮੇਰਾ ਕੰਮ ਵਧੀਆ ਚੱਲਦਾ ਗਾ, ਵੀ ਮੈਂ ਫੀਸਾਂ ਨਹੀਂ ਮੰਗਵਾਉਂਦੀ, ਵੀ ਫੀਸਾਂ ਮੇਰੀਆਂ ਭਰੀਆਂ ਜਾਣਗੀਆਂ, ਵੀ 4 ਮਹੀਨੇ ਦੀ ਪੜ੍ਹਾਈ ਰਹਿ ਗਈ ਹੁਣ ਤਾਂ ਬਸ, ਵੀ ਹੁਣ ਸਭ ਕੁਛ ਠੀਕ ਹੋ ਜਾਊਗਾ, ਆਪਾਂ ਛੇਤੀ ਘਰ ਪਾ ਕੇ ਜ਼ਮੀਨ ਛਡਾ ਲੈਣੀ ਆ। ਤੇ ਉਹ ਘਰ ਵੀ ਵਿੱਚ ਰਹਿ ਗਿਆ ਤੇ ਜ਼ਮੀਨ ਵੀ ਉੱਥੇ ਰਹਿ ਗਈ। ਬਿਲਕੁਲ, ਉਹਦੇ ਸੁਪਨੇ ਉਹਦੇ ਨਾਲ ਹੀ ਚਲੇ ਗਏ, ਕਿਉਂਕਿ ਮੇਰੇ ਤਾਂ ਕੋਈ ਬਾਲੇ ਵੱਡੇ ਐਵੇਂ ਸੁਪਨੇ ਨਹੀਂ ਸੀ ਵੀ ਘਰ ਪਾਉਣਾ ਸੀ, ਐਂ ਕਰਨਾ, ਤੇ ਉਹਦੇ ਸੀਗੇ ਇਹ ਸੁਪਨੇ। ਜਿਵੇਂ ਤੁਸੀਂ ਹੋਰ ਗੱਲ ਦੱਸੀ ਭੈਣੇ ਕਿ ਫਾਦਰ ਸਾਹਿਬ ਨੇ ਕਦੇ ਕਮੀ ਤੁਹਾਨੂੰ ਧੀਆਂ ਕੋਈ ਕਹੇ ਹੈ ਨਾ, ਜਾਂ ਧੀਆਂ ਕਹਿਣ ਨਹੀਂ ਦਿੱਤਾ, ਤੁਹਾਨੂੰ ਪੁੱਤੀ ਬਣਾ ਕੇ ਰੱਖਿਆ, ਪਰ ਲੋਕਾਂ ਨੇ ਅੱਜ ਵੀ ਉਹ ਤੁਹਾਨੂੰ, ਜਿਵੇਂ ਤੁਸੀਂ ਤੁਹਾਡੀਆਂ ਗੱਲਾਂ 'ਚੋਂ ਗੱਲ ਨਿਕਲੀ ਕਿ ਲੋਕਾਂ ਨੇ ਤਾਨੇ ਮਿਹਣੇ ਤਾਂ ਬਹੁਤ ਦਿੱਤੇ ਹੈ ਨਾ, ਜਿਵੇਂ ਬਾਈ ਹੋਰਾਂ ਨੇ ਦੱਸਿਆ ਕਿ ਤੁਹਾਡੇ ਮੰਮੀ ਹੋਰੀ ਭੈਣਾਂ ਸੀ ਤਾਂ ਤੁਹਾਡੇ ਫਾਦਰ ਸਾਹਿਬ ਇੱਥੇ ਰਹਿਣ ਲੱਗੇ ਹੈ ਨਾ, ਕਿ ਇਹ 2 ਧੀਆਂ ਹੋਈਆਂ ਤਾਂ ਇਹਨਾਂ ਨੇ ਫਿਰ ਵੀ ਕੋਈ ਫਿਕਰ ਨਹੀਂ ਕਰੀ, ਪਰ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ। ਬਿਲਕੁਲ, ਮਤਲਬ ਆਲੇ ਦੁਆਲੇ ਦਾ ਸਮਾਜ, ਅਸਲ 'ਚ ਲੋਕਾਂ ਦੀ ਵੀ ਕਸੂਰ ਨਹੀਂ ਹੈਗਾ, ਸਮਾਜ ਹੀ ਸਾਡਾ ਐਵੇਂ ਦਾ ਸਿਰਜਿਆ ਹੋਇਆਗਾ ਵੀ ਜਿੱਥੇ ਪੁੱਤਾਂ ਨੂੰ ਵੱਧ ਤੇ ਧੀਆਂ ਨੂੰ ਘੱਟ ਸਮਝਿਆ ਜਾਂਦਾ। ਜਦੋਂ ਅਸੀਂ ਬਾਹਰਲੇ ਸਮਾਜ 'ਚ ਥੋੜ੍ਹੇ ਜ਼ਿਆਦਾ ਵੱਡੇ ਹੋ ਕੇ ਵਿਚਰਨ ਲੱਗੇ, ਵੀ ਯੂਨੀਵਰਸਿਟੀ ਲੈਵਲ 'ਤੇ ਮੈਂ ਗਈ, ਉਦੋਂ ਮੈਨੂੰ ਪਤਾ ਲੱਗਾ ਵੀ ਵਿਤਕਰਾ ਕਰਿਆ ਜਾਂਦਾ ਕੁੜੀਆਂ ਤੇ ਮੁੰਡਿਆਂ ਦੇ ਵਿੱਚ। ਜਿਵੇਂ ਮੈਂ +2 ਤੱਕ ਇੱਥੇ ਪੜ੍ਹੀ, ਉੱਥੋਂ ਤੱਕ ਸਾਨੂੰ ਪਤਾ ਵੀ ਨਹੀਂ ਸੀ ਲੱਗਿਆ ਵੀ ਮੁੰਡਿਆਂ ਤੇ ਕੁੜੀਆਂ ਦੇ ਵਿੱਚ ਲੋਕ ਵਿਤਕਰਾ ਵੀ ਕਰਦੇ ਨੇ, ਵੀ ਇਹ ਸਮਾਜ ਦੇ ਵਿੱਚ ਇਹ ਚੀਜ਼ ਵੀ ਹੈਗੀ ਆ। ਕਿਉਂਕਿ ਸਾਡੇ ਜਦੋਂ ਆਪ ਤੇ ਬੀਤੀ ਹੁੰਦੀ ਹੈ ਬੰਦੇ ਨੂੰ ਫੇਰ ਪਤਾ ਲੱਗਦਾ ਹੈ ਨਾ, ਤਾਂ ਆਲੇ ਦੁਆਲੇ ਦੀਆਂ ਸਮਾਜ ਦੇ ਵਿੱਚ ਜਦੋਂ ਸਾਨੂੰ ਬਾਅਦ 'ਚੋਂ ਪਤਾ ਲੱਗਿਆ ਵੀ ਐਂ ਵੀ ਹੁੰਦੀ ਹੈ, ਕੁੜੀਆਂ ਗੱਲਾਂ ਦੱਸਦੀਆਂ ਵੀ ਸਾਡੇ ਨਾਲ ਐਂ ਹੁੰਦੀ ਹੈਗੀ ਹੈ ਨਾ, ਵੀ ਸਾਨੂੰ ਇੰਨੀ ਪ੍ਰਾਇੋਰਟੀ ਨਹੀਂ ਹੈਗੀ, ਆਪਦੇ ਘਰ ਦੇ ਵਿੱਚ ਮੇਰੇ ਭਰਾ ਨੂੰ ਜ਼ਿਆਦਾ ਮਿਲਦੀ ਆ, ਤਾਂ ਉੱਥੋਂ ਸਾਨੂੰ ਪਤਾ ਲੱਗਣ ਲੱਗਾ ਵੀ ਕੁੜੀ ਤੇ ਮੁੰਡੇ 'ਚ ਵਿਤਕਰਾ ਕਰਿਆ ਜਾਂਦਾ। ਤੇ ਮੇਰੇ ਡੈਡੀ ਜਦੋਂ ਵੀ ਸਪੀਚ ਦਿੰਦੇ ਸੀਗੇ ਜਾਂ ਬੋਲਦੇ ਧਰਨਿਆਂ ਦੇ ਵਿੱਚ, ਉਹਨਾਂ ਨੇ ਕਦੇ ਨਹੀਂ ਸੀ ਕਿਹਾ ਵੀ ਪੁੱਤਾਂ ਵਾਂਗੂ ਪਾਲੀ ਫਸਲ, ਇਹਨਾਂ ਨੇ ਕਦੇ ਵੀ ਇਹ ਸ਼ਬਦ ਦਾ ਇਸਤੇਮਾਲ ਹੀ ਨਹੀਂ ਕਰਿਆ ਵੀ ਪੁੱਤਾਂ ਵਾਂਗੂ ਪਾਲੀ ਫਸਲ, ਵੀ ਅੱਜ ਅਸੀਂ ਮੰਡੀਆਂ ਦੇ ਵਿੱਚ ਐਂ ਡੇਗ ਰਹੇ ਹਾਂ, ਸਿੱਟ ਰਹੇ ਹਾਂ, ਸਾਨੂੰ ਫਸਲ ਦਾ ਮੁੱਲ ਨਹੀਂ ਮਿਲਦਾ। ਹਮੇਸ਼ਾ ਹੀ ਇਹਨਾਂ ਨੇ ਐਂ ਕਹਿਣਾ ਸੀ ਬੱਚਿਆਂ ਵਾਂਗੂ ਪਾਲੀ ਫਸਲ। ਤਾਂ ਇਹਨਾਂ ਦੇ ਸ਼ਬਦਾਂ 'ਚੋਂ ਵੀ ਸਾਨੂੰ ਕਦੇ ਐਂ ਪਤਾ ਨਹੀਂ ਲੱਗਿਆ ਵੀ ਧੀਆਂ ਦੇ ਪੁੱਤਰਾਂ ਦੇ ਵਿੱਚ ਫਰਕ ਹੁੰਦਾ, ਕਿਉਂਕਿ ਉਹ ਸ਼ਬਦ ਹੀ ਉਹਨਾਂ ਨੇ ਕਦੇ ਇਹੋ ਜਿਹੇ ਵਰਤੇ ਹੀ ਨਹੀਂ। ਅੱਛਾ ਭੈਣੇ, ਉਹ ਜਦੋਂ ਭੈਣ ਹੋਰਾਂ ਦੀ ਇੱਥੇ ਤੁਸੀਂ ਬਾਈ ਹੋਰੀ ਦੱਸਦੇ ਕਿ ਮੈਂ ਆਪਣੇ ਚੁੰਡੀਆਂ ਵੱਢ ਕੇ ਦੇਖੀਆਂ, ਮੈਨੂੰ ਉਹ ਗੱਲਾਂ ਦਾ ਯਕੀਨ ਨਾ ਹੋਇਆ। ਤੁਹਾਨੂੰ ਉਹ ਡਾਕਟਰਾਂ ਦੀ ਜਦੋਂ ਭਾਸ਼ਾ ਇੰਗਲਿਸ਼ ਸਮਝ ਆਉਂਦੀ ਆ ਤਾਂ ਤੁਸੀਂ ਇਹਨਾਂ ਨੂੰ ਇੱਕੋ ਦਮ ਦੱਸਦੇ ਹੋ, ਜਾਂ ਵੀ ਉਹ ਥੋੜਾ ਜਿਹਾ ਗੈਪ ਪਾ ਕੇ ਦੱਸਦੇ ਹੋ ਵੀ ਇਹ ਗੱਲ ਹੋਈ ਆ ਆਪਣੇ ਪਰਿਵਾਰ ਨਾਲ, ਇਹ ਹਾਦਸਾ, ਇਹ ਗੱਲ ਵਾਪਰ ਗਈ? ਪਹਿਲਾਂ ਤਾਂ ਮੰਮਾ ਨੇ ਫੋਨ ਚੁੱਕਿਆ, ਉਹਨਾਂ ਨੇ ਮੰਮਾ ਦਾ ਨਾਮ ਲਿਆ, ਤੇ ਮੰਮੀ ਨੂੰ ਆਪਦਾ ਨਾਮ ਸਮਝ ਆ ਗਿਆ, ਮਨਪ੍ਰੀਤ ਦਾ ਨਾਮ ਸਮਝ ਆ ਗਿਆ, ਤੇ ਹਸਪੀਟਲ ਸਮਝ ਆ ਗਿਆ। ਫਿਰ ਮੰਮੀ ਨੇ ਮੈਨੂੰ ਉਠਾਇਆ, ਕਿਉਂਕਿ 3:30 ਵਜੇ ਬਹੁਤ ਹੀ ਤੜਕੇ, ਹਾਂ ਸਵੇਰੋਂ 3:30 ਵਜੇ ਤਾਂ ਬਲਕਿ ਇਹ ਸਮਾਂ ਹੀ ਨਹੀਂ ਹੁੰਦਾ ਕੋਈ ਫੋਨ ਚੱਕਣ ਵਾਲਾ। ਪਹਿਲਾਂ ਜਦੋਂ ਕਿਸੇ ਦਾ ਫੋਨ ਆਉਂਦਾ ਇਸ ਟਾਈਮ ਤਾਂ ਆਪਾਂ ਡਰ ਜਾਂਦੇ ਆ ਵੀ ਪਤਾ ਨਹੀਂ ਕੀ ਹੋ ਗਿਆ। ਤੇ ਮੰਮਾ ਨੇ ਮੈਨੂੰ ਉਠਾਇਆ, ਵੀ ਕਹਿੰਦੀ ਮੰਮਾ ਕਹਿੰਦੇ ਵੀ ਕੋਈ ਹਸਪਤਾਲ 'ਚੋਂ ਫੋਨ ਆ, ਕੋਈ ਡਾਕਟਰ ਗੱਲ ਕਰੀ ਜਾਂਦਾ ਵੀ ਮਨਪ੍ਰੀਤ ਹਸਪਤਾਲ 'ਚ ਆ, ਵੀ ਬਿਮਾਰ ਨਾ ਹੋ, ਬਿਮਾਰ ਠਮਾਰ ਨਾ ਹੋਵੇ, ਵੀ ਤੂੰ ਗੱਲ ਕਰ, ਮੈਨੂੰ ਤਾਂ ਸਮਝ ਨਹੀਂ ਆ ਰਹੀ। ਫਿਰ ਮੈਂ ਉਹਨਾਂ ਨਾਲ ਗੱਲ ਕਰੀ ਤਾਂ ਉਹਨਾਂ ਨੇ ਸਾਰਾ ਪ੍ਰੋਸੈਸ ਦੱਸਿਆ ਵੀ ਕਿਵੇਂ ਉਹਦੀ, ਵੀ ਅਸੀਂ ਕੀ ਮਤਲਬ ਕਿ ਉਹਦੇ ਤੇ ਟਰੀਟਮੈਂਟ ਕੀਤਾ, ਤੇ ਵੀ ਉਹ ਹੁਣ ਨਹੀਂ ਰਹੀ, ਵੀ ਸਾਹ ਨਹੀਂ ਵਾਪਸ ਆਈ, ਵੀ ਆਕਸੀਜਨ ਨਹੀਂ ਗਈ ਦਿਲ ਤੇ ਦਿਮਾਗ ਨੂੰ, ਵੀ ਪ੍ਰੋਬਲਮ ਸਾਨੂੰ ਹਾਰਟ ਅਟੈਕ ਦੇ ਲੱਗ ਰਹੀ ਹੈ, ਵੀ ਬਾਕੀ ਪਤਾ ਨਹੀਂ ਹੈਗਾ, ਫਿਰ ਪਤਾ ਲੱਗੂਗਾ। ਤਾਂ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ 15 ਮਿੰਟ ਹੈ ਨਾ ਆਕਸੀਜਨ ਦਿੱਤੀ, ਉਹਨੂੰ CPR ਦਿੱਤਾਗਾ, ਤੇ ਮਤਲਬ ਵੀ ਉਹ ਆਈ ਨਹੀਂ ਗੀ, ਉਹਦੀ ਪਾਲਸ ਵੀ ਨਹੀਂ ਆਈ, ਧੜਕਣ ਵੀ ਵਾਪਸ ਨਹੀਂ ਆਈ, ਤਾਂ ਮੈਂ ਉਹਨਾਂ ਤੋਂ ਦੁਬਾਰਾ ਫਿਰ ਪੁੱਛਿਆ ਵੀ ਐਮਰਜੈਂਸੀ ਰਿਸਪੌਂਸ 'ਤੇ ਵੀ ਕੋਈ ਉਹਨੇ ਰਿਸਪੌਂਸ ਦਿੱਤਾ ਨਹੀਂ ਹੈਗਾ ਵੀ ਤੁਸੀਂ ਇਹਨਾਂ, ਤਾਂ ਉਹ ਕਹਿੰਦੇ ਵੀ ਹਾਂ। ਫਿਰ ਉਹਨੇ ਦੁਬਾਰੇ ਫਿਰ ਮੈਨੂੰ ਸਾਰੀ ਗੱਲ ਦੱਸੀ ਵੀ ਨਹੀਂ ਐਵੇਂ ਨਹੀਂ ਹੋਇਆ, 15 ਮਿੰਟ ਬਲਕਿ ਗੱਲ ਹੋਈ ਹੈ ਮੇਰੀ ਡਾਕਟਰਾਂ ਦੇ ਨਾਲ, ਵੀ ਜਿਹੜਾ ਵੀ ਉਹਨਾਂ ਨੇ ਪ੍ਰੋਸੀਜਰ ਕੀਤਾ ਸੀ ਉਹਨਾਂ ਨੇ ਮੈਨੂੰ ਦੱਸਿਆ। ਤਾਂ ਇੱਕਦਮ ਹੀ ਮਤਲਬ ਮੈਂ ਹੋਸ਼ 'ਚ ਆ ਗਈ ਜਦੋਂ ਡਾਕਟਰਾਂ ਦਾ ਫੋਨ ਆਇਆ, ਨੀਂਦ 'ਚ ਨਹੀਂ ਸੀ ਮੈਨੂੰ ਜਦੋਂ ਡਾਕਟਰ ਨੇ ਦੱਸਿਆ ਤਾਂ ਮੈਨੂੰ ਐਂ ਲੱਗਿਆ ਜਿਵੇਂ ਕਿਸੇ ਫਿਲਮ ਦਾ ਸੀਨ ਹੁੰਦਾ, ਜਿਵੇਂ ਫਿਲਮਾਂ 'ਚ ਆਉਂਦੀਆਂ ਹੁੰਦੀਆਂ ਨੇ ਇਹ ਫੋਨ ਕਾਲ, ਤਾਂ ਇੱਕਦਮ ਸੁੱਤੇ ਪਿਆ ਤੋਂ ਆ ਗਈ ਵੀ ਉਹ ਬੰਦਾ ਨਹੀਂ ਰਿਹਾ, ਮੈਨੂੰ ਤਾਂ ਕਿਸੇ ਕੇ ਡਰਾਮੇ ਦਾ ਸੀਨ ਲੱਗਿਆ।
ਵੀ ਇਸ ਤਰੀਕੇ ਨਾਲ ਕਾਲ ਮਤਲਬ ਇੱਕ ਆਪਣੇ ਡਾਕਟਰ ਤਾਂ ਇਸ ਤਰੀਕੇ ਨਾਲ ਐਵੇਂ ਕਹਿੰਦੇ ਹੀ ਨਹੀਂ, ਪਹਿਲਾਂ ਲੁਕਾਉਂਦੇ ਨੇ ਆਪਣੇ ਇੰਡੀਆ ਦੇ ਵਿੱਚ ਵੀ ਇਸ ਤਰੀਕੇ ਨਾਲ ਇੱਕ ਬੰਦੇ ਨੂੰ ਸਿੱਧਾ ਹੀ ਐ ਕਿ ਤੁਸੀਂ ਕੋਈ ਗੱਲ ਕਹਿ ਦੇਣੀ ਵੀ ਤੁਹਾਡੇ ਪਰਿਵਾਰ ਦਾ ਮੈਂਬਰ ਨਹੀਂ ਰਿਹਾ। ਉਧਰਲਾ ਕਲਚਰ ਐਵੇਂ ਉਹ ਸਿੱਧਾ ਦਗਾੜਾ ਜਾਂ ਮਾਰਦਾ ਉਹਨਾਂ ਨੇ ਤਾਂ ਬੰਦੇ ਤੇ, ਮਤਲਬ ਕਿ ਮੈਨੂੰ ਯਕੀਨ ਜਾਂ ਹੋਇਆ ਹੀ ਨਹੀਂ ਇੱਕਦਮ। ਫਿਰ ਮੈਂ ਮੰਮਾ ਨੂੰ ਕਿਹਾ, ਮਤਲਬ ਮੇਰੀਆਂ ਤੋਂ ਇੱਕਦਮ ਚੀਕਾਂ ਨਿਕਲ ਗਈਆਂ ਉਸ ਟਾਈਮ ਵੀ ਕੀ ਹੋ ਗਿਆ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਮੇਰੀ ਸਾਂਝ ਸਿਰਫ ਉਹਦੇ ਨਾਲ ਹੀ ਰਹਿਣੀ ਸੀ। ਅਸੀਂ ਇੱਕ ਦੂਜੇ ਨਾਲ ਦੁੱਖ ਸੁੱਖ ਕਰਦੀਆਂ ਆਉਣ ਵਾਲੇ ਟਾਈਮ 'ਚ। ਤੁਸੀਂ ਫਿਰ ਇਹਨਾਂ ਨੂੰ ਇੱਕੋ ਦਮ ਦੱਸਦੇ ਹੋ ਜਾਂ ਗੱਲਾਂ 'ਚ ਸਮਝਾ ਕੇ ਮਾਤਾ ਹੋਰਾਂ ਇੱਕੋ ਦਮ ਦੱਸਤਾ ਮੈਂ ਤਾਂ, ਕਿਉਂਕਿ ਮੇਰੇ ਤੋਂ ਮੈਂ ਆਪਦੇ ਅੰਦਰ ਉਹ ਚੀਜ਼ ਰੱਖ ਨਹੀਂ ਸੀ ਸਕਦੀ, ਕਿਉਂਕਿ ਉਹ ਇੰਨੀ ਵੱਡੀ ਗੱਲ ਸੀ, ਰਹਿ ਨਹੀਂ ਸਕਦੀ। ਤੇ ਮੈਂ ਉਹਦੇ ਦੋਸਤ ਜਿਹੜੇ ਸੀਗੇ ਮੇਰੇ ਕੰਟੈਕਟ ਦੇ ਵਿੱਚ ਉਹਨਾਂ ਨੂੰ ਫੋਨ ਕਰਿਆ ਵੀ ਤੁਸੀਂ ਜਲਦੀ ਹਸਪੀਟਲ ਜਾਓ। ਉਹ ਕਹਿੰਦੇ ਵੀ ਹਸਪੀਟਲ ਹੀ ਆ ਅਸੀਂ, ਪਰ ਸਾਨੂੰ ਪਤਾ ਨਹੀਂ ਮਨਪ੍ਰੀਤ ਨੂੰ ਹੋਇਆ ਕੀ ਹੈ, ਵੀ ਅਸੀਂ ਹਸਪੀਟਲ ਹੀ ਆਂਗੇ, ਕਿਉਂਕਿ ਉਹਨਾਂ ਨੇ ਪਹਿਲਾਂ ਸਾਨੂੰ ਦੱਸਿਆ ਹਨਾ, ਘਰਦਿਆਂ ਨੂੰ ਫੋਨ ਕਰਕੇ, ਉਹਦੇ ਦੋਸਤਾਂ ਨੂੰ ਨਹੀਂ ਦੱਸਿਆ। ਫਿਰ ਮੈਂ ਉਹਨਾਂ ਨੂੰ ਫੋਨ ਕਰਿਆ ਵੀ ਮਨਪ੍ਰੀਤ ਤਾਂ ਨਹੀਂ ਰਹੀ, ਵੀ ਤੁਸੀਂ ਹੁਣ ਸਾਰਾ ਦੇਖੋ ਉਧਰ ਵੀ ਕੀ ਹੋ ਰਿਹਾ, ਸਾਨੂੰ ਦੱਸਦੇ ਰਹੋ। ਤੁਹਾਡਾ ਹੌਸਲਾ ਬਹੁਤ ਰਿਹਾ, ਤੁਸੀਂ ਆਪਣੀ ਮਾਂ ਨੂੰ ਵੀ ਨਹੀਂ ਟੁੱਟਣ ਦਿੱਤਾ, ਆਪਣੇ ਪਿਓ ਨੂੰ ਵੀ ਨਹੀਂ ਟੁੱਟਣ ਦਿੱਤਾ ਹੈ ਨਾ। ਉਹਨਾਂ ਦਾ ਹੌਸਲਾ ਬਣ ਕੇ ਰਹੇ ਕਿ ਡੋਲਣਾ ਨਹੀਂ ਕੋਈ ਨਾ, ਮਾੜਾ ਚੰਗਾ ਸਮਾਂ ਮਾੜਾ ਚੰਗਾ ਹੈ ਨਾ, ਇਹ ਪ੍ਰਮਾਤਮਾ ਦੇ ਹੱਥ ਆ। ਹੌਸਲਾ ਤਾਂ ਦੇਖੋ ਰੱਖਣਾ ਹੀ ਪੈਂਦਾ ਗਾ। ਮੈਂ ਨਹੀਂ ਕਹਿੰਦੀ ਵੀ ਕੁਦਰਤੀ ਤੌਰ ਤੇ ਮਤਲਬ ਆ ਗਿਆ ਬਾਲਾ ਹੀ, ਆਪਦੇ ਆਪ ਨੂੰ ਸਮਝਾ ਕੇ ਰੱਖਣਾ ਪੈਂਦਾ ਗਾ ਵੀ ਸਾਰਾ ਕੁਝ ਹੁਣ ਤੂੰ ਦੇਖਣਾ ਗਾ, ਸੋਚਣਾ ਸਮਝਣਾ ਸਾਰਾ ਕੁਝ ਕਰਨਾ। ਮੈਂ ਜਿਹੜੇ ਅਸੀਂ ਦੋਨਾਂ ਭੈਣਾਂ ਨੇ ਪਲਾਨ ਬਣਾਇਆ ਸੀ ਵੀ ਤੂੰ ਆਹ ਜ਼ਿੰਮੇਵਾਰੀ ਸਾਂਭੀ, ਮੈਂ ਆਹ ਜ਼ਿੰਮੇਵਾਰੀ ਸਾਂਭੂਗੀ, ਉਹ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਤੇ ਆ ਗਈਆਂ, ਇਕੱਲੇ ਤੇ ਆ ਗਈ। ਬਿਲਕੁਲ। ਜਿਹੜੇ ਇੰਨੇ ਸਾਲਾਂ ਦੇ ਸਾਡੇ ਪਲਾਨ ਸੀ, ਅਸੀਂ ਮਤਲਬ ਇੱਕ ਦੂਜੇ ਨਾਲ ਪਲਾਨ ਕਰਕੇ ਚੱਲਦੇ ਸੀ। ਮੈਂ ਜਰਨਲਿਜ਼ਮ ਕਰਨੀ ਸੀ, ਮੇਰੀ 4th ਕਲਾਸ 'ਚ ਮੈਂ ਸੋਚ ਲਿਆ ਸੀ ਵੀ ਜਲੰਧਰ ਤੇ ਮੈਂ ਦੇਖਦੀ ਸੀ ਵੀ ਹਨਾ ਵੀ ਉਹ ਖਬਰਾਂ ਪੜ੍ਹਦੇ ਨੂੰ ਮੈਂ ਆਹ ਲਾਈਨ 'ਚ ਜਾਊਂਗੀ, ਸ਼ੁਰੂ ਤੋਂ ਹੀ ਮੇਰਾ ਤਾਂ ਸੀ। ਤੇ ਉਹਨੇ ਸੀ ਮੈਂ ਫੈਸ਼ਨ ਡਿਜ਼ਾਈਨਿੰਗ ਕਰੂੰ, ਪੁਲਿਸ 'ਚ ਜਾਊਂ, ਮਤਲਬ ਉਹਦੇ ਸੁਪਨੇ ਰਲਵੇਂ ਮਿਲਵੇਂ ਸੀ। ਉਹ ਕਹਿੰਦੀ ਸੀ ਜਿਹੜੀ ਜਿਸ ਤਨਖਾਹ ਵੱਧ ਹੋਈ, ਪੈਸਾ ਵੱਧ ਹੋਇਆ, ਮੈਂ ਉਹ ਚੀਜ਼ ਚੂਜ਼ ਕਰ ਲੈਂਦੀ। ਪਸ਼ੂ ਪਾਲਣ ਦਾ ਵੀ ਉਹਨੂੰ ਕਾਫੀ ਜ਼ਿਆਦਾ ਧੰਦਿਆਂ ਦੇ ਵਿੱਚ ਇੰਟਰਸਟ ਸੀਗੇ। ਤੇ ਉਹ ਚੱਕਾ ਚੌਂਦ ਵਾਲੀ ਦੁਨੀਆ ਹੀ ਉਹ ਭੈਣ ਹੋਰਾਂ ਦੇ ਹੈ ਨਾ ਸੁਪਨੇ ਸਾਰਾ ਕੁਝ ਹੀ ਖਤਮ ਕਰ ਗਈ। ਬਿਲਕੁਲ। ਅਸਲ ਦੇ ਵਿੱਚ ਸਮਾਜ ਹੀ ਆਲੇ ਦੁਆਲੇ ਐਵੇਂ ਦਾ ਸੀ, ਤੁਸੀਂ ਕਿੰਨੇ ਵੀ ਪ੍ਰੋਗਰੈਸਿਵ ਹੋ ਤਾਂ ਜਦੋਂ ਤੁਹਾਡੇ 24 ਘੰਟੇ ਇੱਕ ਚੀਜ਼ ਚੱਲੂਗੀ ਹੈ ਨਾ, ਸਮਾਜ ਦੇ ਵਿੱਚ ਤੁਸੀਂ ਵੀ ਜੇ ਕਿਤੇ ਜਾ ਕੇ ਖੜੋਗੇ ਤਾਂ ਇਹੀ ਗੱਲ ਚੱਲੂਗੀ, ਉਹਨਾਂ ਦਾ ਮੁੰਡਾ ਬਾਹਰ ਗਿਆ, ਬਾਹਰ ਤਾਂ ਇੰਨੇ ਪੈਸੇ ਆ, ਉਹਨਾਂ ਦਾ ਕੁੜੀ ਬਾਹਰ ਗਈ, ਉਹਨੇ ਇੰਨਾ ਭੇਜਦਾ, ਇੰਨੀ ਤਨਖਾਹ, ਮਹੀਨੇ ਦਾ 50,000 ਰੁਪਇਆ ਕਮਾਉਂਦਾ। ਉਹ ਤਾਂ ਇੱਥੇ ਕੌਣ ਕਮਾਉਂਦਾ 50,000 ਰੁਪਇਆ, ਇੰਨਾ ਪੜ੍ਹ ਕੇ ਵੀ ਨਹੀਂ ਕਮਾਉਂਦੇ ਇੱਥੇ ਤਾਂ 50,000। ਮਤਲਬ ਇਹ ਜਿਹੜੀਆਂ ਬਾਰ-ਬਾਰ ਇਹ ਗੱਲਾਂ ਰਿਪੀਟ ਹੁੰਦੀਆਂ ਸਾਡੇ ਸਮਾਜ ਦੇ ਵਿੱਚ, ਆਲੇ ਦੁਆਲੇ ਸਾਡੇ, ਮੇਰੇ ਵੀ ਹੁੰਦੀਆਂ ਸੀ, ਉਹਦੇ ਵੀ ਹੁੰਦੀਆਂ ਸੀ, ਵੀ ਮੈਂ ਉਹਨੂੰ ਮਨਾ ਨਹੀਂ ਕੀਤਾ ਬਾਹਰ ਜਾਣ ਤੋਂ, ਮੈਂ ਵੀ ਕਰ ਸਕਦੀ ਸੀ, ਕਿਉਂਕਿ ਉਹ ਗੱਲਾਂ ਮੇਰੇ ਦਿਮਾਗ 'ਚ ਵੀ ਆਈਆਂ ਵੀ ਹਾਂ ਠੀਕ ਆ ਵੀ ਇੰਨੀ ਕਮਾਈ ਆ ਉੱਥੇ ਤਾਂ ਹੈ ਨਾ, ਐਵੇਂ ਹੋ ਜਾਂਦਾ ਗਾ ਵੀ ਚਲੋ ਮੈਂ ਨਹੀਂ ਜਾ ਸਕਦੀ, ਮੇਰੇ ਤੋਂ ਕੰਮ ਵੀ ਨਹੀਂ ਹੋਣਾ ਬਾਹਰ ਜਾ ਕੇ, ਉਹ ਤਾਂ ਕਰ ਸਕਦੀ ਆ, ਉਹਨੂੰ ਤਾਂ ਸ਼ੌਂਕ ਵੀ ਐਵੇਂ ਇਸ ਤਰੀਕੇ ਨਾਲ ਕੰਮ ਕਰਨ ਦਾ। ਤੁਸੀਂ ਕਦੇ ਭੈਣੇ ਰੋਕਿਆ ਸੀ ਇਹ ਫੈਸਲੇ ਨੂੰ ਕਿ ਬਾਹਰ ਜਾਣ ਦੇ, ਤੁਸੀਂ ਜਾਂ ਇਹਨਾਂ ਦੇ ਫਾਦਰ ਸਾਹਿਬ ਨੇ ਕਦੇ ਤਿੰਨਾਂ ਚੋਂ ਕਦੇ ਇੱਕ ਨੇ ਆਖਿਆ ਹੋਵੇ ਕਿ ਨਹੀਂ ਨਾ ਜਾ? ਨਹੀਂ, ਬਿਲਕੁਲ। ਉਹਦੀ ਗੱਲ ਤਾਂ ਸਾਡੇ ਲਈ ਮਤਲਬ ਮੇਨ ਗੱਲ ਮਤਲਬ ਕਿ ਉਹ ਜੋ ਕੁਛ ਵੀ ਕਹਿ ਦਿੰਦੀ ਵੀ ਹੱਥ ਨੂੰ ਉਹ ਚੀਜ਼ ਸਾਡੇ ਘਰੇ ਹੋ ਜਾਣੀ, ਜਿਵੇਂ ਮੰਮੀ ਨੂੰ ਉਹਨੇ ਜਾਂ ਡੈਡੀ ਨੂੰ ਕਹਿ ਦੇਣਾ ਵੀ ਮੈਨੂੰ ਆਹ ਚੀਜ਼ ਚਾਹੀਦੀ, ਹੱਥ ਨੂੰ ਹਾਜ਼ਰ ਹੁੰਦੀ। ਉਹਦੀ ਗੱਲ ਤਾਂ ਕਦੇ ਕਿਸੇ ਨੇ ਮੋੜੀ ਹੀ ਨਹੀਂ ਸੀ, ਕਿਉਂਕਿ ਉਹ ਲਾਇਕ ਹੀ ਇੰਨੀ ਸੀ, ਲਾਇਕ ਬੱਚੇ ਦੀਆਂ ਗੱਲਾਂ ਕੋਈ ਮੋੜ ਨਹੀਂ ਸਕਦਾ ਹੁੰਦਾ। ਤੇ ਇਹ ਅੱਜ ਵੀ ਲੋਕਾਂ ਦੀ ਗਲਤੀ ਆ ਕਿ ਅੱਖਾਂ ਬੰਦ ਕਰਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਦੇ ਆ। ਤੇ ਤੁਹਾਡੀ ਇੰਟਰਵਿਊ 'ਚੋਂ ਸਿੱਖਿਆ ਤਾਂ ਭੈਣੇ ਇਹੀ ਨਿਕਲਦੀ ਆ ਕਿ ਜੇ ਤੁਹਾਡਾ ਪਰਿਵਾਰ ਚੰਗਾ ਗਾ, ਪਰਿਵਾਰ ਦੇ ਵਿੱਚ ਸਰਦੇ ਵੱਜਦੇ ਹੋ ਤੁਸੀਂ, ਤਾਂ ਇਹ ਚੀਜ਼ਾਂ ਇਹ ਦੌੜ ਦੇ ਵਿੱਚ ਨਾ ਆਓ ਹੈ ਨਾ। ਤੇ ਤੁਹਾਡੇ ਪਰਿਵਾਰ ਤੋਂ ਇਹ ਭਾਰੀ ਗਲਤੀ ਹੋਈ ਜਿਹਦਾ ਹਰਜਾਨਾ ਕਦੇ ਨਹੀਂ ਹੈ ਨਾ ਮੁੱਕ ਸਕਦਾ, ਜਾਂ ਕਦੇ ਵੀ ਤੁਸੀਂ ਇਹ ਚੀਜ਼ ਨੂੰ ਭੁੱਲ ਗਲਤੀਆਂ ਵੀ ਕਿਉਂ ਹੁੰਦੀਆਂ ਨੇ ਸਾਡੀਆਂ ਸਰਕਾਰਾਂ ਕਾਰਨ, ਕਿਉਂਕਿ ਉਦਾਹਰਨ ਹੀ ਨਹੀਂ ਸਾਡੇ ਆਲੇ ਦੁਆਲੇ ਇਸ ਤੋਂ ਬਿਨਾਂ। ਜੇ ਉਦਾਹਰਨ ਹੋ ਗਏ ਉਸ ਤੋਂ ਹੀ ਆਪਾਂ ਸਮਝਾਂਗੇ, ਜੇ ਸਰਕਾਰਾਂ ਸਾਡੀਆਂ ਉਦਾਹਰਨਾਂ ਸੈੱਟ ਕਰਨ ਫੇਰ ਹੀ ਮਤਲਬ ਉਹ ਤੋਂ ਸਿੱਖਿਆ ਮਿਲੂਗੀ। ਤੇ ਸਾਡੇ ਲੋਕ ਲੜ ਰਹੇ ਨੇ ਲਗਾਤਾਰ। ਫਿਰ ਹੁਣ ਤੁਸੀਂ ਕੀ ਸੋਚਿਆ ਅੱਗੇ ਦਾ ਫਿਊਚਰ ਦਾ? ਭੈਣ ਉਹ ਨਹੀਂ ਰਹੀ ਜਿਹਦੇ ਨਾਲ ਇਹ ਸਾਰੇ ਸੁਪਨੇ ਬੁਣੇ ਸੀ, ਜਿਹਦੇ ਨਾਲ ਮਾਂ-ਬਾਪ ਨੂੰ ਸੰਭਾਲਣਾ ਸਿੱਖਿਆ ਸੀ, ਜਾਂ ਸੁਪਨੇ ਲਏ ਸੀ ਕਿ ਇਦਾਂ ਦੀ ਜ਼ਿੰਦਗੀ ਜੀਵਾਂਗੇ। ਹੁਣ ਉਹ ਆਪਣੇ ਮਾਂ-ਪਿਓ ਲਈ ਖੜੇ ਹੋ ਤੁਸੀਂ, ਉਹ ਸੁਪਨੇ ਤਿਆਰ ਨਹੀਂ ਕਿ ਉਹ ਨਹੀਂ ਰਹੀ ਮੇਰੀ ਭੈਣ ਤਾਂ ਉਹ ਸਾਰੇ ਸੁਪਨੇ ਮੈਂ ਤੁਹਾਡੇ ਪੂਰੇ ਕਰੂੰ। ਹੁਣ ਮਤਲਬ ਮੈਨੂੰ ਇੰਨਾ ਬਾਹਲਾ ਕਰਦਾ ਜਾਂ ਪੈਸੇ ਦਾ ਰਿਹਾ ਨਹੀਂ, ਜਿਵੇਂ ਉਹਨੂੰ ਸੀਗੇ ਉਹਦੇ ਸੁਪਨੇ ਹੀ ਮੇਰੇ ਸੁਪਨੇ ਸੀ, ਮਤਲਬ ਉਹ ਮੇਰੇ ਸੁਪਨੇ ਉਹ ਆਪਦੇ ਨਾਲ ਹੀ ਲੈ ਗਈ, ਉਹਦੇ ਸੁਪਨੇ ਹੀ ਮੇਰੇ ਸੁਪਨੇ ਸੀ। ਮੈਂ ਮਤਲਬ ਬਾਹਰ ਨਹੀਂ ਗਈ ਜਾਂ ਫਿਰ ਮੈਂ ਹੈ ਨਾ ਅੱਗੇ ਨਹੀਂ ਪੜ੍ਹਾਈ ਕੀਤੀ, BA ਤੋਂ ਬਾਅਦ ਮੈਂ ਅੱਗੇ ਵੀ ਪੜ੍ਹਾਈ ਕਰ ਸਕਦੀ ਸੀ। ਮੈਂ ਜਿੰਨੀ ਕੁ ਮੈਂ ਪੜ੍ਹਾਈ ਕਰੀ ਉਨੀ ਕੁ ਮੈਂ ਆਪਦੀ ਰੋਜੀ ਰੋਟੀ ਕਮਾ ਰਹੀ ਸੀ, ਜਿੰਨੇ ਕੁ ਪੈਸੇ ਲਾਏ ਸੀ ਮਤਲਬ ਉਨੀ ਕੁ ਦੀ ਨੌਕਰੀ ਵੀ ਕਰ ਰਹੀ ਸੀਗੀ ਮੈਂ। ਤੇ ਮੇਰੇ ਲਈ ਉਹਦੇ ਸੁਪਨੇ ਹੀ ਮੇਨ ਸੀਗੇ, ਉਹਦੇ ਸੁਪਨੇ ਹੀ ਮੇਰੇ ਸੁਪਨੇ ਸੀ। ਜਦੋਂ ਉਹ ਹੀ ਨਹੀਂ ਰਹੀ ਤਾਂ ਆਪਦੇ ਨਾਲ ਹੀ ਉਹ ਸੁਪਨੇ ਲੈ ਗਈ। ਹੁਣ ਤਾਂ ਬਸ ਐਂ ਵੀ ਪੇਰੈਂਟਸ ਦੇ ਕੋਲ ਰਹਿਣਾ ਗਾ, ਇਹਨਾਂ ਨੂੰ ਇਕੱਲੇ ਨਹੀਂ ਛੱਡਣਾ। ਉਹ ਦੌਰ ਕਿਹੋ ਜਿਹਾ ਰਹਿੰਦਾ ਜਦੋਂ ਫਾਦਰ ਸਾਹਿਬ ਤੁਹਾਨੂੰ ਇਹ ਦੱਸਦੇ ਆ ਕਿ ਆਪਣੀ ਜ਼ਮੀਨ ਵੇਚਤੀ, ਆਪਾਂ ਆਪਣੀ ਧੀ ਤੇ ਲਾਤੇ ਪੈਸੇ, ਉਹ ਕੋਈ ਪਰਵਾਹ ਨਹੀਂ ਹੈ ਨਾ, ਕੋਈ ਪਰਿਵਾਰ ਫਿਕਰ ਨਾ ਕਰਿਓ, ਤੁਹਾਡੇ ਨਾਲ ਇਹ ਸਲਾਹ ਹੁੰਦੀ ਹੈ?
ਪਹਿਲਾਂ ਡੈਡੀ ਸਾਡੇ ਕੋਈ ਵੀ ਸਾਡੇ ਘਰੇ ਕੰਮ ਹੁੰਦਾ ਪਹਿਲਾਂ ਸਾਡੀ ਸਲਾਹ ਲੈਂਦੇ ਵੀ ਆਪਾਂ ਐਵੇਂ ਕਰ ਲਈਏ, ਐਵੇਂ ਸਾਨੂੰ ਦੱਸਦੇ ਨਹੀਂ ਹੈਗੇ ਵੀ ਐਂ ਕਰਤਾ। ਉਹ ਸਾਡੇ ਤੋਂ ਪੁੱਛਦੇ ਵੀ ਆਪਾਂ ਐਵੇਂ ਕਰ ਲਈਏ ਵੀ ਠੀਕ ਆਗਾ। ਇਹ ਤੁਹਾਡੀ ਸਲਾਹ ਨਾਲ ਹੀ ਹੁੰਦਾ? ਸਲਾਹ ਨਾਲ ਹੀ। ਅੱਛਾ ਭੈਣੇ, ਪਰਿਵਾਰ ਨੇ ਤੁਹਾਡੇ ਨੇ ਬਹੁਤ ਸਮਾਂ ਦਿੱਤਾ, ਬਹੁਤ ਹਮਦਰਦੀ ਹੈ ਪਰਿਵਾਰ ਦੇ ਨਾਲ, ਪਰ ਅਸੀਂ ਤੁਹਾਨੂੰ ਪਹਿਲਾਂ ਵੀ ਫੋਨ ਕਾਲ ਤੇ ਆਖਿਆ ਸੀ ਕਿ ਸਾਡਾ ਮਕਸਦ ਇਹ ਨਹੀਂ ਹੈਗਾ ਕਿ ਅਸੀਂ ਬ੍ਰੇਕਿੰਗ ਇਹ ਚੀਜ਼ ਨੂੰ ਬਣਾਈਏ ਜਾਂ ਇੱਕ ਖਬਰ ਚਲਾਈਏ, ਹੈ ਨਾ। ਸਾਡਾ ਮਕਸਦ ਇਹੀ ਆ ਕਿ ਤੁਹਾਡੀ ਇੰਟਰਵਿਊ ਇੱਕ ਦੇਖ ਕੇ ਕੋਈ ਇੱਕ ਬੰਦਾ ਵੀ ਜਾਂ ਇੱਕ ਪਰਿਵਾਰ ਵੀ ਆਪਣੇ ਬੱਚੇ ਨੂੰ ਬਾਹਰ ਜਾਣ ਤੋਂ ਰੋਕ ਲੈਂਦਾ, ਜਾਂ ਉਹ ਸਰਦਾ ਵੱਜਦਾ ਪਰਿਵਾਰ ਹੈ ਇੱਥੇ, ਉਹ ਭੇਜ ਰਿਹਾ ਹੈ ਭੀੜ ਦੇ ਪਿੱਛੇ ਲੱਗ ਕੇ, ਜੇ ਉਹ ਇੱਕ ਪਰਿਵਾਰ ਵੀ ਇੱਥੇ ਰੋਕ ਲੈਂਦਾ ਆਪਣਾ ਬੱਚਾ, ਤਾਂ ਸਾਡਾ ਇੰਟਰਵਿਊ ਕਰਨ ਦਾ ਅਤੇ ਤੁਹਾਡਾ ਸਮਾਂ ਦੇਣ ਦਾ, ਹੈ ਨਾ, ਮਕਸਦ ਹੈ ਉਹ ਪੂਰਾ ਹੋ ਜਾਊਗਾ। ਤੁਸੀਂ ਜਾਂਦੇ ਜਾਂਦੇ ਉਹ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜਾ ਕੁਝ ਤੁਹਾਡੇ ਪਰਿਵਾਰ ਨੇ ਭੁਗਤਿਆ, ਜਿਹੜਾ ਕੁਝ ਤੁਹਾਡੇ ਪਰਿਵਾਰ ਦੇ ਨਾਲ ਹੋਇਆ ਉਹ ਕਿਸੇ ਹੋਰ ਦੇ ਨਾਲ ਨਾ ਹੋਵੇ? ਉਹ ਲੋਕਾਂ ਨੂੰ ਕੋਈ ਜਾਂਦੇ ਨਸੀਹਤ ਦੇਣਾ ਚਾਹੁੰਦੇ ਹੋ? ਮੈਂ ਲੋਕਾਂ ਨੂੰ, ਸਮੁੱਚੇ ਪੰਜਾਬ ਦੇ, ਭਾਰਤ ਦੇ ਲੋਕਾਂ ਨੂੰ ਤੇ ਸਾਡੀਆਂ ਸਰਕਾਰਾਂ ਨੂੰ ਵੀ ਮਤਲਬ ਇਹੀ ਅਪੀਲ ਕਰਦੀ ਹਾਂ ਕਿ ਸਰਕਾਰਾਂ ਆਧਾਰ ਸੈੱਟ ਕਰਨ, ਨੌਕਰੀਆਂ ਦੇਣ ਤੇ ਲੋਕ ਬਾਹਰ ਨਾ ਜਾ ਕੇ ਇੱਥੇ ਹੀ ਰੋਜੀ ਰੋਟੀ ਕਮਾਉਣ ਦੇ ਸਾਧਨ ਉਪਲਬਧ ਕਰਵਾਉਣ, ਆਪਦੇ ਬੱਚਿਆਂ ਨੂੰ ਆਪ ਕਰਨ, ਕੰਮ ਕਰਨ। ਤੇ ਮਤਲਬ ਕਿ ਜਿਹੜੇ ਉਹ ਸਮਾਜ, ਝੂਠਾ ਸਮਾਜ ਸਿਰਜਿਆ ਜਾ ਰਿਹਾ, ਚੱਕਾ ਚੌਂਦ ਸਿਰਜੀ ਜਾ ਰਹੀ ਹੈ, ਉੱਥੇ ਡਾਲਰ ਨੇ ਲੁੱਟ ਮੱਚੀ ਹੋਈ ਆ, ਜਾ ਕੇ ਕੰਮ ਕਰੋ, ਅਮੀਰ ਹੋਵੋ, ਮਤਲਬ ਇਹ ਸੱਭਿਆਚਾਰ ਦੇ ਪਿੱਛੇ ਨਾ ਲੱਗਿਆ ਜਾਵੇ ਤੇ ਸੋਚ ਸਮਝ ਕੇ ਭੇਜੋ। ਜੇਕਰ ਤੁਹਾਨੂੰ ਲੱਗਦਾ ਵੀ ਤੁਹਾਡੀ ਫੈਮਿਲੀ ਜਾ ਸਕਦੀ ਹੈ ਸਾਰੀ ਨਾਲ, ਵੀ ਤੁਸੀਂ ਸਪੋਰਟ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਬੱਚੇ ਦੀ, ਠੀਕ ਆ ਜਾਓ, ਪਰ +2 ਤੋਂ ਬਾਅਦ ਬੱਚੇ ਨੂੰ ਭੇਜਣ ਦਾ ਤਾਂ ਕੋਈ ਹੱਲ ਹੈ ਨਹੀਂਗਾ। ਇਹ ਸਮਾਜ ਨੂੰ ਬਦਲਣ ਦਾ ਜਾਂ ਅਮੀਰ ਹੋਣ ਦਾ ਇਹ ਹੱਲ ਨਹੀਂ ਹੈਗਾ। ਅੱਛਾ, ਜਾਂਦੇ ਜਾਂਦੇ ਇੱਕ ਸਵਾਲ ਮੇਰੇ ਦਿਮਾਗ 'ਚ ਆਇਆ, ਤੁਸੀਂ ਆਖਿਆ ਕਿ ਹੈ ਨਾ +2 ਤੋਂ ਬਾਅਦ ਬੱਚਿਆਂ ਨੂੰ ਭੇਜਣਾ, ਧੀਆਂ ਨੂੰ ਭੇਜਣਾ ਜਾਂ ਪੁੱਤਾਂ ਨੂੰ ਭੇਜਣਾ, ਉਹ ਇੰਨੇ ਮੈਚਿਓਰ ਨਹੀਂ ਹੁੰਦੇ ਹੈ ਨਾ ਭੈਣੇ, ਕਿ ਉਹ ਬਾਹਰਲੀ ਦੁਨੀਆ ਨਾਲ ਲੜ ਸਕਣ, ਉਹ ਬਾਹਰਲੀਆਂ ਤਾਕਤਾਂ ਦੇ ਨਾਲ ਲੜ ਸਕਣ, ਹੈ ਨਾ, ਕਿਉਂਕਿ ਗ੍ਰੈਜੂਏਸ਼ਨ ਤੱਕ ਤਾਂ ਫਿਰ ਵੀ ਬੰਦਾ ਮੈਚਿਓਰ ਹੋ ਜਾਂਦਾ, ਹੈ ਨਾ, ਬੱਚਾ ਮੈਚਿਓਰ ਹੋ ਜਾਂਦਾ। ਤਾਂ ਉਹ ਮਾਪਿਆਂ ਨੂੰ ਕਹਿਣਾ ਚਾਹੋਗੇ ਜਿਹੜੇ +2 ਤੋਂ ਬਾਅਦ ਆਪਣੀਆਂ ਧੀਆਂ ਜਾਂ ਪੁੱਤਾਂ ਨੂੰ, ਜਿਨ੍ਹਾਂ ਨੂੰ ਘਰ ਤੋਂ ਬਾਹਰ ਕੱਢੇ ਹੀ ਨਹੀਂ ਹੁੰਦਾ, ਉਹਨਾਂ ਨੂੰ ਇੱਕੋ ਦਮ ਉਹ ਖੁੱਲ੍ਹੇ ਅਸਮਾਨ ਹੇਠਾਂ ਛੱਡ ਦਿੰਦੇ? ਮੈਂ ਇੱਦਾਂ ਹੀ ਕਹੂੰਗੀ, ਜੇਕਰ ਵੱਧ ਪੜ੍ਹਾ ਕੇ ਭੇਜੋ, ਜੇਕਰ ਤੁਸੀਂ ਬਾਹਰ ਭੇਜਣਾਗਾ ਤਾਂ ਜੇਕਰ ਇੱਥੋਂ ਤੁਸੀਂ ਇਹੀ ਸੋਚੋ ਵੀ ਸਾਡਾ ਬੱਚਾ ਇੱਥੇ ਗ੍ਰੈਜੂਏਸ਼ਨ ਕਰ ਰਿਹਾ, ਹੈ ਨਾ, ਤੇ ਇੱਥੇ ਗ੍ਰੈਜੂਏਸ਼ਨ ਕਰਦੇ ਹੋਏ ਉਹ ਤੁਹਾਡੇ ਤੋਂ ਪੈਸੇ ਮੰਗ ਕੇ ਆਪਦੇ ਦੋਸਤਾਂ ਨਾਲ ਘੁੰਮਦਾ ਫਿਰਦਾ ਤੇ ਪੜ੍ਹਾਈ ਕਰਦਾ, ਉੱਧਰ ਜਾ ਕੇ ਉਹਦੇ ਤੇ ਕਿੰਨੀਆਂ ਜ਼ਿਆਦਾ ਮਤਲਬ ਕਿ 100 ਗੁਣਾ ਜ਼ਿਆਦਾ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇਗੀਆਂ। ਤਾਂ ਉਹ ਇੱਕ ਛੋਟੀ ਜਿਹੀ ਜਿੰਦ ਕੱਲੀ ਆ ਜਿਹੜੀ ਆਪਦੀ ਮਤਲਬ ਕਿ ਟੈਨਸ਼ਨਾਂ ਵੀ ਕਿਸੇ ਨਾਲ ਵੰਡ ਨਹੀਂ ਸਕਦੀ, ਆਪਦੇ ਭੈਣ ਭਾਈ ਨਾਲ ਲੜ ਵੀ ਨਹੀਂ ਸਕਦੀ। ਇੱਥੇ ਤਾਂ ਗੁੱਸਾ ਆਉਂਦਾ ਆਪਾਂ ਕੱਢ ਦਿੰਦੇ ਹਾਂ ਨਾ, ਇੱਕ ਦੂਜੇ ਨਾਲ ਲੜ ਪੈਂਦੇ ਆਂਗੇ, ਫਿਰ ਉਹੋ ਜਿਹੇ ਹੋ ਜਾਂਦੇ ਆ। ਉਹੀ ਤਾਂ ਤੁਸੀਂ ਜਿੱਥੇ ਕੰਮ ਕਰਦੇ ਹੋ ਉੱਥੇ ਬੌਸ ਨੇ ਕੁਛ ਕਹਿ ਤਾਂ ਤੁਸੀਂ ਮੋੜਵਾਂ ਜਵਾਬ ਵੀ ਨਹੀਂ ਦੇ ਸਕਦੇ, ਤੁਹਾਡੀਆਂ ਸਾਰੀਆਂ ਗੱਲਾਂ ਤੁਹਾਡੇ ਅੰਦਰ ਰਹਿ ਜਾਂਦੀਆਂ ਨੇ। ਹਾਂ, ਵੀ ਤੁਸੀਂ ਇਕੱਲੇ ਹੋ। ਤੁਸੀਂ ਆਪਦੇ ਬੱਚੇ ਨੂੰ ਐਂ ਦੇਖੋ, ਤੁਸੀਂ ਤਾਂ ਛੋਟੇ ਹੁੰਦੇ ਦਾ ਇੱਕ ਟਾਈਮ ਵੀ ਇਕੱਲਾ ਨਹੀਂ ਛੱਡਦੇ, ਤੁਸੀਂ ਆਪਦੇ ਬੱਚੇ ਨੂੰ ਵੀ ਸੱਟ ਨਾ ਖਾ ਲੇ, ਉੱਥੇ ਜਾ ਕੇ ਉਹ ਇੰਨੀਆਂ ਸੱਟਾਂ ਖਾਂਦਾ ਗਾ, ਆਪਦੇ ਇਕੱਲੇ ਤੇ ਸਹਿੰਦਾ, ਤਾਂ ਮਾਂ ਪਿਓ ਦਾ ਜਿਗਰਾ ਕਿਵੇਂ ਹੋ ਜਾਂਦਾ ਗਾ ਬੱਚਿਆਂ ਨੂੰ ਭੇਜਣ ਦਾ। ਤਾਂ ਅਸੀਂ ਐਂ ਕਹਿੰਦੇ ਹਾਂ ਵੀ ਕੋਈ ਵੀ ਪੇਰੈਂਟਸ ਆਪਦੇ ਬੱਚੇ ਨੂੰ ਬਾਹਰ ਨਾ ਭੇਜੇ, ਤੇ ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਵੀ ਉਹ ਜਿੱਦ ਨਾ ਕਰਨ ਬਾਹਰ ਜਾਣ ਦੀ, ਇੱਥੇ ਹੀ ਮੌਕੇ ਲੱਭਣ ਰੁਜ਼ਗਾਰ ਦੇ। ਤੁਸੀਂ ਭੈਣੇ ਕੁਛ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ ਉਹ ਲੋਕਾਂ ਨੂੰ, ਜਿਹੜਾ ਸਬਕ ਤੁਸੀਂ ਲਿਆ ਜਾਂ ਇਹ ਕੈਨੇਡਾ ਦੇ ਸੁਪਨਿਆਂ ਤੋਂ ਤੁਸੀਂ ਕੁਛ ਕੱਢਿਆ, ਜਾਂ ਤੁਹਾਨੂੰ ਲੱਗਦਾ ਕਿ ਇਹ ਗੱਲ ਤਾਂ ਮਾਪਿਆਂ ਤੱਕ ਪਹੁੰਚਣੀ ਚਾਹੀਦੀ ਹੈ, ਜਿਹੜੀ ਗਲਤੀ ਜਾਂ ਜਿਹੜਾ ਭਾਰੀ ਨੁਕਸਾਨ ਸਾਡਾ ਹੋਇਆ ਉਹ ਕਿਸੇ ਹੋਰ ਦਾ ਨਾ ਹੋਵੇ? ਮੈਂ ਤਾਂ ਹੀ ਕਹਿੰਦੀ ਹਾਂ ਵੀਰੇ, ਬਸ ਬੱਚੇ ਉਧਰ ਨੂੰ ਜਾਣ ਨਾ, ਉਹ ਤਾਂ ਬੱਚਿਆਂ ਦੀ ਧਰਤੀ ਬੈਰੀ ਬਣ ਕੇ ਰਹਿੰਦੀ ਆ, ਮਤਰੇਈ ਮਾਂ ਹੋ ਗਈ, ਕਿਉਂ ਬੱਚਿਆਂ ਦੀ ਸਪੋਰਟ ਨਹੀਂ ਕਰਦੀ, ਨਾ ਸਰਕਾਰ ਕਰਦੀ ਉਧਰਲੀ, ਨਾ ਧਰਤੀ ਕਰਦੀ ਆ। ਤੁਸੀਂ ਬਈ ਜਾਂਦੇ ਜਾਂਦੇ ਕੁਝ ਨਹੀਂ ਦੇਣਾ ਚਾਹੁੰਦੇ ਹੋ? ਦੇਖੋ, ਉਹਨਾਂ ਦੇਸ਼ ਦੇ ਉਹ ਚਲਾਕ ਮੁਲਕ ਨੇ, ਪਹਿਲਾਂ ਵੀ ਉਹਨਾਂ ਲੋਕਾਂ ਨੇ ਸਾਡੇ ਤੇ ਰਾਜ ਕੀਤਾ ਤੇ ਹੁਣ ਵੀ ਉਹ ਕੀ ਕਰਦੇ ਆ, ਜਦੋਂ ਬੱਚਾ ਉੱਥੇ ਚਲੇ, ਪਹਿਲਾਂ ਤਾਂ ਘੱਟੋ ਘੱਟ 25-30 ਲੱਖ ਰੁਪਇਆ ਲਾ ਕੇ ਤੋਂ ਬੱਚੇ ਨੂੰ ਭੇਜਦੇ ਆ, ਤੇ ਇੱਕ ਬੱਚਾ ਸਸਤੀ ਲੇਬਰ ਕਰਨ ਦੇ ਲਈ। ਅੱਜ ਉਹ ਕੀ ਕਰ ਰਿਹਾ, ਸਾਡੇ ਬੱਚਿਆਂ ਨੂੰ ਰਿਵੋਲਟ ਬਣਾ ਕੇ ਮਤਲਬ ਕੰਮ ਲੈ ਰਹੇ ਆ। ਉਹਨਾਂ ਨੂੰ ਕੋਈ ਨਹੀਂ, ਪਾਣੀ ਤੱਕ ਵੀ ਮਤਲਬ ਬੱਚੇ ਨੂੰ ਨਾਲ ਲੈ ਕੇ ਜਾਣਾ ਪੈਂਦਾ। ਠੀਕ ਹੈ, ਇੱਥੇ ਵੀ ਆਪਾਂ ਮਤਲਬ ਮਜ਼ਦੂਰਾਂ ਤੋਂ ਮਜ਼ਦੂਰੀ ਕਰਾਉਣੇ, ਕੰਮ ਕਰਾਉਣੇ ਆ, ਆਪਣੇ ਵੀ ਬਾਹਰੋਂ ਹੋਰ ਸੂਬਿਆਂ ਦੇ ਵਿੱਚੋਂ ਮਜ਼ਦੂਰ ਆਉਂਦੇ, ਪਰ ਆਪਾਂ ਕਿਸ ਤਰੀਕੇ ਉਹਨਾਂ ਦਾ ਮਤਲਬ ਖਿਆਲ ਰੱਖਦੇ ਆ। ਜਿਹੜੀ ਉਹ ਧਰਤੀ ਦੇ ਲੋਕ ਆ ਉਹ ਇਸ ਤਰੀਕੇ ਦਾ ਨਹੀਂ ਖਿਆਲ ਰੱਖਦੇ। ਇਸ ਲਈ ਮੈਂ ਤਾਂ ਸੋਚੇ ਮਤਲਬ ਲੋਕਾਂ ਨੂੰ ਇਹੀ ਕਹੂੰਗਾ ਵੀ ਪੂਰੀ ਪੜਤਾਲ ਕਰਕੇ ਬੱਚੇ ਨੂੰ ਪਹਿਲਾਂ ਸਾਰਾ ਕੁਝ ਦੱਸਿਆ ਜਾਣਾ ਚਾਹੀਦਾ ਵੀ ਬੇਟਾ ਅੱਗੇ ਜਾ ਕੇ ਤੇਰੇ ਨਾਲ ਕੀ ਔਕੜਾਂ ਹੋਣ ਵਾਲੀਆਂ। ਜਿਹੜੀ ਗੱਲ ਮਤਲਬ ਮੈਂ ਜਿਸ ਗੱਲ ਤੇ ਧੋਖਾ ਖਾਧਾ, ਉਸ ਗੱਲ ਤੇ ਕੋਈ ਹੋਰ ਮਾਂ ਪਿਓ, ਕੋਈ ਹੋਰ ਬੱਚਾ ਧੋਖਾ ਨਾ ਖਾਵੇ। ਇਸ ਲਈ ਆਪਦੇ ਬੱਚੇ ਨੂੰ ਸਾਰੀਆਂ ਗੱਲਾਂ, ਜਿੱਥੇ ਬੱਚਾ ਉਹ ਨਕਲੀ ਚਕਾਚੌਂਧ ਦੇ ਵਿੱਚ ਆ ਕੇ ਕਹਿੰਦਾ ਵੀ ਮੈਂ ਵਿਦੇਸ਼ ਦੀ ਧਰਤੀ ਤੇ ਜਾ ਕੇ ਤਰੱਕੀ ਕਰਨੀ ਹੈ, ਤਾਂ ਆਉਣ ਵਾਲੀਆਂ ਔਕੜਾਂ ਤੇ ਬੱਚੇ ਨੂੰ ਜ਼ਰੂਰ ਜਾਣੂ ਕਰਾਇਆ ਜਾਵੇ ਤੇ ਦੱਸਿਆ ਜਾਵੇ ਬੱਚੇ ਨੂੰ ਵੀ ਬੇਟੇ ਉੱਥੇ ਆਹ ਔਕੜਾਂ ਵੀ ਤੈਨੂੰ ਆ ਸਕਦੀਆਂ, ਵੀ ਤੂੰ ਇਹਨਾਂ ਦੇ ਨਾਲ ਲੜ ਸਕਦਾ ਤਾਂ ਤੂੰ ਜੀ ਸਦਕੇ ਜਾਵੇਂ ਦੇਸ਼ ਦੀ ਧਰਤੀ ਤੇ। ਬਹੁਤ ਸ਼ੁਕਰੀਆ ਬਾਈ, ਤੁਸੀਂ ਪਰਿਵਾਰ ਨੇ ਸਮਾਂ ਦਿੱਤਾ ਤੇ ਤੁਹਾਨੂੰ ਪਰਮਾਤਮਾ ਹਿੰਮਤ ਦੇਵੇ, ਬਲ ਬਖਸ਼ੇ, ਹੈ ਨਾ, ਇਹ ਭਾਣਾ ਮੰਨਣ ਦਾ। ਤੇ ਸਿੱਖਿਆ ਤੁਸੀਂ ਇਹੀ ਪਰਿਵਾਰ ਨੂੰ ਦਿੱਤੀ ਕਿ ਜਿਹੜਾ ਕੁਝ ਸਾਡੇ ਤੋਂ ਹੋਇਆ ਉਹ ਬਾਕੀ ਪਰਿਵਾਰ ਨਾ ਕਰਨ, ਹੈ ਨਾ। +2 ਤੋਂ ਬਾਅਦ ਜਿਹੜੇ ਨਿਆਣੇ ਬੱਚੇ ਹੁੰਦੇ, ਛੋਟੇ ਬੱਚੇ ਹੁੰਦੇ ਆ, ਤਾਂ ਉਹਨਾਂ ਨੂੰ ਨਹੀਂ ਭੇਜਣਾ ਚਾਹੀਦਾ।
ਉੱਥੇ ਉਹ ਮੁਸੀਬਤਾਂ ਨਾਲ ਲੜਨ ਲਈ ਉਹ ਇੰਨੇ ਤਿਆਰ ਨਹੀਂ ਹੋਏ ਹੁੰਦੇ ਹਨ। ਬਹੁਤ ਸ਼ੁਕਰੀਆ ਬਈ ਤੁਹਾਡੇ ਪਰਿਵਾਰ ਨੇ ਸਮਾਂ ਦਿੱਤਾ। ਸੋ ਅਰਦਾਸ ਇਹੀ ਕਰਿਓ ਕਿ ਭੈਣ ਹੋਰਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਅਤੇ ਇਹ ਪਰਿਵਾਰ ਨੂੰ ਬਲ ਮਿਲ ਸਕੇ, ਹਿੰਮਤ ਮਿਲ ਸਕੇ ਇਹ ਮੁਸੀਬਤ ਨਾਲ ਲੜਨ ਦੀ। ਬਹੁਤ ਬਹੁਤ ਸ਼ੁਕਰੀਆ। ਦੇਖਦੇ ਰਹੋ ਘੰਟੇ।